मैं जसविंदर कौर। मेरा इंटरेस्ट टैक्सटाइल्स विच काफ़ी साल पहला हो गया सीगा। पहला तो मैं आर्कियोलॉजी च इंटरस्टिड सी, फिर हौली हौली मैं रियलाइज़ किया कि मेरा इंटरस्ट टैक्सटाइल्स वाल ज़्यादा रुझान है ओदी। ਜਦੋਂ ਇਹ ਪੂਰਾ ਮੇਰਾ ਫੋਕਸ ਤਾਂ ਹੋਇਆ ਕਿਉਂਕਿ ਜਦੋਂ ਮੈਂ ਜਨੀਵਾ ਸਵਿਟਜ਼ਰਲੈਂਡ ਵਿੱਚ ਮੈਂ ਮਿਊਜ਼ੀਅਮਸ ਵਿੱਚ ਕੰਮ ਕੀਤਾ। ਉੱਥੇ ਮੈਂ ਦੋ ਐਗਜ਼ੀਬਿਸ਼ਨਸ ਦੇ ਲਈ ਕੈਟਾਲੌਗ ਲਈ ਮੈਂ ਹੁਣ ਰਾਈਟ ਕੀਤਾ ਸੀਗਾ। ਉਸ ਟਾਈਮ ਤੋਂ ਲੈ ਕੇ 30 ਸਾਲ ਹੋ ਗਏ ਮੈਨੂੰ ਟੈਕਸਟਾਈਲਸ ਦੇ ਵਿੱਚ ਮੈਂ ਇਨਵੋਲਵਡ ਹਾਂ ਔਰ ਸਪੈਸ਼ਲੀ ਪੰਜਾਬ ਦੇ ਵਿੱਚ ਮੇਰਾ ਫੋਕਸ ਸਿਰਫ ਇਸ ਵੇਲੇ ਪੰਜਾਬ ਹੈ। ਇਹ ਫਰੰਟ ਫੋਟੋ ਮੈਂ ਇਸ ਲਈ ਇਹ ਦੱਸਣਾ ਚਾਹੁੰਦੀ ਹਾਂ ਕਿ ਕਵਰ ਦਾ ਇੰਪੋਰਟੈਂਟ ਸੀਗਾ ਮੇਰੇ ਲਈ ਕਿ ਦੋਨੋਂ ਮੈਨ ਐਂਡ ਵਿਮਨ ਹੋਣੇ ਚਾਹੀਦੇ ਆ। ਉਹਦੇ ਵਿੱਚ ਬਹੁਤ ਲਿਮਿਟਿਡ ਫੋਟੋ ਸੀ ਜਿਹੜੀਆਂ ਲੇਡੀਜ਼ ਔਰ ਆਦਮੀਆਂ ਦੀਆਂ ਇਕੱਠੀਆਂ ਸੀਗੀਆਂ, ਪਰ ਇੱਕ ਇਹ ਵੀ ਹੈ ਕਿ ਇਹ ਬਹੁਤ ਰਿਪਰੈਜ਼ੈਂਟੇਟਿਵ ਹੈ ਬ੍ਰਿਟਿਸ਼ ਰਾਜ ਦਾ। ਤੁਸੀਂ ਦੇਖੋ ਇਹਦੇ ਵਿੱਚ ਲੇਡੀਜ਼ ਨੇ ਸ਼ੂਜ਼ ਵੀ ਪਾਏ ਆ, ਸੌਕਸ ਵੀ ਪਾਏ ਆ, ਬੱਚਿਆਂ ਨੇ ਜਿਹੜਾ आदमी है उन्हें एक अचकन पाई है, फिर बच्चियां ने कोट और वो भी पाया। ये सो बहुत रिप्रेजेंटेटिव सीगा। पंजाब विच बहुत घट बुक्स पब्लिश हुई, बहुत घट रिसर्च होया और ज़्यादा तो ज़्यादा हुई तो फुलकारी उत्ते और कुछ हद तक दरी उत्ते। सो मैं चाहती सी कि मैं कुछ ऐसा लिखा जिहदे ते पंजाब का फोकस होवे और ऐसी रिसर्च होवे जिहड़ी पहला नहीं हुई। पर वो ਤਾਂ ਵੀ ਹੈ ਕਿਉਂਕਿ ਉੱਥੇ ਜਦੋਂ ਮੈਂ ਕੈਟਾਲੌਗ ਲਈ ਸਵਿਟਜ਼ਰਲੈਂਡ ਲਿਖਿਆ ਸੀ, ਉਹਦਾ ਮੇਨ ਆਰਟੀਕਲ ਦਾ ਟੌਪਿਕ ਸੀ ਇੰਡੀਅਨ ਇਨਫਲੂਐਂਸ ਔਨ ਵੈਸਟਰਨ ਟੈਕਸਟਾਈਲਸ, ਜਿਹੜਾ ਕਿ ਇੰਡੀਆ ਬਹੁਤ ਜ਼ਿਆਦਾ ਇਫੈਕਟ ਕੀਤਾ ਹੈ ਵੈਸਟਰਨ ਟੈਕਸਟਾਈਲਸ ਦੇ, ਉਹਨਾਂ ਦੀ ਪ੍ਰਿੰਟਿੰਗ ਇੰਡਸਟਰੀ, ਸ਼ਾਲ ਵਗੈਰਾ। उस टाइम मेरे ਜਿਹੜੇ ਉੱਥੇ ਕੋਲੀਗ ਸੀਗੇ ਉਹ ਮੈਨੂੰ ਇਹ ਪੁੱਛਦੇ ਸੀ ਕਿ ਵੈਸਟਰਨ ਇਨਫਲੂਐਂਸ ਕੀ ਆ ਇੰਡੀਆ 'ਤੇ। ਸੋ ਉਸ ਟਾਈਮ ਮੇਰੇ ਕੋਲ ਬਹੁਤ ਸਾਰੇ ਜਵਾਬ ਨਹੀਂ ਸੀ ਐਕਸੈਪਟ ਦ ਫੈਕਟ ਕਿ ਮੇਰੇ ਹਸਬੈਂਡ ਵੈਸਟਰਨ ਡਰੈਸ ਪਾਉਂਦੇ ਸੀ ਔਰ ਮੈਂ ਇੰਡੀਅਨ। ਇਸ ਤੋਂ ਇਲਾਵਾ ਕਿ ਕੀ ਆ, ਕਿੱਦਾਂ, ਕਿਉਂ ਆਇਆ, ਉਹ ਸਭ ਮੈਨੂੰ ਨਹੀਂ ਸੀ ਪਤਾ। फिर मैं अपना ये लॉन्ग टर्म गोल सैट किया कि मैं चाहती सी कि मैं वैसटर्न इन्फ्लुएंस ऑन टैक्सटाइल्स करा, पर मेरा फोकस आई वांटेड टू हैव फोकस ऑन पंजाब। क्योंकि आई बिलोंग टू पंजाब, मेरा बर्थ जलंधर का है, हालांकि फ़र्क है कि मैं ज़्यादा टाइम दिल्ली स्पेंड किया है, पर मैनू हमेशा तो लगता सीगा कि जदों मैनू इंटरस्ट इन्हां च आर्ट और बुक्स आया, मैनू हमेशा लगता सी पंजाब विच कुछ खास नहीं है लिखिया गया। और सारे मैनू जदों मैं रिसर्च भी शुरू की मैनू सारे कहंदे सी पंजाब क्यों करते हैं, तुसी गुजरात दे बारे लिखो, राजस्थान बारे लिखो। सो इट वाज मोर लाइक अ चैलेंज फॉर मी कि मैं पंजाब दा बहुते लोगों नू
ਆਈਡੀਆ ਨਹੀਂ ਕਿ ਇੱਥੇ ਕੀ ਪਹਿਨਾਵੇ ਸੀ, ਕੀ ਟੈਕਸਟਾਈਲ ਸੀਗੇ ਸਿਵਾਏ ਫੁਲਕਾਰੀ ਦੇ। ਸੋ ਇਸ ਕਰਕੇ ਮੈਨੂੰ ਇਟ ਵਾਸ ਵੈਰੀ ਕਲੋਜ਼ ਟੂ ਮਾਈ ਹਾਰਟ। ਔਰ ਅੱਗੇ ਵੀ ਮੈਂ ਜਿਹੜੀਆਂ ਰਿਸਰਚ ਕਰੂੰਗੀ ਮੈਂ ਸਿਰਫ ਪੰਜਾਬ ਤੇ ਫੋਕਸ ਕਰੂੰਗੀ। ਕੰਧ ਚਿੱਤਰ ਵੀ ਆਪਣੇ ਆਪ ਦੇ 'ਚ ਇੱਕ ਮੁਕੰਮਲ ਬਿਆਨ ਹੁੰਦਾ ਆ ਕਿ ਕੋਈ ਦੌਰ ਕਿਹੋ ਜਿਹਾ ਸੀ, ਹੈ ਨਾ। ਉਹਦੇ ਟੈਕਸਚਰ ਦੇ ਵਿੱਚੋਂ ਸਾਨੂੰ ਬਹੁਤ ਸਾਰੇ ਸ਼ੇਡਸ ਨਜ਼ਰ ਆਉਂਦੇ ਨੇ। ਫਿਰ ਇਸੇ ਤਰ੍ਹਾਂ ਪੇਂਟਿੰਗਸ ਨੇ, ਇਸੇ ਤਰ੍ਹਾਂ ਫੁਲਕਾਰੀ ਹੈ, ਇਸੇ ਤਰ੍ਹਾਂ ਫਿਰ ਜਦੋਂ ਬਹੁਤ ਸਾਰੀਆਂ ਹੋਰ ਆਰਕਾਈਵ ਹੈ, ਜਿਵੇਂ ਗਜ਼ਟੀਅਰ ਆ ਗਏ ਫਾਰ ਐਗਜ਼ਾਮਪਲ, ਮੈਨੂਸਕ੍ਰਿਪਟ ਆ ਗਈਆਂ। ਮਤਲਬ ਤੁਹਾਡਾ ਜਿਹੜਾ ਖੋਜ ਕਾਰਜ ਹੈ ਉਹਦੇ ਅੰਦਰ ਜ਼ਿਆਦਾਤਰ ਉਹ ਸਾਰਾ ਜੋ ਆ ਰਹੀ ਸੀ ਕਲੈਕਸ਼ਨ, ਉਹ ਕਿੱਥੋਂ ਆ ਰਹੀ ਸੀ ਅਤੇ ਉਹਦੇ ਲਈ ਤੁਹਾਡੇ ਕੋਲ ਕੀ ਚੁਣੌਤੀਆਂ ਸਨ, ਅਤੇ ਤੁਸੀਂ ਉਹ ਸਾਰੀਆਂ ਚੀਜ਼ਾਂ ਜਿਹੜੇ ਬੰਦਿਆਂ ਨੇ ਸਾਂਭੀਆਂ ਸਨ ਉਹਨਾਂ ਮਤਲਬ ਕਿਸ ਪ੍ਰਭਾਵ ਨਾਲ ਜਾਂ ਕਿਸ ਉਮੀਦ ਨਾਲ ਜਾਂ ਸਾਂਭੀਆਂ ਸਨ ਉਹ? ਇਹ ਕਿਉਂਕਿ ਪੰਜਾਬ ਦੇ ਵਿੱਚ ਇਹ ਕਲੈਕਸ਼ਨ ਕਿਸੇ ਇੱਕ ਮਿਊਜ਼ੀਅਮ ਜਾਂ 2 ਜਾਂ 3 ਮਿਊਜ਼ੀਅਮ 'ਚ ਨਹੀਂ ਆ। ਸਾਰੀਆਂ ਮੇਰਾ ਮੈਟਰ ਮੋਸਟਲੀ ਕੁਛ ਮੈਂ ਪੇਂਟਿੰਗਸ ਲਈਆਂ ਆ ਪੰਜਾਬ ਚੰਡੀਗੜ੍ਹ ਮਿਊਜ਼ੀਅਮ ਤੋਂ, ਕੁਛ ਜਿਵੇਂ ਲਾਰਡ ਆਕਲੈਂਡ ਜਾਂ ਡਲਹਾਊਜ਼ੀ ਦੀ ਕੁਛ ਪੇਂਟਿੰਗਸ ਹੈ, ਪਰ ਮੋਸਟਲੀ ਮੇਰਾ ਮੈਟਰ ਪ੍ਰਾਈਵੇਟ ਕਲੈਕਸ਼ਨ ਤੋਂ ਹੈ। ਇਹ ਇੱਕ ਵਜ੍ਹਾ ਸੀ ਕਿ ਮੈਨੂੰ 5 ਸਾਲ ਲੱਗੇ ਰਿਸਰਚ ਕਰਨ ਲਈ, ਕਿਉਂਕਿ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਕਿਹਦੇ ਕੋਲ ਕੀ ਹੈ, ਔਰ ਇਹ ਵੀ ਨਹੀਂ ਸੀ ਪਤਾ ਕਿ ਵਾਟ ਐਮ ਆਈ ਗੋਇੰਗ ਟੂ ਲੁੱਕ ਫॉर, ਕਿਉਂਕਿ ਇਹ ਬਿਲਕੁਲ ਇਹ ਨਵਾਂ ਵਰਜਨ ਟੈਰੀਟਰੀ ਸੀ ਜਿਹਦੇ 'ਤੇ ਕਿਸੇ ਨੇ ਕੰਮ ਨਹੀਂ ਕੀਤਾ ਸੀਗਾ। ਸੋ ਮੈਨੂੰ ਆਪਣੇ ਜਾਣਨ ਲਈ ਵੀ ਮੈਨੂੰ ਬਹੁਤ ਜ਼ਿਆਦਾ ਚੀਜ਼ਾਂ ਦੇਖਣੀਆਂ ਪਈਆਂ, ਬਹੁਤ ਜ਼ਿਆਦਾ ਫੋਟੋਗ੍ਰਾਫਸ, ਬਹੁਤ ਜ਼ਿਆਦਾ ਲੋਕਾਂ ਕੋਲ ਜਾ ਕੇ ਮੈਨੂੰ ਪੁੱਛ ਕੇ ਉਹਨਾਂ ਦੀ ਕਲੈਕਸ਼ਨ ਦੇਖਣੀ ਪਈ, ਕਿਉਂਕਿ ਉਹਨਾਂ ਨੇ ਜਿਨ੍ਹਾਂ ਦੇ ਕੋਲ ਇਹ ਹੈ ਚੀਜ਼ਾਂ, देयर ओन फैमिली कलैक्शन कह लो, ਉਹਨਾਂ ਦਾ ਇਹ ਆਈਡੀਆ ਨਹੀਂ ਸੀ ਕਿ ਉਹ ਐਜ਼ ਹੈਰੀਟੇਜ ਉਹਨੂੰ ਸੇਵ ਕਰ ਰਹੇ ਆ। ਮੋਸਟ ਆਫ ਦੈਮ ਉਹਨਾਂ ਦੀ ਪਰਸਨਲ ਕਲੈਕਸ਼ਨ, ਪਰਸਨਲ ਮੈਮਰੀਜ਼, ਕੋਈ ਨਾਨੀ ਦਾਦੀ ਦਾ ਜਾਂ ਪੜਦਾਦੀ ਦਾ ਜਾਂ ਉਹਨਾਂ ਦੀਆਂ ਫੋਟੋਆਂ ਜਾਂ ਉਹਨਾਂ ਦੇ ਕੱਪੜੇ। ਸੋ ਉਹਨਾਂ ਦੇ ਵੱਲੋਂ ਸੈਂਟੀਮੈਂਟਲ ਵੈਲਿਊ ਸੀ ਮੋਰ ਦੈਨ ਐਨੀਥਿੰਗ ਐਲਸ। ਅਟਾਇਰ ਤਾਂ ਕੱਪੜੇ ਹੋ ਗਏ, ਕਾਸਟਿਊਮ, ਜਿਹਨੂੰ ਮੋਸਟ ਆਫ ਦ ਮੈਨੀ ਹਿਸਟੋਰਿਕ ਜਿਹੜੀਆਂ ਬੁੱਕਸ ਆ ਉਹਨੂੰ ਕਾਸਟਿਊਮ ਕਹਿੰਦੀਆਂ ਆ, ਪਰ ਮੈਂ ਵਰਡ ਅਟਾਇਰ ਕੀਤਾ ਕਿਉਂਕਿ ਇਹ ਪਹਿਨਾਵਾ ਕਹਿ ਲਓ, ਪਹਿਨਾਵਾ ਸ਼ਬਦ ਜਿਹੜਾ ਕਿ ਕੀ ਕੱਪੜੇ ਪਾਉਂਦੇ ਆ, ਕੀ ਪਹਿਨਦੇ ਆ, ਉਹ ਹੋਇਆ। ਤਾਂ ਟੈਕਸਟਾਈਲ ਹੋਇਆ ਕਿ ਜਿਹੜਾ ਕੀ ਮਟੀਰੀਅਲ ਹੈ, ਕਿਹੜਾ ਯੂਜ਼ ਕਰਦੇ ਆ, ਜਿਹੜੀਆਂ ਇਹ ਟੈਕਸਟਾਈਲ ਇੱਕ ਬਰੋਡ ਟਰਮ ਹੈ ਜਿਹਦੇ ਵਿੱਚ ਮਟੀਰੀਅਲ ਵੀ ਹੋਇਆ, ਐਕਚੁਅਲੀ ਉਹਦੇ ਵਿੱਚ ਕਾਸਟਿਊਮ ਵੀ ਆਉਂਦਾ ਹੈ, ਕਾਸਟਿਊਮ ਵੀ, ਮਟੀਰੀਅਲ ਵੀ, ਐਮਬਰਾਇਡਰੀਜ਼ ਵੀ, ਸਾਰਾ ਇਹ ਕਲੱਬ ਕਰਕੇ ਆਉਂਦਾ। ਪਰ ਕਿਉਂਕਿ ਮੇਰਾ ਜ਼ਿਆਦਾ ਫੋਕਸ ਡਰੈਸ 'ਤੇ ਸੀ, ਇਸ ਕਰਕੇ ਮੈਂ ਸਿਰਫ ਕਾਸਟਿਊਮ ਨਹੀਂ ਲਿਖਿਆ, ਮੈਂ ਅਟਾਇਰ ਐਂਡ ਟੈਕਸਟਾਈਲਸ ਯੂਜ਼ ਕੀਤਾ ਹੈ ਟੌਪਿਕ ਵਿੱਚ। ਅਟਾਇਰ ਤੇ ਕਾਸਟਿਊਮ 'ਚ ਕੀ ਬੁਨਿਆਦੀ ਫਰਕ ਹੈ? ਇਟਸ ਦ ਸੇਮ। ਇਹ ਫਰਕ ਡਿਫਰੈਂਟ ਵਰਡ ਹੈ। ਅੱਜ ਕੱਲ੍ਹ ਲੋਕ ਥਰੂ ਆਊਟ ਦਾ ਵਰਲਡ ਨਾ ਕਾਸਟਿਊਮ ਨੂੰ ਘੱਟ ਯੂਜ਼ ਕਰਦੇ ਹੈ, ਕਿਉਂਕਿ ਉਹ ਕਾਸਟਿਊਮ ਇੱਕ ਥੀਏਟ੍ਰਿਕਲ ਕਾਸਟਿਊਮ ਵੀ, ਔਰ ਇਟਸ ਦ ਸੇਮ, ਦੇयर ਇਜ਼ ਰੀਅਲੀ ਨੋ ਡਿਫਰੈਂਸ ਐਜ਼ ਸੱਚ। ਪੰਜਾਬ 'ਚੋਂ ਜਿਹੜਾ ਮਟੀਰੀਅਲ ਹੈ ਕਿਹੜਾ ਵਰਤਿਆ ਜਾਂਦਾ ਸੀ ਅਤੇ ਕਿੱਥੇ ਬਣਦਾ ਸੀ ਉਹ, ਅਤੇ ਉਹ ਪਹਿਲਾਂ ਕਿਵੇਂ ਸੀ, ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਉਹਦੇ ਅੰਦਰ ਕੀ ਬਦਲਾਅ ਆਏ? ਸੋ ਪਹਿਲਾਂ ਤਾਂ ਪੰਜਾਬ ਵਿੱਚ, ਜਾਂ ਮੈਨੂੰ ਲੱਗਦਾ ਹੈ ਹਰ ਇੱਕ ਥਰੂ ਆਊਟ ਇੰਡੀਆ, ਪਰ ਜ਼ਿਆਦਾ ਮੈਂ ਇੰਡੀਆ ਦੀ ਸਟੱਡੀ ਨਹੀਂ ਕੀਤੀ, ਪਰ ਪੰਜਾਬ ਬਾਰੇ ਮੈਂ ਕਹਿ ਸਕਦੀ ਹਾਂ।
ਪਹਿਲਾਂ ਤਾਂ ਪੰਜਾਬ ਦੇ ਵਿੱਚ ਕੱਪੜਾ ਇਹਨੇ ਬ੍ਰਿਟਿਸ਼ਰਸ ਆਉਣ ਤੋਂ ਪਹਿਲਾਂ ਇਹ ਹੈਂਡ ਸਪਨ ਔਰ ਹੈਂਡ ਵੋਵਨ ਹੁੰਦਾ ਸੀਗਾ, ਜਿਹਦੇ ਵਿੱਚ ਹਰ ਇੱਕ ਬੰਦਾ ਆਪਣੇ ਲਈ ਆਪ ਕੱਪੜਾ ਬਣਾਉਂਦਾ ਸੀਗਾ, ਆਪ ਸਪਿਨਿੰਗ ਕਰਦਾ ਸੀ, ਆਪ ਵੀਵਿੰਗ ਕਰਦਾ ਸੀ। ਆਪ ਮਤਲਬ ਕਈ ਵਾਰੀ ਵਿਲੇजेस ਵਿੱਚ ਇੱਕ ਸੈਟਅਪ ਹੁੰਦੀ ਸੀ ਜਿਹਦੇ ਵਿੱਚ ਮੋਸਟ ਆਫ ਦਾ ਪੰਜਾਬ ਇਜ਼ ਉਹ ਕਾਟਨ ਗਰੋ ਕਰਦਾ ਹੈ, ਕਾਟਨ ਗਰੋਇੰਗ ਹੈਗਾ ਆ। ਔਰ ਕਾਟਨ ਗਰੋਇੰਗ ਵਿੱਚ ਇਹ ਵੀ ਆ ਕਿ ਉਹ ਕੱਪੜਾ ਆਪ ਕੁਬਾ ਚੁੱਕ ਕੇ ਲੇਡੀਜ਼ ਉਹਨਾਂ ਨੂੰ ਸੈਪਰੇਟ ਕਰਕੇ ਔਰ ਉਹਦੀਆਂ ਪੂਣੀਆਂ ਬਣਾ ਕੇ ਉਹ ਚਰਖੇ 'ਤੇ ਕੱਤਦੀਆਂ ਸੀ। ਜਦੋਂ ਉਹ ਯਾਨ ਮਤਲਬ ਧਾਗਾ ਬਣ ਜਾਂਦਾ ਸੀ, ਫਿਰ ਕਈ ਵਾਰੀ ਉਹ ਜੁਲਾਹੇ ਨੂੰ, ਜਿਹੜਾ ਐਵਰੀ ਵਿਲੇਜ ਜਾਂ ਐਵਰੀ ਸੈਕਿੰਡ ਵਿਲੇਜ ਪਹਿਲਾਂ ਜੁਲਾਹਾ ਹੁੰਦਾ ਸੀਗਾ ਵੀਵ ਕਰਨ ਲਈ, ਤਾਂ ਕੁਛ ਲੋਕ ਆਪ ਵੀ ਵੀਵ ਕਰ ਲੈਂਦੇ ਸੀਗੇ, ਪਰ ਜਨਰਲੀ ਜੁਲਾਹਾ ਵੀਵ ਕਰਦਾ ਸੀ। ਪਰ ਫਿਰ ਉਸ ਤੋਂ ਬਾਅਦ ਕੱਟ ਕੇ ਉਹ ਆਪਣੇ ਕੱਪੜੇ ਬਣਾਉਂਦੇ ਸੀਗੇ। ਪਰ ਇੱਕ ਗੱਲ ਇਹ ਹੈ ਕਿ ਫਿਊ ਥਿੰਗਸ ਟੂ ਮੈਂਸ਼ਨ ਕਿ ਜਿਹੜੇ ਰਾਈਟਰਸ ਹੈ ਇਨ 1870 ਇੱਕ ਬੇਦਨ ਪਾਵਲ ਬੜਾ ਮਸ਼ਹੂਰ ਉਹਨੇ ਕਿਤਾਬ ਲਿਖੀ ਹੈ ਔਨ ਮੈਨੂਫੈਕਚਰ ਆਫ ਪੰਜਾਬ, ਜਿਹਦੇ ਵਿੱਚ ਉਹਨੇ ਇਹ ਲਿਖਿਆ ਕਿ ਪੰਜਾਬ ਵਿੱਚ ਪ੍ਰੈਫਰੈਂਸ ਇਹ ਸੀਗੀ, ਵੂਲਨ ਕੱਪੜਾ ਨਹੀਂ ਸੀ ਪਾਉਂਦੇ। ਉਹਨਾਂ ਦਾ ਇਹ ਸੀਗਾ ਲੇਅਰਸ ਆਫ ਕਾਟਨ ਪਾਉਂਦੇ ਸੀਗੇ ਕਿ ਜਿਵੇਂ ਹੁਣ ਆਪਾਂ ਦੇਖਾਂਗੇ, ਜੇ ਆਪਾਂ ਪੁਰਾਣੇ ਵੀ ਨਾਨੀ ਦਾਦੀ ਜਾਂ ਦਾਦਾ ਦਾਦੀ ਉਹ ਮਤਲਬ ਇੱਕ ਉਹਨਾਂ ਦਾ ਥਿਕ ਕੱਪੜਾ ਹੁੰਦਾ ਸੀ, ਨੀਚੇ ਵੈਸਟ ਹੁੰਦੀ ਸੀ, ਉੱਪਰ ਕਾਟਨ ਦੀ ਵਾਸਕਟ ਹੁੰਦੀ ਸੀ, ਉੱਤੇ ਖੇਸੀ ਹੁੰਦੇ ਸੀ, ਚਾਦਰ ਸੀ। ਸੋ ਲੇਅਰਸ ਪਾਉਂਦੇ ਸੀ ਜਿਹਦੇ ਨਾਲ ਉਹ ਨਿੱਘੇ ਰਹਿੰਦੇ ਸੀਗੇ। ਪਰ ਬ੍ਰਿਟਿਸ਼ਰਸ ਆਉਣ ਨਾਲ ਇੱਕ ਤਾਂ ਵੂਲ ਇੰਟਰੋਡਿਊਸ ਹੋਈ, ਨਿਟਿੰਗ ਇੰਟਰੋਡਿਊਸ ਹੋਈ ਔਰ ਕੁਛ ਹੱਦ ਤਾਈਂ ਵਾਰਮ ਕੱਪੜਾ ਬਾਹਰੋਂ ਆਇਆ ਨਾ। ਇਹ ਦੋ ਤਿੰਨ ਚੀਜ਼ਾਂ ਹੈਗੀਆਂ ਇਹਦੇ ਵਿੱਚ। ਇੱਕ ਤਾਂ ਬ੍ਰਿਟਿਸ਼ਰਸ ਕਿਉਂ ਲਿਆਏ ਕੱਪੜਾ ਬਾਹਰੋਂ, ਇੱਕ ਗੱਲ ਇਹ ਵੀ ਹੈ। ਉਹਦੇ ਵਿੱਚ ਇੱਕ ਰਾਈਟਰ ਹੈਗੇ ਜੇ ਫੋਰਬਸ ਵਾਟਸਨ, ਜਿਹੜੇ ਇਨ 1866 ਉਹਨਾਂ ਨੇ ਇੱਕ ਸਟੱਡੀ ਕੀਤੀ ਸੀਗੀ, ਕਿਉਂਕਿ ਬ੍ਰਿਟੇਨ ਵਾਂਟਡ ਕਿ ਕਿਉਂਕਿ ਉਸ ਟਾਈਮ ਤਾਈਂ 19th ਸੈਂਚੁਰੀ ਤਾਈਂ ਇੰਡਸਟਰੀਅਲ ਰੈਵੋਲਿਊਸ਼ਨ ਹੋ ਗਈ ਸੀ ਯੂਰਪ ਵਿੱਚ ਐਂਡ ਇੰਗਲੈਂਡ ਵਿੱਚ। ਉਹ ਚਾਹੁੰਦੇ ਸੀਗੇ ਕਿ ਕਿਉਂਕਿ ਕੱਪੜਾ ਇੰਨਾ ਜ਼ਿਆਦਾ ਬਣਦਾ ਸੀਗਾ ਔਰ ਉਹ ਚਾਹੁੰਦੇ ਸੀ ਇਨਕਰੀਜ਼ ਕਰਨ ਤਾਂ ਕਿ ਉਹਨਾਂ ਦੀਆਂ ਮਿਲਸ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਲੈਣ। ਉਹ ਚਾਹੁੰਦੇ ਸੀ, ਦੇ ਵਰ ਲੁਕਿੰਗ ਐਟ ਇੰਡੀਆ ਐਜ਼ ਅ ਕਸਟਮਰ, ਕਿਉਂਕਿ ਉਹ ਚਾਹੁੰਦੇ ਸੀ ਕਿ ਇੰਡੀਆ ਵਿੱਚ ਲੋਕ ਪਹਿਨਣ ਕੱਪੜਾ। ਤਾਂ ਉਹਨਾਂ ਨੇ ਇੱਕ ਸਟੱਡੀ ਕੀਤੀ ਜਿਹਦੇ ਵਿੱਚ ਵਾਟਸਨ ਨੇ ਇਹ ਸਟੱਡੀ ਵਾਜ਼ ਨਾਟ ਸਪੈਸੀਫਿਕ ਟੂ ਪੰਜਾਬ ਪਰ ਆਲ ਓਵਰ ਇੰਡੀਆ, ਜਿਹਦੇ ਵਿੱਚ ਉਹਨੇ ਫਰਕ ਸੈਂਪਲ ਮਤਲਬ 1200 ਸੈਂਪਲਸ ਉਹਨੇ ਕਲੈਕਟ ਕੀਤੇ ਆਲ ਓਵਰ ਇੰਡੀਆ। ਔਰ ਉਹਦੇ ਪਿੱਛੇ ਇਹ ਥਾਟ ਸੀਗਾ ਕਿ ਜੇ ਤੁਸੀਂ ਐਜ਼ ਕਸਟਮਰ ਚਾਹੁੰਦੇ ਆ ਇੰਡੀਆ ਨੂੰ, ਤਾਂ ਉਹ ਚੀਜ਼ ਮੈਨੂਫੈਕਚਰ ਕਰੋ ਜਿਹੜੀ ਉਹ ਪਾਉਂਦੇ ਆ। ਸੋ ਉਸ ਲਿਹਾਜ਼ ਨਾਲ ਵੀ ਉਹਨਾਂ ਨੇ ਇਹ ਸੈਂਪਲਸ ਲਏ ਔਰ ਵੋਲੀਊਮਸ ਬਣਾਈਆਂ। ਉਹ ਮਤਲਬ ਕੁਛ ਵੋਲੀਊਮਸ ਉਹਨਾਂ ਨੇ ਇੰਗਲੈਂਡ ਭੇਜਿਆ ਔਰ ਕੁਛ ਇੱਥੇ ਭੇਜੀਆਂ ਫॉर ਰੈਫਰੈਂਸ। ਸੋ ਕਮਿੰਗ ਬੈਕ ਟੂ ਜਿਹੜਾ ਬ੍ਰਿਟਿਸ਼ ਕੱਪੜਾ ਇੱਥੇ ਆਉਂਦਾ ਸੀਗਾ, ਤਾਂ ਬ੍ਰਿਟਿਸ਼ਰਸ ਨੇ ਜਿਹੜੇ ਕੱਪੜੇ ਮਤਲਬ ਇੰਡੀਅਨ ਜਿਹੜੀਆਂ ਕਾਟਨ ਸੀ ਉਹ ਤੋਂ ਹਟ ਕੇ ਕੱਪੜਾ ਆਉਣ ਲੱਗ ਗਿਆ। ਜਿਵੇਂ ਨਾਟ ਓਨਲੀ ਫਰੋਮ ਇੰਗਲੈਂਡ ਪਰ ਉਹਦੇ ਵਿੱਚ ਜਾਪਾਨ, ਰਸ਼ੀਆ ਉੱਥੋਂ ਵੀ ਆਉਂਦਾ ਸੀ। ਇੱਕ ਤਾਂ ਵੈਲਵੇਟ ਸੀ। ਇਹ ਵੈਲਵੇਟ ਫਿਰ ਬਹੁਤ ਤੁਸੀਂ ਸਮਝੋਗੇ ਬਹੁਤ ਫੈਂਸੀ ਨਾਮ ਆਮ ਟਰਮੀਨੋਲੋਜੀ ਵਿੱਚ
ਕੋਈ ਨਾਨੀ ਦਾਦੀ, ਉਹਨਾਂ ਨੂੰ ਸਭ ਇਹ ਵਰਡਸ ਯਾਦ ਹੋਣਗੇ, ਜਿਵੇਂ ਲੇਡੀ ਮਿੰਟਨ, ਸ਼ੰਘਾਈ, ਦੋ ਘੋੜੇ ਦੀ ਬੋਸਕੀ, ਆਪ ਕਾ ਨਸ਼ਾ, ਦਿਲ ਕੀ ਪਿਆਸ, ਇਹ ਸਾਰੇ ਲੋਕਾਂ ਨੇ, ਪੈਰਾਸ਼ੂਟ ਕਲੌਥ, ਇਹ ਕੱਪੜਿਆਂ ਦੇ ਨਾਂ ਸੀ ਜਿਹੜੇ ਐਜ਼ ਅ ਰੈਫਰੈਂਸ ਟੂ ਕਿ ਕਿਸ ਟਾਈਪ ਦੇ ਕੱਪੜੇ ਸੀ। ਸੋ ਉਹ ਸਿਲਕੀ, ਮਤਲਬ ਕਹਿ ਲਓ ਸਿਲਕ ਟਾਈਪ ਆਫ, ਉਹਦੇ ਵਿੱਚ ਵੈਸਟਰਨ ਜਿਹੜੇ ਕੱਪੜੇ ਸੀ ਉਹ ਆਉਂਦੇ ਸੀਗੇ। ਸੋ ਹੌਲੀ ਹੌਲੀ ਚੇਂਜਸ ਦੇ ਨਾਲ ਲੋਕਾਂ ਦਾ ਟੇਸਟ ਬਦਲਿਆ ਗਿਆ ਔਰ ਉਹ ਲੋਕ ਉਹ ਕੱਪੜੇ ਪਾਉਣਾ ਸ਼ੁਰੂ ਹੋ ਗਏ। ਪਰ ਹੌਲੀ ਹੌਲੀ ਇਹ ਵੀ ਆ ਕਿ ਜਿਹੜਾ ਤੁਸੀਂ ਪੁੱਛਿਆ ਕਿ ਇੰਡੀਅਨ ਮੈਨੂਫੈਕਚਰ, ਉਹ ਇੱਥੇ ਵੀ ਉਸ ਤਰ੍ਹਾਂ ਦੇ ਕੁਝ ਕੱਪੜੇ ਬਣਨ ਲੱਗ ਗਏ। ਜਿਵੇਂ ਲੁਧਿਆਣਾ ਹੈ, ਲੁਧਿਆਣਾ ਬਹੁਤ ਫੇਮਸ ਰਿਹਾ ਆ, ਉੱਥੇ ਚੈੱਕ ਕੱਪੜੇ ਬਹੁਤ ਬਣਦੇ ਸੀ ਐਂਡ ਇਟ ਕੇਮ ਟੂ ਬੀ ਨੋਨ ਐਜ਼ ਲੁਧਿਆਣਾ ਕਲੌਥ। ਫਿਰ ਅੰਮ੍ਰਿਤਸਰ ਵੀ ਸੀਗੇ, ਔਰ ਹੋਜ਼ਰੀ ਜਿਹੜੀ ਹੈ ਇਹ ਬਾਅਦ ਵਿੱਚ, ਹੋਜ਼ਰੀ ਮਟੀਰੀਅਲ ਵੀ ਇਨ अर्ਲੀ 20th century ਲੁਧਿਆਣਾ ਆਇਆ। ਲੁਧਿਆਣਾ ਬਿਕੇਮ ਅ ਬਿਗ ਸੈਂਟਰ। ਅੰਮ੍ਰਿਤਸਰ ਬਹੁਤ ਵੱਡਾ ਟ੍ਰੇਡਿੰਗ ਸੈਂਟਰ ਸੀ ਜਿਹਦੇ 'ਤੇ ਕੱਪੜੇ ਆਉਂਦੇ ਸੀਗੇ। ਬਲਕਿ ਇੱਕ ਗੱਲ ਹੋਰ ਹੈ ਮੈਂ ਡਿਸਕਵਰ ਕੀਤੀ ਕਿ ਜਾਪਾਨ ਵਿੱਚ ਅੰਮ੍ਰਿਤਸਰ ਟ੍ਰੇਡਰਸ ਦਾ ਜਾਪਾਨ ਦੇ ਵਿੱਚ ਵੀ ਉਹ ਸੀਗੀਆਂ ਸ਼ਾਪਸ ਕਹਿ ਲਓ ਜਾਂ ਆਫਿਸਿਸ, ਜਿਹਦੇ 'ਚ ਉਹਨਾਂ ਨੂੰ ਡਾਇਰੈਕਟ ਕਰਦੇ ਸੀ ਕਿਸ ਤਰ੍ਹਾਂ ਦੇ ਕੱਪੜੇ ਇੱਥੇ ਚਾਹੀਦੇ ਆ ਔਰ ਕਿਸ ਤਰ੍ਹਾਂ ਦੇ ਕੱਪੜੇ ਇੱਥੇ ਭੇਜਣ। ਸੋ ਹੌਲੀ ਹੌਲੀ ਲੋਕਾਂ ਦਾ ਟੇਸਟ ਬਦਲਦਾ ਗਿਆ। ਜਿਹੜੇ ਨੀਲ ਕੌਲਟ ਦੀ ਕਿਤਾਬ ਹੈ ਦੀ ਬੁੱਚਰ ਆਫ ਅੰਮ੍ਰਿਤਸਰ, ਜਨਰਲ ਡਾਇਰ ਬਾਰੇ, ਉਹਦੇ ਅੰਦਰ ਉਹ ਇਹ ਵੀ ਜ਼ਿਕਰ ਕਰਦਾ ਹੈ ਕਿ ਜਦੋਂ ਜਲਿਆਂਵਾਲਾ ਬਾਗ ਸਾਕਾ ਵਾਪਰਿਆ, ਉਸ ਵਕਤ ਪੰਜਾਬ ਦੀ ਜਿਹੜੀ ਇਕੋਨਮੀ ਸੀ ਉਹ ਪੂਰੀ ਲੱਕ ਤੋੜਿਆ ਹੋਇਆ ਸੀ ਉਸਨੇ। ਅਤੇ ਜਿਹੜਾ ਅੰਮ੍ਰਿਤਸਰ ਸੀ ਉੱਥੇ ਵੱਡਾ ਟਰੇਡ ਰੂਟ ਸੀ, ਸਿਲਕ, ਰੇਸ਼ਮ, ਅਤੇ ਜਿਹੜਾ ਕਸ਼ਮੀਰੀ ਪਸ਼ਮੀਨਾ, ਕਸ਼ਮੀਰੀ ਵਪਾਰੀਆਂ ਦਾ ਕਾਰੋਬਾਰ, ਜਾਪਾਨੀਆਂ ਦਾ ਕਾਰੋਬਾਰ, ਮਤਲਬ ਇਹ ਉਸ ਵਕਤ ਇੱਕ ਉੱਥੋਂ ਦਾ ਵੱਡਾ ਟਰੇਡ ਸੀ ਜਿਹੜਾ ਉਸ ਵਕਤ ਇਹ ਵੀ ਸੰਕਟ 'ਚ ਸੀ। ਹਾਂਜੀ, ਇਹ ਸੀਗਾ ਬਹੁਤ ਵੱਡਾ ਟ੍ਰੇਡਿੰਗ ਸੈਂਟਰ ਸੀਗਾ। ਔਰ ਪੀਸ ਗੁੱਡਸ, ਜਿਵੇਂ ਥਾਨ ਕੱਟ ਕੇ ਨਾ, ਜਿਵੇਂ ਸੂਟ ਲੈਂਥ ਅੱਜ ਕੱਲ੍ਹ ਕਹਿ ਦਿੰਦੇ ਨਾ, ਉਹ ਪੀਸ ਗੁੱਡਸ ਕਹਿੰਦੇ ਸੀਗੇ ਕਿ ਜਿਹੜੇ ਬਾਹਰ ਵੀ ਜਾਂਦੇ ਸੀ ਔਰ ਬਾਹਰੋਂ ਵੀ ਇੱਥੇ ਆਉਂਦੇ ਸੀਗੇ। ਥੋੜ੍ਹਾ ਹੋਰ ਵਿਸਤਾਰ ਵਿੱਚ ਦੱਸੋ ਕਿ ਇਹਨਾਂ ਕੱਪੜਿਆਂ ਦੇ ਬੁਨਿਆਦੀ ਫ਼ਰਕ ਕੀ ਹੁੰਦੇ ਸਨ ਉਸ ਟਾਈਮ? ਜਿਹੜਾ ਵੈਲਵੈਟ ਹੈਗਾ ਆ, ਜਿਹਨੂੰ ਆਪਾਂ ਪੰਜਾਬੀ ਵਿੱਚ ਸ਼ਨੀਲ ਜਾਂ ਮਖਮਲ ਇਹ ਵੀ ਕਹਿ ਲੈਂਦੇ ਹਾਂ, ਇਹ ਪਹਿਲਾਂ ਬਹੁਤ ਐਕਸਪੈਂਸਿਵ ਕੱਪੜਾ ਮੰਨਿਆ ਜਾਂਦਾ ਹੈ ਔਰ ਹਮੇਸ਼ਾ ਐਸੋਸੀਏਟ ਹੋਇਆ ਹੈ ਰਾਇਲਟੀ ਨਾਲ। ਜਿਵੇਂ ਮੁਗਲ ਪੀਰੀਅਡ ਜਾਂ ਉਹਦੇ ਵਿੱਚ ਇਹ ਬਾਹਰੋਂ ਵੀ ਆਉਂਦਾ ਸੀ ਔਰ ਬਹੁਤ ਛੋਟੀ ਤਾਇਦਾਦ ਦੇ ਛੋਟੇ ਪੈਮਾਨੇ ਵਿੱਚ ਇੰਡੀਆ ਵਿੱਚ ਵੀ ਇੱਕ ਦੋ ਰੈਫਰੈਂਸਿਸ ਹੈ ਕਿ ਇਹ ਬਣਦਾ ਸੀਗਾ। ਸੋ ਇਹ ਬੇਸਿਕਲੀ ਪਾਈਲ ਕਾਰਪੇਟ ਹੈ, ਪਾਈਲ ਕਲੌਥ ਹੈ ਕਿ ਉੱਪਰ ਇਹਦੇ ਵਿੱਚ ਥੋੜ੍ਹਾ ਜਿਵੇਂ ਕਾਰਪੇਟ ਹੁੰਦਾ ਨਾ, ਉਭਰਿਆ ਆ ਉੱਪਰਲਾ ਹਿੱਸਾ ਹੁੰਦਾ ਆ। ਤਾਂ ਪਰ ਇਹ ਜਿਵੇਂ ਮੈਂ ਇੰਡਸਟਰੀਅਲ ਰੈਵੋਲਿਊਸ਼ਨ ਦੀ ਗੱਲ ਕੀਤੀ, ਇਨ 19th century ਵਿੱਚ ਜਦੋਂ ਇੰਡਸਟਰੀਅਲ ਰੈਵੋਲਿਊਸ਼ਨ ਦੇ ਅੰਦਰ ਬਹੁਤ ਨਵੇਂ ਕੱਪੜੇ ਉਹਨਾਂ ਨੇ ਡਿਵੈਲਪ ਕੀਤੇ। ਉਹਨਾਂ ਨੇ ਇੱਕ ਮੈਥਡ ਵੈਲਵੈਟ ਨੂੰ ਬਣਾਉਣ ਦਾ ਵੀ ਡਿਵੈਲਪ ਕੀਤਾ, ਜੋ ਕਿ ਬਹੁਤ ਆਮ ਲੋਕਾਂ 'ਚ ਬਹੁਤ ਅਫੋਰਡੇਬਲ ਹੋ ਗਿਆ ਔਰ ਆਮ ਲੋਕ ਇਹਨੂੰ ਪਹਿਨਣ ਲੱਗੇ। ਉਸ ਲਿਹਾਜ਼ ਨਾਲ ਇਹ ਇੰਡੀਆ ਵੀ ਬਹੁਤ ਆਇਆ। ਮੈਨੂੰ ਯਾਦ ਹੈ ਕਿ ਮੇਰੀ ਫੈਮਿਲੀ ਵਿੱਚ ਵੀ ਮੇਰੇ ਆਂਟਸ ਔਰ ਮੇਰੀ ਮਦਰ, ਉਹਨਾਂ ਕੋਲ ਇਹ ਸ਼ਰਟਸ, ਜਨਰਲੀ ਸ਼ਰਟਸ ਹੀ ਬਣਾਉਂਦੇ ਸੀ, ਵੈਲਵੈਟ ਦੀਆਂ ਸਲਵਾਰ ਥੋੜ੍ਹੀ ਜਿਹੀ, ਕਈ ਸਲਵਾਰ ਵੀ ਬਣਾ ਲੈਂਦੇ ਸੀ। ਬੋਸਕੀ ਸਿਲਕ ਸੀ, ਪਰ ਇਹ ਜਿਵੇਂ ਦੋ ਘੋੜੇ ਦੀ ਬੋਸਕੀ ਹੈ,
ਇਹ ਚਾਈਨਾ ਤੋਂ ਜਨਰਲੀ ਚਾਈਨਾ ਵਿੱਚ ਵੀ ਆਉਂਦੀ ਹੈ। ਉਹ ਮੈਂ ਦੇਖਿਆ ਜਿਹੜੀ ਇੱਕ ਸਾਈਟ ਹੈ ਨਾ ਅਲੀ ਬਾਬਾ, ਉਹਦੇ ਵਿੱਚ ਹਾਲੇ ਵੀ ਕੁਝ ਸਾਲ ਪਹਿਲਾਂ ਜਦੋਂ ਮੈਂ ਰਿਸਰਚ ਕਰ ਰਹੀ ਸੀ, ਉਦੋਂ ਵੀ 2 ਘੋੜਿਆਂ ਵਾਲੀ ਉਹ ਬੋਸਕੀ ਤਾਂ ਨਹੀਂ, ਸਿਲਕ ਕਹਿ ਲਓ, ਉਹ ਸੇਮ ਸਿੰਬਲ ਸੀਗਾ ਉਹਨਾਂ ਦਾ, ਕੀ ਟ੍ਰੇਡਮਾਰਕ ਕਹਿ ਲਓ। 2 ਘੋੜੇ ਹੁੰਦੇ ਸੀਗੇ, ਉਹ ਦੈਟ ਵਾਜ਼ ਉਹ ਨਾ ਪ੍ਰਿੰਟਡ ਹੁੰਦਾ ਸੀਗਾ ਕੱਪੜਿਆਂ ਉੱਤੇ। ਸੋ ਉਹਦਾ ਨਾਮ 2 ਘੋੜੇ ਦੀ ਬੋਸਕੀ, ਜਨਰਲੀ ਕ੍ਰੀਮਿਸ਼ ਸਿਲਕ ਕਹਿ ਲਓ। ਅਤੇ ਹੋਰ ਜਿਵੇਂ ਜਿਹੜੇ ਸ਼ੰਘਾਈ ਜਿਹੜੀ ਚਾਈਨਾ ਤੋਂ ਆਉਂਦੀ ਸੀਗੀ ਫਰੋਮ, ਉਹਨਾਂ ਦੇ ਇਸ ਤਰ੍ਹਾਂ ਨਾਮ ਪੈ ਗਏ। ਲੇਡੀ ਮਿੰਟਨ ਜਿਹੜੇ ਮਿੰਟੋ ਸੀਗੇ, ਉਹਨਾਂ ਦੀ ਲਾਰਡ ਮਿੰਟੋ, ਉਹਨਾਂ 'ਤੇ ਨਾਮ ਪੈ ਗਏ। ਔਰ ਇੱਕ ਬਹੁਤ ਇੰਟਰਸਟਿੰਗ ਹੈ ਪੈਰਾਸ਼ੂਟ ਕਲੌਥ, ਜਿਹੜੇ ਤੁਸੀਂ ਸ਼ਾਇਦ ਸੁਣਿਆ ਹੋਏਗਾ ਕਿ ਇਹ ਸਾਡੇ, ਮੈਨੂੰ ਬਿਲਕੁਲ ਯਾਦ ਹੈ ਕਿ ਮੇਰੇ ਮਦਰ, ਮੇਰੇ ਹੋਰ ਆਂਟਸ ਇਹ ਪੈਰਾਸ਼ੂਟ ਦਾ ਕੱਪੜਾ ਪਾਉਂਦੇ ਹੁੰਦੇ ਸੀਗੇ। ਜਿਹੜਾ ਪੈਰਾਸ਼ੂਟ ਕਲੌਥ ਹੈ ਆਫਟਰ ਵਰਲਡ ਵਾਰ 2 ਜਦੋਂ ਵਾਰ ਖ਼ਤਮ ਹੋ ਗਈ ਤਾਂ ਪੈਰਾਸ਼ੂਟ ਸਰਪਲਸ ਪੈਰਾਸ਼ੂਟ ਦਾ ਕੱਪੜਾ ਵਾਜ਼ ਨਾਟ ਨੀਡਡ। ਸੋ ਉਹਨਾਂ ਨੇ ਇਸ ਤਰ੍ਹਾਂ ਡਾਇਵਰਟ ਕਰਤਾ, ਇਹ ਬਾਜ਼ਾਰ ਵਿੱਚ ਮਿਲਦਾ ਸੀ। ਐਂਡ ਜਿਹਨਾਂ ਤੋਂ ਮੈਂ ਇੰਟਰਵਿਊ ਕੀਤਾ ਉਹਨਾਂ ਨੇ ਕਿਹਾ ਕਿ ਛਤਰੀਆਂ ਮਿਲਦੀਆਂ ਸੀਗੀਆਂ। ਸੋ ਓਬਵੀਅਸਲੀ ਉਹ ਜਿਵੇਂ ਪੈਰਾਸ਼ੂਟ ਦਾ ਜਿਵੇਂ ਉਹਦਾ ਸਟਰਕਚਰ ਹੈ ਇਨ ਅ ਟ੍ਰਾਇੰਗੂਲਰ ਫਾਰਮ, ਉਸ ਤਰ੍ਹਾਂ ਮਿਲਦਾ ਸੀਗਾ। ਔਰ ਜਨਰਲੀ ਐਂਡ ਇਹ ਨਾ 2 ਓਪੀਨੀਅਨ ਸੀਗੀ ਲੋਕਾਂ ਦੀ ਕਿ ਇੱਕ ਤਾਂ ਡਾਇਬਲ ਹੈ, ਕੋਈ ਕਹਿੰਦੇ ਸੀ ਇਹ ਰੰਗਿਆ ਨਹੀਂ ਜਾ ਸਕਦਾ। ਸੋ ਮੈਂ ਜ਼ਰਾ ਡੀਪਰ ਇਹਦੇ ਵਿੱਚ ਰਿਸਰਚ ਕਰਕੇ ਇਸ ਕਨਕਲੂਜਨ 'ਤੇ ਪਹੁੰਚੀ ਹਾਂ। ਤਾਂ ਜਿਹੜਾ ਤਾਂ ਪਹਿਲਾਂ ਪੈਰਾਸ਼ੂਟ ਸੀਗਾ ਉਹ ਸਿਲਕ ਦਾ ਬਣਿਆ ਹੁੰਦਾ ਸੀਗਾ, ਔਰ ਉਹਦੀ ਇੰਪੋਰਟੈਂਸ ਬਹੁਤ ਰਹੀ ਆ ਅਮੰਗ ਯੂਰਪੀਅਨ, ਜਿਵੇਂ ਇਨ ਯੂਰਪ, ਪੈਰਿਸ ਔਰ ਇੰਗਲੈਂਡ, ਕਿ ਜਦੋਂ ਪੈਰਾਸ਼ੂਟ ਨੀਚੇ ਗਿਰਦਾ ਸੀਗਾ ਤਾਂ ਲੇਡੀਜ਼ ਨਾ ਉਹ ਐਕਚੁਅਲੀ ਉਹਨਾਂ ਨੂੰ ਰੱਖਣਾ ਅਲਾਉਡ ਨਹੀਂ ਸੀ। ਉਹ ਫਟਾਫਟ ਚੋਰੀ ਛੁਪ ਕੇ ਜਾ ਕੇ ਉਹਨੂੰ ਲੈ ਕੇ ਛੁਪਾ ਲੈਂਦੇ ਸੀਗੇ। ਉਹ ਤਾਂ ਕਿਉਂਕਿ ਉਹਨਾਂ ਦੀਆਂ ਐਟ ਵਨ ਟਾਈਮ ਵੈਡਿੰਗ ਡਰੈਸਿਸ ਉਹਨਾਂ ਕਿਉਂਕਿ ਵਰਲਡ ਵਾਰ 2 ਦੇ ਵਿੱਚ ਕੱਪੜਾ ਬਹੁਤ ਲਿਮਿਟਿਡ ਸੀਗਾ, ਔਰ ਉਹਨਾਂ ਨੂੰ ਕੱਪੜਾ ਇੰਨਾ ਅਵੇਲੇਬਲ ਨਹੀਂ ਸੀ, ਰੈਸ਼ਨਡ ਵੀ ਸੀਗਾ ਉਹਨਾਂ ਦਾ ਕੱਪੜਾ। ਤਾਂ ਉਹਦੀਆਂ ਵੈਡਿੰਗ ਡਰੈਸ ਬਣਾਉਂਦੇ ਸੀਗੇ। ਸੋ ਇਹ ਸਿਲਕ ਦਾ ਫੈਬਰਿਕ ਸੀਗਾ ਪਲੱਸ। ਪਰ ਜਦੋਂ ਅਮਰੀਕਾ ਕੇਮ ਇਨਟੂ ਦ ਵਾਰ, ਉਹਨਾਂ ਦਾ ਵਾਜ਼ ਨਾਇਲੋਨ ਜਾਂ ਪੋਲੀਐਸਟਰ, ਜਿਹੜਾ ਡਾਈ ਨਹੀਂ ਸੀ ਹੁੰਦਾ। ਸੋ ਇਹ 2 ਫੈਕਟਸ ਮੈਨੂੰ ਬੜੇ ਇੰਟਰਸਟਿੰਗ ਲੱਗੇ। ਇਹ ਦੱਸੋ, ਜਿਵੇਂ ਮੰਨ ਲਓ ਕਿ ਇਹ ਮੰਨਿਆ ਜਾਂਦਾ ਕਿ ਕੋਈ ਵੀ ਦੇਸ਼, ਹਰ ਦੇਸ਼ ਦਾ ਇੱਕ ਆਪਣਾ ਟੈਕਸਚਰ ਹੁੰਦਾ ਆ ਕੱਪੜੇ ਦੀ ਸ਼ਕਲ 'ਚ, ਹੈ ਨਾ। ਕਿਸੇ ਵੀ ਚੀਜ਼ ਦਾ ਰੰਗ ਢੰਗ ਕੀ ਹੁੰਦਾ ਆ, ਉਹ ਹੁੰਦਾ ਆ ਵੀ ਉਹਦਾ ਜ਼ੁਬਾਨ ਦਾ ਲਹਿਜਾ, ਫਿਰ ਉਹਦਾ ਕੱਪੜਾ, ਉਹਦਾ ਕੀ ਪਹਿਰਾਵਾ ਆ, ਤੀਸਰਾ ਉਹਦਾ ਕੀ ਖਾਣ ਪਾਣ ਆ। ਮਤਲਬ 3 ਚੀਜ਼ਾਂ ਦੇ ਨਾਲ ਇੱਕ ਖਾਸ ਸ਼ਕਲ ਮਿਲਦੀ ਹੈ ਵੀ ਇਹ ਸਿਵਲਾਈਜੇਸ਼ਨ ਦੇ ਖਾਸ ਇਸ ਖਿੱਤੇ ਦਾ ਬੰਦਾ ਆ। ਜਿਵੇਂ ਮੰਨ ਲਓ ਪਾਰਟੀਸ਼ਨ ਹੋਈ ਅਤੇ ਜਿਹੜੇ ਬੰਦੇ ਇੱਧਰ ਆਏ ਉਹਨਾਂ ਦਾ ਅਤੇ ਇਸ ਪਾਸੇ ਦੇ ਬੰਦਿਆਂ ਦਾ ਵੀ ਬੜਾ ਫਰਕ ਦਿਖਦਾ ਆਪਾਂ ਨੂੰ, ਹੈ ਨਾ। ਕਿਉਂਕਿ ਜਿਹੜੇ ਲਾਹੌਰ ਦੇ ਉਸ ਪਾਸੇ ਤੋਂ ਸਨ, ਉਹਨਾਂ 'ਤੇ ਇੱਕ ਲਾਹੌਰ ਦਾ ਪ੍ਰਭਾਵ ਸੀ, ਚਾਹੇ ਉਹ ਮਤਲਬ ਆਮ ਘਰ ਹੋਵੇ ਚਾਹੇ ਗਰੀਬ ਹੋਵੇ, ਫਿਰ ਵੀ ਇੱਕ ਪ੍ਰਭਾਵ ਸੀ। ਜਿਵੇਂ ਮੰਨ ਲਓ ਪਟਿਆਲਾ ਜਿਹੜਾ ਰਹਿੰਦਾ, ਪਟਿਆਲਾ ਸ਼ਾਹੀ ਪੱਗਾਂ ਦਾ ਇੱਕ ਟੈਕਸਚਰ ਉਸ ਖਿੱਤੇ ਦਾ ਇੱਕ ਖਾਸ ਹੋ ਗਿਆ। ਅੰਮ੍ਰਿਤਸਰ ਵਾਲਿਆਂ ਦੇ ਪੱਗਾਂ ਬੰਨ੍ਹਣ ਦਾ ਸਟਾਈਲ ਹੋਰ ਆ, ਹੈ ਨਾ। ਮਤਲਬ ਇਹ ਜਿਹੜੀ ਸਾਰੀ ਇਸ ਤਰ੍ਹਾਂ ਦੀ ਓਬਜ਼ਰਵੇਸ਼ਨ ਜੇ ਆਪਾਂ ਸਮਝਣੀ ਹੋਵੇ, ਇਹ ਬਹੁਤ ਇੰਟਰਸਟਿੰਗ ਫੈਕਟ ਹੈ। ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਪਾਰਟੀਸ਼ਨ ਦਾ ਕਾਫੀ ਅਸਰ ਹੋਇਆ ਆ ਕੱਪੜੇ ਦੀ ਐਵੋਲਿਊਸ਼ਨ। ਜਿਵੇਂ ਹੌਲੀ ਹੌਲੀ, ਜਿਵੇਂ ਮੈਂ ਕੁਛ ਲੋਕਾਂ ਨਾਲ ਇੰਟਰਵਿਊ, ਮੈਂ ਕਾਫੀ ਲੋਕਾਂ ਦੀ ਮਿਲੀ ਵੀ ਹਾਂ, ਉਹਨਾਂ ਦੇ ਵਿਊਜ਼ ਮੈਂ ਰਿਕਾਰਡ ਕੀਤੇ ਆ ਕਿ ਵੀ ਉਹਨਾਂ ਦੇ ਕੀ ਕਹਿੰਦੇ ਸੀਗੇ ਪੁਰਾਣੀਆਂ, ਤਦ ਹੀ ਮੈਨੂੰ ਕਾਫੀ ਇਨਫੋਰਮੇਸ਼ਨ ਮੇਰੀ ਬੁੱਕ ਲਈ ਮਿਲੀ ਹੈ। ਸੋ ਪਾਰਟੀਸ਼ਨ ਦਾ ਇੱਕ ਆਬਜ਼ਰਵੇਸ਼ਨ ਇਹ ਵੀ ਸੀਗਾ
ਕਿ ਜਿਹੜੇ ਪਾਕਿਸਤਾਨ ਦੇ ਵਿੱਚ ਉਹ ਸਲਵਾਰਾਂ ਪਾਉਂਦੇ ਸੀਗੇ, ਮੈਨ ਫੋਕ ਸਲਵਾਰਾਂ ਪਾਉਂਦੇ ਸੀਗੇ, ਜਿਹੜਾ ਕਿ ਇੱਥੇ ਆ ਕੇ ਸਪੈਸ਼ਲੀ ਇਨ ਦੁਆਬਾ ਉਹ ਖਤਮ ਹੋ ਗਿਆ। ਪਰ ਦੂਸਰੇ ਪਾਸੇ ਦੇਖੋ ਤਾਂ ਪਟਿਆਲੇ ਹਾਲੇ ਵੀ ਪਾਉਂਦੇ ਆ। ਸੋ ਉਹ ਚੇਂਜਸ ਹੈਗੀਆਂ ਤਾਂ ਹੈ। ਪਲੱਸ ਇੱਕ ਘੱਗਰੇ ਦਾ, ਜਿਵੇਂ ਉਹ ਪਾਰਟੀਸ਼ਨ ਦਾ ਅਸਰ ਕਹਿ ਲਓ ਜਾਂ ਐਵੋਲਿਊਸ਼ਨ ਆਫ ਫੈਸ਼ਨ ਕਹਿ ਲਓ, ਕਿਉਂਕਿ ਉਸ ਤੋਂ ਪਹਿਲਾਂ ਜ਼ਿਆਦਾ ਘੱਗਰਾ ਪਾਉਂਦੀਆਂ ਸੀ ਲੇਡੀਜ਼। ਪਰ ਹੌਲੀ ਹੌਲੀ ਮੈਨੂੰ ਲੱਗਦਾ ਕੱਪੜੇ ਦੀ ਸ਼ਾਰਟੇਜ ਵੀ ਹੋਈ, ਫਿਰ ਲੋਕਾਂ ਕੋਲ ਇੰਨਾ ਕੱਪੜਾ ਵੀ ਨਹੀਂ ਸੀਗਾ, ਸੋ ਉਹ ਫੈਸ਼ਨ ਥੋੜ੍ਹਾ ਵਿਦਰ ਵੇ ਹੋ ਗਿਆ। ਪਰ ਮੈਨੂੰ ਇੱਕਦਮ ਮੈਨੂੰ ਯਾਦ ਹੈ ਇਨ 50s ਜਦੋਂ ਅਸੀਂ ਪਿੰਡ ਵਗੈਰਾ ਜਾਂਦੇ ਸੀਗੇ ਆਪਣੇ, ਤਾਂ ਉੱਥੇ ਮੈਨੂੰ ਬਿਲਕੁਲ ਯਾਦ ਹੈ ਕਿ ਲੇਡੀਜ਼ ਘੱਗਰਾ ਪਾ ਕੇ ਜਾਂਦੀਆਂ ਸੀਗੀਆਂ। ਪਰ ਇਹ ਪਹਿਲਾਂ ਮੈਨੂੰ ਲੱਗਦਾ ਸ਼ਹਿਰਾਂ ਵਿੱਚ ਖਤਮ ਹੋਇਆ, ਫਿਰ ਹੌਲੀ ਹੌਲੀ ਵਿਲੇਜਸ ਵਿੱਚ ਖਤਮ ਹੋ ਗਿਆ। ਸਲਵਾਰ ਕਮੀਜ਼, ਘੱਗਰਾ, ਕੁੜਤਾ ਪਜਾਮਾ ਜਾਂ ਬੰਦਿਆਂ ਦੇ ਪਹਿਰਾਵੇ, ਜਨਾਨੀਆਂ ਦੇ ਪਹਿਰਾਵੇ, ਪੱਗਾਂ, ਚੁੰਨੀਆਂ, ਮਤਲਬ ਉਹ ਤਾਂ ਪੰਜਾਬ ਦੇ ਟ੍ਰੈਡੀਸ਼ਨ 'ਚ ਪਿੱਛੋਂ ਸੀ। ਅੰਗਰੇਜ਼ਾਂ ਦੇ ਆਉਣ ਨਾਲ ਮਤਲਬ ਸਾਡੀ ਟ੍ਰੈਡੀਸ਼ਨਲ ਡਰੈਸ ਦੇ ਅੰਦਰ ਵੀ ਕੋਈ ਫੇਰ ਬਦਲ ਹੋਏ ਆ? ਬਿਲਕੁਲ ਜੀ। ਮਤਲਬ ਉਹ ਕਿਸ ਸ਼ਕਲ 'ਚ ਹੋਏ, ਉਹ ਡਿਫਾਈਨ? ਉਹ ਮੈਂ ਥੋੜ੍ਹਾ ਜਿਹਾ ਐਕਸਪਲੇਨ ਕਰਦੀ ਹਾਂ ਕਿ ਕੀ ਇਨਫਲੂਐਂਸ ਹੋਇਆ ਵੈਸਟਰਨ। ਉਸ ਤੋਂ ਬਗੈਰ ਨਹੀਂ ਸਮਝ ਵਿੱਚ ਆਏਗਾ, ਕਿਉਂਕਿ ਇੱਕ ਟੋਮਸ ਮਕੌਲੇ ਹੋਏ ਹੈ ਜਿਹੜੇ ਕਿ 1830s ਵਿੱਚ ਉਹਨਾਂ ਨੇ ਇੱਕ ਮਿਨਟ ਟੂ ਐਜੂਕੇਸ਼ਨ ਲਿਖਿਆ ਸੀਗਾ, ਜਿਹਦੇ ਵਿੱਚ ਉਹਨਾਂ ਦਾ ਇਹ ਵਿਊ ਸੀਗਾ ਬ੍ਰਿਟਿਸ਼ ਜਿਹੜੇ ਰੂਲ ਕਰਦੇ ਸੀ ਉਹਨਾਂ ਦਾ ਉਹ ਗੈਪ ਸਮਝਦੇ ਸੀਗੇ ਬਿਟਵੀਨ ਦ ਰੂਲਰਸ ਐਂਡ ਦ ਪੀਪਲ। ਸੋ ਮਕੌਲੇ ਦੀ ਇਹ ਵਿਚਾਰ ਸੀਗਾ ਕਿ ਤੁਸੀਂ ਸਕੂਲ ਖੋਲ੍ਹੋ, ਐਜੂਕੇਟ ਕਰੋ ਲੋਕਾਂ ਨੂੰ, ਤਾਂ ਕਿ ਦੇ ਐਕਟ ਐਜ਼ ਇੰਟਰਪ੍ਰੇਟਰਸ ਬਿਟਵੀਨ ਪੀਪਲ ਐਂਡ ਦ ਰੂਲਰਸ। ਪਰ ਉਸ ਨਾਲ ਹੋਇਆ ਕੀ, ਕਿਉਂਕਿ ਬਹੁਤ ਸਾਰੇ ਸਕੂਲ ਖੋਲ੍ਹੇ, ਫਿਰ ਬਾਅਦ ਵਿੱਚ ਲੇਟ 19th ਸੈਂਚੁਰੀ 1860s ਵਿੱਚ ਗਵਰਨਮੈਂਟ ਕਾਲਜ ਲਾਹੌਰ, HSN ਕਾਲਜ ਜਿਹੜਾ ਪਹਿਲਾਂ ਚੀਫਸ ਕਾਲਜ ਕਹਿੰਦੇ ਸੀ ਪ੍ਰਿੰਸਸ ਵਗੈਰਾ ਲਈ, ਉਹ ਖੁੱਲ੍ਹਿਆ। ਜਾਂ ਪ੍ਰਿੰਸਸ ਜਿਹੜੀ ਰਾਇਲਟੀ ਸੀ ਉਹ ਗਵਰਨਮੈਂਟ ਅਪਰੂਵਡ ਟਿਊਟਰਸ ਰੱਖਦੇ ਸੀ, ਜਿਹਦੇ 'ਚ ਉਹ ਉਹਨਾਂ ਨੂੰ ਸਿਖਾਉਂਦੇ ਸੀਗੇ ਇੰਗਲਿਸ਼ ਵੀ। ਸੋ ਹੌਲੀ ਹੌਲੀ ਜਿਹੜਾ ਬੱਚਾ 11 ਸਾਲ ਉਹਨੇ ਡਰੈਸ ਪਾਈ, ਨਿੱਕਰ, ਸ਼ਰਟ, ਟਾਈ ਪਾ ਕੇ ਸਕੂਲ ਡਰੈਸ ਪਾਉਂਦਾ ਸੀ, ਜਦੋਂ ਉਹ 11 ਸਾਲ ਬਾਅਦ ਉਹ ਗ੍ਰੈਜੂਏਟ ਹੋਇਆ, ਉਹਦੀ ਤਾਂ ਡਰੈਸ ਉਹੀ ਬਦਲ ਗਈ। ਪਰ ਇਹ ਫਰਕ ਇੰਨਾ ਹੋਇਆ ਕਿਉਂਕਿ ਜਿਹੜੀਆਂ ਗਰਲਸ ਸੀਗੀਆਂ ਉਹਨਾਂ ਦੀ ਯੂਨੀਫਾਰਮ ਵੈਸਟਰਨ ਯੂਨੀਫਾਰਮ ਨਹੀਂ ਸੀਗੀ, ਉਹ ਸਲਵਾਰ ਕਮੀਜ਼ ਹੀ ਪਾਉਂਦੀਆਂ ਸੀਗੀਆਂ, ਇਸ ਕਰਕੇ ਉਹਨਾਂ 'ਤੇ ਇੰਨਾ ਇਨਫਲੂਐਂਸ ਨਹੀਂ ਹੋਇਆ। ਨਾਓ ਕਮਿੰਗ ਬੈਕ ਟੂ ਯੋਰ ਕੁਐਸਚਨ ਕਿ ਪਹਿਲਾਂ ਤਾਂ ਮੈਨ ਫੋਕ ਉਹਨਾਂ ਨੇ ਦੇਵਰ ਇੱਕ ਸੇਂਟ ਨਿਹਾਲ ਸਿੰਘ ਹੋਏ ਜਰਨਲਿਸਟ, ਉਹਨਾਂ ਨੇ ਇੱਕ ਪ੍ਰੋਸੈਸ ਆਫ ਵੈਸਟਰਨਾਈਜੇਸ਼ਨ ਉਹਨਾਂ ਨੇ ਲਿਸਟ ਕੀਤਾ ਹੈ ਇਨ 1900। ਉਹਨਾਂ ਨੇ ਇੱਕ ਕਿਤਾਬ ਲਿਖੀ ਸੀ, ਕਹਿੰਦੇ ਦਾ ਪ੍ਰੋਸੈਸ ਵੈਸਟਰਨਾਈਜੇਸ਼ਨ ਪਹਿਲਾ ਸਟੈਪ ਹੈ ਕਿ ਲੋਕ ਜਰਾਬਾਂ ਪਾਉਂਦੇ ਆ, ਉਸ ਤੋਂ ਬਾਅਦ ਸ਼ੂਜ਼ ਪਾਉਂਦੇ ਆ, ਫਿਰ ਉਹ ਵੈਸਟਰਨ ਗਾਰਮੈਂਟਸ ਇੰਡੀਅਨ ਕੁਰਤੇ ਜਾਂ ਇੰਡੀਅਨ ਡਰੈਸ ਦੇ ਉੱਤੇ ਪਾਉਂਦੇ, ਔਰ ਲਾਸਟਲੀ ਜਦੋਂ ਉਹ ਟਰਾਊਜ਼ਰ ਪਾਉਂਦੇ ਹੈ, ਇਹਦਾ ਮਤਲਬ ਉਹ ਟੋਟਲੀ ਵੈਸਟਰਨਾਈਜ਼ ਹੋ ਗਏ ਹੈ। ਕਿਉਂਕਿ ਉਹ ਟਰਾਊਜ਼ਰਸ ਪਾਉਂਦੇ, ਜਦੋਂ ਟਰਾਊਜ਼ਰਸ ਕੇਮ ਇਨ ਸਟਾਰਟਡ ਵੇਅਰਿੰਗ ਟਰਾਊਜ਼ਰਸ, ਉਦੋਂ ਉਹਨਾਂ ਦੇ ਘਰਾਂ ਵਿੱਚ ਵੈਸਟਰਨ ਫਰਨੀਚਰ ਆਇਆ। ਜਿਵੇਂ ਆਪਾਂ ਬੈਠੇ ਹਾਂ ਸੋਫੇ 'ਤੇ, ਇਹ ਪਹਿਲਾਂ ਨਹੀਂ ਸੀਗਾ, ਉਹ ਨੀਚੇ ਕੱਪੜਾ ਵਿਛਾਇਆ ਜਾਂਦਾ ਸੀ, ਸਾਰੇ ਲੋਕ ਉੱਥੇ ਨੀਚੇ ਬੈਠਦੇ ਸੀਗੇ। ਇਹ ਤਾਂ ਇੱਕ ਚੇਂਜ ਹੋ ਗਈ। ਉਸ ਤੋਂ ਇਲਾਵਾ ਇੱਕ ਕਈ ਗਾਰਮੈਂਟਸ ਵੀ ਇਵੋਲਵ ਹੋਏ ਆ ਇਨ ਮੈਨਸ ਕਲੋਥਿੰਗ, ਜਿਹੜੇ ਫਿਊਜ਼ਨ ਗਾਰਮੈਂਟਸ ਕਹਿ ਲਓ, ਜਿਵੇਂ ਅਚਕਨ ਹੈ। ਅਚਕਨ ਦੇ
ਇਹ ਲੇਟ 19th अर्ली 20th ਸੈਂਚੁਰੀ ਦਾ ਗਾਰਮੈਂਟ ਹੈ। ਇਸ ਤੋਂ ਪਹਿਲਾਂ ਕਿਸੇ ਨੇ ਮੈਂਸ਼ਨ ਨਹੀਂ ਕੀਤਾ, ਕਿਸੇ ਰਾਈਟਰ ਨੇ ਇਸ ਦੇ ਬਾਰੇ। ਇਹਦੇ ਵਿੱਚ ਐਲੀਮੈਂਟਸ ਹੈਗੇ ਇੰਡੀਅਨ ਲੈਂਥ, ਕਿਉਂਕਿ ਜਿਹੜਾ ਜਾਮਾ ਜਾਂ ਅੰਗਰਖਾ ਵਗੈਰਾ ਸੀ ਉਹਦੀ ਲੈਂਥ, ਸਾਈਡ ਦੀਆਂ ਚਾਕਾਂ, ਦੈਟਸ ਇੰਡੀਅਨ। ਔਰ ਉੱਪਰਲਾ ਹਿੱਸਾ ਜੇ ਤੁਸੀਂ ਦੇਖੋ, ਇਹ ਬਿਲਕੁਲ ਜੇ ਮੈਂ ਆਪਣੀ ਬੁੱਕ ਵਿੱਚ ਦਿੱਤੀ ਹੈਗੀ ਆ ਫੋਟੋਗ੍ਰਾਫਸ ਆਫ ਲਾਰਡ ਆਕਲੈਂਡ in 1838 and Lord Dalhousie in 1850। ਜੇ ਦੋਨਾਂ ਦੀ ਤੁਸੀਂ ਦੇਖੋ, ਉੱਪਰਲਾ ਹਿੱਸਾ ਬਿਲਕੁਲ ਇਟਸ ਅ ਕਾਪੀ ਆਫ ਦੈਟ ਬੰਦ ਗਲਾ, ਜਿਹੜੇ ਬਟਨਸ ਹੈ ਇਹ ਵੀ ਵੈਸਟ ਤੋਂ ਆਏ ਹੈ। ਇਹ ਬਾਈ ਦਿਸ ਟਾਈਮ ਇੰਗਲਿਸ਼ ਟੇਲਰਿੰਗ ਬਹੁਤ ਇੰਪੋਰਟੈਂਟ ਹੋ ਗਈ ਸੀ ਆਲ ਓਵਰ ਦ ਵਰਲਡ। ਉਹ ਹੀ ਜਿਵੇਂ ਕੱਪੜਾ ਸਲੀਵਸ ਦਾ ਕੱਟ ਜਾਂ ਡਾਰਟਸ ਜਾਂ ਸਲਿਟ ਪੋਕਟਸ, ਇਹ ਸਭ ਇਜ਼ ਅ ਵੈਸਟਰਨ ਐਲੀਮੈਂਟ। ਹੋਰ ਤੁਸੀਂ ਜਾਓਗੇ ਵਿਮਨਸ ਡਰੈਸ, ਉਹ ਕਿਉਂਕਿ ਲੇਡੀਜ਼ ਨੇ ਬਾਹਰ ਜ਼ਿਆਦਾ ਨਹੀਂ ਸੀ ਜਾਂਦੇ, ਉਹਨਾਂ ਦਾ ਇੰਟਰੈਕਸ਼ਨ ਘੱਟ ਹੋਇਆ। ਕਈ ਲੇਡੀਜ਼ ਪਾਉਂਦੀਆਂ ਸੀ ਵੈਸਟਰਨ ਡਰੈਸ, ਜਿਵੇਂ ਕਹਿ ਲਓ ਰਾਇਲਟੀ ਜਾਂ prominent Christian families, but generally by and large women did not wear western clothes। ਪਰ ਇਹ ਨਹੀਂ ਹੈ ਕਿ ਉਹਨਾਂ 'ਤੇ ਪ੍ਰਭਾਵ ਨਹੀਂ ਆਇਆ। ਉਹ ਜਿਵੇਂ ਸਾੜੀ ਹੈ, ਮੈਨਰ ਆਫ ਟਾਈਂਗ ਅ ਸਾੜੀ, ਉਹਦੇ ਵਿੱਚ ਪੈਟੀਕੋਟ ਬਲਾਊਜ਼ ਐਡ ਕੀਤਾ, ਉਹ ਸਾਰਾ ਵੈਸਟ ਤੋਂ ਆਇਆ। ਪਲੱਸ ਯੂਜ਼ ਆਫ ਕੋਸਮੈਟਿਕਸ, ਉਹ ਇੱਕ ਪੰਜਾਬ ਵਿੱਚ ਸਪੈਸ਼ਲੀ ਇੱਕ ਗਾਰਮੈਂਟ ਇਵੋਲਵ ਹੋਇਆ ਵਾਸਕਟ, ਜਿਹੜਾ ਕਿ ਇਟ ਇਜ਼ ਅ ਐਗਜ਼ੈਕਟ ਕਾਪੀ ਆਫ ਵੈਸਟਰਨ ਵੇਸਟਕੋਟ ਕਹਿ ਲਓ। ਜਿਵੇਂ ਅੱਜ ਕੱਲ੍ਹ ਵੀ ਵੇਸਟਕੋਟ ਪਾਉਂਦੇ ਆ ਨਾ, ਬਿਲਕੁਲ ਸਾਹਮਣੇ ਡੀਪ ਯੂ ਨੈਕ, 3-4 ਬਟਨਸ, ਸਲਿਟ ਪੋਕਟਸ। ਔਰ ਕਿਉਂਕਿ ਆਦਮੀ ਉਹ ਵੇਸਟਕੋਟ ਦੇ ਉੱਤੇ ਕੋਟ ਪਾਉਂਦੇ ਸੀਗੇ, ਉਹਨਾਂ ਦੀ ਬੈਕ ਵਾਸ ਪਲੇਨ। ਉਹ ਸੇਮ ਉਹਨਾਂ ਨੇ ਕਾਪੀ ਲੇਡੀਜ਼ ਦੇ ਵਾਸਕਟ ਵਿੱਚ ਐਗਜ਼ੈਕਟਲੀ ਦ ਸੇਮ ਥਿੰਗ ਇਜ਼ ਕਾਪੀ। ਸੋ ਲੇਡੀਜ਼ ਵਰ ਅਫੈਕਟਡ ਇਨ ਅ ਡਿਫਰੈਂਟ ਵੇ। ਉਹ ਵੈਸਟਰਨ ਡਰੈਸ ਘੱਟ ਪਾਈ, ਪਰ ਮਟੀਰੀਅਲ ਦਾ ਯੂਜ਼ ਆਫ ਐਕਸੈਸਰੀਜ਼, ਪਰਸਿਸ, ਹੈਂਕਰਚਿਵ, ਕੋਸਮੈਟਿਕਸ, ਸ਼ੂਜ਼, ਸੈਂਡਲਸ, ਜਿਵੇਂ ਉਹ ਬਾਲ ਬਣਾਉਂਦੇ ਸੀਗੇ ਯੂਜ਼ਿੰਗ ਆਫ ਕਰਲਿੰਗ ਆਇਰਨ, ਉਹ ਸਭ ਇਫੈਕਟ ਹੋਇਆ ਲੇਡੀਜ਼। ਯਾਨੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਵਾਸਕਟ ਹੈ ਜਾਂ ਅਚਕਨ ਹੈ ਜਾਂ ਸਾੜੀ ਹੈ, ਮਤਲਬ ਉਹਨੂੰ ਤਾਂ ਆਪਾਂ ਇਹ ਮੰਨਦੇ ਹਾਂ ਉਹ ਤਾਂ ਬੜਾ ਸ਼ੁੱਧ ਇੰਡੀਅਨ ਪਹਿਰਾਵਾ ਆ, ਪਰ ਮਤਲਬ ਇਹਦੇ ਵਿੱਚ ਵੀ ਵੈਸਟਰਨ ਦਾ ਇਨਫਲੂਐਂਸ ਆਇਆ, ਇਹ ਆਪਣੇ ਆਪ 'ਚ ਹੈਰਾਨੀ ਵਾਲੀ ਗੱਲ ਹੈ। ਬਿਲਕੁਲ, ਕਿਉਂਕਿ ਅਚਕਨ ਇਵੋਲਵ ਹੋਈ ਆ, ਜਿਵੇਂ ਮੈਂ ਕਹਿ ਰਹੀ ਸੀ ਕਿ ਮਿਕਸਚਰ ਆਫ ਵੈਸਟਰਨ ਔਰ ਇੰਡੀਅਨ। ਜਿਵੇਂ ਆਪਾਂ ਬੰਦ ਗਲਾ ਹੁਣ ਕਹਿ ਲਓ, ਆਪਾਂ ਬੰਦ ਗਲਾ ਨੂੰ ਬਹੁਤ ਇੰਡੀਅਨ ਸਮਝਦੇ ਹਾਂ, ਔਰ ਫਾਰਮਲ ਜਿਵੇਂ ਇੰਡੀਅਨ ਡਰੈਸ ਕਹਿ ਲਓ, ਜਿਵੇਂ ਜਿਹੜੀ ਗਵਰਨਮੈਂਟ ਆਫ ਇੰਡੀਆ ਵੀ ਰੈਕਗਨਾਈਜ਼ ਕਰਦੀ ਆ, ਜਿਵੇਂ ਆਪਣੇ ਡਿਪਲੋਮੈਟਸ ਹੈਗੇ ਆ ਬਾਹਰ ਜਾਂਦੇ ਆ, ਉਹ ਅਚਕਨ ਪਾਉਂਦੇ ਹੈ। ਪਰ ਉਹ ਇਵੋਲਵ ਹੋ ਕੇ ਆਇਆ ਹੈ, ਮਿਕਸਚਰ ਆਫ ਵੈਸਟਰਨ ਔਰ ਇੰਡੀਅਨ ਗਾਰਮੈਂਟ ਤੋਂ ਇਵੋਲਵ ਹੋ ਕੇ ਆਇਆ ਹੈ। ਔਰ ਬੰਦ ਗਲਾ ਜਿਵੇਂ ਬੰਦ ਗਲਾ ਕੋਟ ਹੈ, ਉਹ ਬਿਲਕੁਲ ਪੈਂਟ ਨਾਲ ਪਾਉਂਦੇ, ਉਹ ਤਾਂ ਬਿਲਕੁਲ ਲਾਈਜ਼ ਇੰਗਲਿਸ਼ ਆਫਿਸਰਸ ਯੂਨੀਫਾਰਮ ਵਾਲਾ ਹੈ। ਉਹਦੇ 'ਚ ਮਤਲਬ ਤਾਂ ਦੇਰ ਇਜ਼ ਨੋ ਡਿਫਰੈਂਸ, ਕਿਉਂਕਿ ਆਫਿਸਰਸ ਉਦੋਂ ਉਹਨਾਂ ਦੇ ਇੱਥੇ ਗੋਲਡ ਦੀਆਂ ਉਹ ਸਟਰਾਈਪਸ ਔਰ ਉਹ ਸਭ ਹੁੰਦੀਆਂ ਸੀਗੀਆਂ, ਉਹ ਕਹਿ ਲਓ ਨਹੀਂ ਹੈ। ਪਰ ਯੂਰਪੀਅਨ ਸਟਾਈਲ ਬਟਨਸ, ਪਹਿਲਾਂ ਬਟਨਸ ਨਹੀਂ ਸੀ ਇੰਡੀਆ 'ਚ ਯੂਜ਼ ਕਰਦੇ, ਯੂਰਪੀਅਨ ਸਟਾਈਲ ਬਟਨ, ਇਹ ਸਾਰੇ ਇਨਫਲੂਐਂਸ ਹੈ। ਔਰ ਸਾੜੀ ਦਾ ਇੱਕ ਮੈਂ ਮੈਂਸ਼ਨ ਕਰਾਂਗੀ, ਇੱਕ ਬਹੁਤ ਇੰਟਰਸਟਿੰਗ ਫੈਕਟ ਹੈਗਾ ਆ, ਕਿਉਂਕਿ ਜਿਹੜਾ 1866 ਵਿੱਚ ਜਿਹੜੀ ਮੈਂ ਵਾਟਸਨ 'ਤੇ ਆਈ ਕਮ ਬੈਕ ਟੂ ਵਾਟਸਨ, ਉਹਨੇ ਜਦੋਂ ਡਰੈਸਿਸ ਦਾ ਵੀ ਬਹੁਤ ਲਿਖਿਆ ਆ, ਤਾਂ ਉਹਨੇ ਸਾੜੀ ਦਾ ਹੀ ਹੈਜ਼ ਮੈਂਸ਼ਨਡ ਐਜ਼ ਸਿੰਗਲ ਪੀਸ ਆਫ ਗਾਰਮੈਂਟ।
ਉਹਦੇ 'ਚ ਕੋਈ ਮੈਂਸ਼ਨ ਨਾ ਬਲਾਊਜ਼ ਦਾ ਹੈ ਨਾ ਪੈਟੀਕੋਟ ਦਾ ਹੈ, ਪਰ ਉਹਨੇ ਇੱਕ ਮੈਂਸ਼ਨ ਕੀਤਾ ਸੀਗਾ ਕਿ ਇਹ ਅੰਡਰ ਰੈਪਰ ਯੂਜ਼ ਕਰਦੀਆਂ ਵਿਮਨ, ਜਿਹਨੂੰ ਅੰਡਰ ਰੈਪਰ ਮਤਲਬ ਕੱਪੜਾ ਨੀਚੇ ਸਾੜੀ ਦੇ ਨੀਚੇ ਪਾਉਣ ਨੂੰ। ਪਰ ਉਹ ਕਹਿੰਦਾ ਉਹਦੇ ਅਕੋਰਡਿੰਗਲੀ ਉਹ ਕਹਿੰਦੇ ਉਹ ਇੰਪਿਓਰ ਮੰਨਦੇ ਸੀਗੇ ਕਿ ਇਹ ਅੰਡਰ ਰੈਪਰ ਇੰਪਿਓਰ ਹੈ। ਤਾਂ ਜੇ ਉਹਨਾਂ ਨੇ ਜੋ ਰਿਲੀਜੀਅਸ ਸੈਰੇਮਨੀਜ਼ ਕਰਨੀਆਂ ਸੀ ਜਾਂ ਜਦੋਂ ਪੂਜਾ ਜਾਂ ਕੋਈ ਖਾਣਾ ਖਾਣਾ ਸੀ ਉਦੋਂ ਉਹਨਾਂ ਨੂੰ ਉਤਾਰ ਦਿੰਦੇ ਸੀਗੇ। ਪੋਪੂਲਰਾਈਜ਼ ਕੀਤਾ ਹੈ ਰਵਿੰਦਰਨਾਥ ਟੈਗੋਰ ਦੇ ਬ੍ਰਦਰ ਸੀ ਸਤਿੰਦਰਨਾਥ ਟੈਗੋਰ, ਜਿਹੜੇ ਫਸਟ ਇੰਡੀਅਨ ਸਿਵਲ ਸਰਵਿਸ ICS ਕਹਿੰਦੇ ਸੀ। ਉਹਨਾਂ ਦੀ ਵਾਈਫ ਸੀ ਜਨੰਦਾ ਨੰਦਿਨੀ। ਉਹਨੇ ਕਹਿੰਦੇ ਇਹ ਪੋਪੂਲਰਾਈਜ਼ ਕੀਤਾ ਹੈ ਇਹ ਸਟਾਈਲ ਆਫ ਟਾਈਂਗ ਅ ਸਾੜੀ, ਅ ਨਿਊ ਵੇ। ਹੁਣ ਤੁਸੀਂ ਦੇਖੋ ਕਹਿੰਦੇ ਇਹ ਡਾਕੂਮੈਂਟਡ ਹੈ ਇਹ ਰਵਿੰਦਰਨਾਥ ਟੈਗੋਰ ਨੇ ਵੀ ਆਪਣਾ ਲਿਖਿਆ ਆ ਇਨ ਵਿਸ਼ਵ ਭਾਰਤੀ, ਉਹਨਾਂ ਦਾ ਇੱਕ ਜਰਨਲ ਸੀ, ਉਹਦੇ ਵਿੱਚ ਵੀ ਲਿਖਿਆ ਬੜੀ ਰਿਟਨ ਇਨ 1940s ਕਿ ਮੇਰੀ ਭਾਬੀ ਨੇ ਇਹ ਵੇ ਆਫ ਟਾਈਂਗ ਅ ਸਾੜੀ ਪੋਪੂਲਰਾਈਜ਼ ਕੀਤਾ ਆ। ਐਂਡ ਇਟਸ ਆਲਸੋ ਮੈਂਸ਼ਨਡ ਕਿ 1866 ਵਿੱਚ ਜਾਂ 67 ਵਿੱਚ ਸਤਿੰਦਰਨਾਥ ਟੈਗੋਰ ਨੇ ਇੱਕ ਵਾਇਸਰॉय ਦੀ ਰਿਸੈਪਸ਼ਨ 'ਤੇ ਜਾਣਾ ਸੀ, ਤਾਂ ਉਹ ਜਾ ਨਹੀਂ ਸਕੇ ਬਿਕੋਜ਼ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ। ਸੋ ਉਹ ਉਹਨਾਂ ਦੀ ਵਾਈਫ ਜਨੰਦਾ ਨੰਦਿਨੀ ਗਏ, ਔਰ ਆਲਦੋ ਇਹਦੇ 'ਤੇ ਡਰੈਸ ਮੈਂਸ਼ਨ ਨਹੀਂ ਹੈ, ਪਰ ਇਹ ਇਟ ਇਜ਼ ਸਪੈਕੂਲੇਟਡ ਕਿ ਇਹ ਇਸ ਟਾਈਮ ਉਹ ਪਾ ਕੇ ਗਏ, ਕਿਉਂਕਿ ਜਿਹੜੀਆਂ ਲੇਡੀਜ਼ ਸੀਗੀਆਂ ਜਿਹੜੀਆਂ ਸਿੰਗਲ ਸਾੜੀ ਪਾਉਂਦੀਆਂ ਸੀ ਦੈਟ ਵਾਜ਼ ਨਾਟ ਫਿਟ ਟੂ ਬੀ ਵੋਨ ਆਊਟਸਾਈਡ ਦਾ ਹਾਊਸ। ਸਾੜੀ ਔਰ ਪੈਟੀਕੋਟ ਔਰ ਬਲਾਊਜ਼ ਦੇ ਨਾਲ ਉਹ ਇੱਕ ਕਹਿ ਲਓ ਡੀਸੈਂਸੀ ਆ ਗਈ, ਇੱਕ ਮੈਨਰ ਆਫ ਟਾਈਂਗ ਅ ਸਾੜੀ ਯੂਨੀਫਾਰਮ ਹੋ ਗਿਆ ਥਰੂ ਆਊਟ ਇੰਡੀਆ। ਅਸੀਂ ਚੀਨ ਨਹੀਂ ਕਦੀ ਗਏ, ਪਰ ਚੀਨ ਦਾ ਨਿਊਡਲ ਅਸੀਂ ਇੱਥੇ ਖਾ ਰਹੇ ਹਾਂ ਅਤੇ ਸਾਨੂੰ ਪਤਾ ਹੈ ਵੀ ਚਾਈਨੀਜ਼ ਹੈ ਨਾ। ਅਸੀਂ ਇਟਲੀ ਨਹੀਂ ਗਏ ਪਰ ਸਾਨੂੰ ਪਤਾ ਹੈ ਅਸੀਂ ਇੱਥੇ ਪਿੱਜ਼ਾ ਖਾ ਰਹੇ ਹਾਂ। ਯਾਨੀ ਕਿ ਇੱਕ ਫਿਲਾਸਫੀ ਹੈ ਵੀ ਤੁਸੀਂ ਕਿਸੇ ਦੇਸ਼ 'ਚ ਨਾ ਜਾਓ ਪਰ ਦੇਸ਼ ਦਾ ਖਾਣਾ ਤੁਹਾਡੇ ਤੱਕ ਜ਼ਰੂਰ ਆ ਜਾਂਦਾ। ਅਤੇ ਉਸੇ ਤਰ੍ਹਾਂ ਫੈਸ਼ਨ ਦੇ ਵਿੱਚ ਵੀ ਇਹ ਹੈ ਵੀ ਪਹਿਰਾਵਾ ਵੀ ਆ ਜਾਂਦਾ, ਅਤੇ ਸੁਭਾਵਿਕ ਹੈ ਜੇ ਅੰਗਰੇਜ਼ ਆਏ ਆ ਤਾਂ ਉਹਨਾਂ ਦਾ ਪ੍ਰਭਾਵ ਵੀ ਸਾਡੇ 'ਤੇ ਆ ਗਿਆ। ਜਦੋਂ ਆਪਾਂ ਪਹਿਰਾਵੇ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਮੇਜ਼ ਦੀ ਗੱਲ ਕੀਤੀ, ਉਹਨੂੰ ਥੋੜ੍ਹਾ ਹੋਰ ਵਿਸਤਾਰ ਦਿਓ ਕਿ ਜਦੋਂ ਵੈਸਟਰਨ ਪੋਸ਼ਾਕਾਂ ਸਾਡੀ ਜ਼ਿੰਦਗੀ 'ਚ ਆਈਆਂ ਤਾਂ ਉਹਦੇ ਨਾਲ ਸਾਡੇ ਘਰਾਂ 'ਚ ਤਬਦੀਲੀਆਂ ਕਿੱਥੇ ਕਿੱਥੇ ਆਈਆਂ। ਮਤਲਬ ਸਾਡੇ ਡਰਾਇੰਗ ਰੂਮ ਬੈਠਕ ਦੇ ਵਿੱਚ ਸਾਡੇ ਮਤਲਬ ਡਾਈਨਿੰਗ ਰੂਮ ਉਸ ਤਰ੍ਹਾਂ ਤਾਂ ਹੁੰਦੇ ਨਹੀਂ ਸੀ, ਪਰ ਡਾਈਨਿੰਗ ਰੂਮ ਵੀ ਆਉਣੇ ਸ਼ੁਰੂ ਹੋ ਗਏ। ਮਤਲਬ ਜਿਹੜਾ ਅੱਜ 3 BHK ਜਿਹਨੂੰ ਕਹਿ ਦਿੰਦੇ ਆ, ਮਤਲਬ ਇਹ ਜਿਹੜਾ ਘਰ ਦਾ ਇੱਕ ਕਨਸੈਪਟ ਇਹਦਾ ਟੋਟਲੀ ਉਸੇ ਤੋਂ ਹੀ ਆਇਆ ਹੋਇਆ ਜਾਂ ਉਸੇ ਤੋਂ ਬਣਿਆ ਹੋਇਆ ਲੱਗਦਾ ਆ। ਜੀ ਬਿਲਕੁਲ, ਮੈਨੂੰ ਯਾਦ ਹੈ ਕਿ ਮੇਰੀ ਨਾਨੀ ਜੀ ਜਿਹੜੇ ਸਾਡੇ ਨਾਲ ਰਹਿੰਦੇ ਸੀਗੇ, ਉਹ ਹਮੇਸ਼ਾ ਮੈਨੂੰ ਬੜੀਆਂ ਪੁਰਾਣੀਆਂ ਕਹਾਣੀਆਂ ਸੁਣਨ ਦਾ ਬਹੁਤ ਸ਼ੌਕ ਸੀਗਾ। ਐਕਚੁਅਲ ਕਿ ਕੀ ਹੁੰਦਾ ਸੀ, ਕੀ ਕਰਦੇ ਸੀਗੇ। ਉਹ ਹਮੇਸ਼ਾ ਕਹਿੰਦੇ ਸੀਗੇ ਕਿ ਆਹ ਤਾਂ ਕੁਰਸੀਆਂ ਹੁਣ ਐਵੇਂ ਹੀ ਆ ਗਈਆਂ, ਅਸੀਂ ਤਾਂ ਨੀਚੇ ਬੈਠਦੇ ਹੁੰਦੇ ਸੀਗੇ, ਤਾਂ ਉਹ ਗੱਦਾ ਵਿਛਾ ਦਿੰਦੇ ਸੀ, ਉਹਦੇ 'ਤੇ ਸਾਰਾ ਕੁਛ, ਉਹਦੇ 'ਤੇ ਇੱਕ ਕਹਿ ਲਓ ਜਿਹਦੇ ਵਿੱਚ ਮਲਟੀਪਰਪਸ ਰੂਮ ਕਹਿ ਲਓ, ਜਿਹਦੇ ਵਿੱਚ ਐਂਟਰਟੇਨਿੰਗ ਵੀ ਸੀ, ਡਾਈਨਿੰਗ ਰੂਮ ਵੀ ਸੀਗਾ, ਸੌਂਦੇ ਵੀ ਉੱਥੇ ਸੀਗੇ, ਔਰ ਕੁਛ ਬੈੱਡਸ ਹੁੰਦੇ ਸੀਗੇ, ਪਰ ਜ਼ਿਆਦਾਤਰ ਆਮ ਤੌਰ ਲੋਕ ਨੀਚੇ ਹੀ ਸੌਂਦੇ ਸੀਗੇ, ਨੀਚੇ ਹੀ ਬੈਠਦੇ ਸੀ, ਨੀਚੇ ਹੀ ਉਹ ਕਰਦੇ ਸੀ। ਉਹ ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ ਸੀ, ਇਹ ਹੋਇਆ ਐਵੇਂ ਕਿ ਜਦੋਂ ਲੋਕ ਟਰਾਊਜ਼ਰਸ ਪੈਂਟ ਪਾਉਣੀ ਸ਼ੁਰੂ ਕਰਤੀ, ਉਹਨਾਂ ਨੇ ਪੈਂਟ ਪਾ ਕੇ ਜਦੋਂ ਤਾਈਂ ਤਾਂ ਉਹ ਨੀਚੇ ਬੈਠਦੇ ਸੀਗੇ, ਉਹ ਪਜਾਮਾ ਪਾ ਕੇ ਨੀਚੇ ਬੈਠਦੇ ਸੀਗੇ। ਜਦੋਂ ਉਹਨਾਂ ਨੇ ਪੈਂਟ ਪਾਉਣੀ ਸ਼ੁਰੂ ਕੀਤੀ, ਪੈਂਟ ਦੇ ਨਾਲ ਨੀਚੇ ਬੈਠਣਾ ਥੋੜ੍ਹਾ ਮੁਸ਼ਕਿਲ ਸੀਗਾ। ਸੋ ਉਹਨਾਂ ਨੇ ਆਪਣੇ ਘਰ ਵਿੱਚ ਸੋਫਾ ਜਾਂ ਕੁਰਸੀਆਂ ਲੈ ਆਏ, ਫਿਰ ਹੌਲੀ ਹੌਲੀ ਕਰਕੇ ਉਹ ਸਾਰੇ ਘਰ ਵਿੱਚ ਆ ਗਈਆਂ। ਤਾਂ ਡਾਈਨਿੰਗ ਟੇਬਲ ਕੁਰਸੀ ਆ ਗਈ, ਜਿਵੇਂ ਮੇਜ਼ ਆਏ ਉਹਦੇ 'ਤੇ ਨਾਲ ਜ਼ਾਹਿਰ ਆ ਕਿ ਮੇਜ਼ ਪੋਸ਼ ਵੀ ਆਣੇ ਸੀਗੇ। ਮੇਜ਼ ਪੋਸ਼ ਆਣੇ ਸੀ ਤਾਂ ਮੇਜ਼ ਪੋਸ਼ ਦੇ ਨਾਲ ਕਿਉਂਕਿ ਇੰਨੀਆਂ ਜ਼ਿਆਦਾ ਚੀਜ਼ਾਂ ਅਵੇਲੇਬਿਲਿਟੀ, ਜਿਵੇਂ ਆਪਾਂ ਹੁਣ ਅੱਜ
ਦੁਕਾਨ ਵਿੱਚ ਸੋਚੀਏ ਕਿ ਮੈਂ ਜਾ ਕੇ ਚੀਜ਼ਾਂ ਖਰੀਦਣੀਆਂ, ਉਹ ਜਾ ਕੇ ਆਪਾਂ 50 ਚੀਜ਼ਾਂ ਖਰੀਦ ਕੇ ਲਿਆ ਸਕਦੇ। ਪਰ ਉਸ ਟਾਈਮ ਤੁਸੀਂ ਇਮੈਜਿਨ ਕਰੋ अर्ਲੀ 20th ਸੈਂਚੁਰੀ, ਉਦੋਂ ਇੰਨੀ ਅਵੇਲੇਬਿਲਿਟੀ ਚੀਜ਼ਾਂ ਦੀ ਨਹੀਂ ਸੀਗੀ ਕਿ ਕੱਪੜਾ ਮਿਲਦਾ ਸੀ ਟੂ ਸਮ ਐਕਸਟੈਂਟ, ਮਿਲਮੇਡ ਕੱਪੜਾ ਵੀ ਮਿਲਣਾ ਸ਼ੁਰੂ ਹੋ ਗਿਆ। ਪਰ ਇਹ ਨਹੀਂ ਕਿ ਮੇਜ਼ ਪੋਸ਼ ਹੈ, ਟਿਕੋਜ਼ੀ ਹੈ, ਨੈਪਕਿਨ ਹੈ, ਇਹ ਸਾਰੀਆਂ ਚੀਜ਼ਾਂ ਵੀ ਬ੍ਰਿਟਿਸ਼ਰਸ ਨਾਲ ਆਈਆਂ। ਸੋ ਉਸ ਦੇ ਨਾਲ ਇਹ ਹੋਇਆ ਕਿ ਜਿਹੜੀਆਂ ਲੇਡੀਜ਼ ਸੀਗੀਆਂ ਉਹ ਬੈਠ ਕੇ ਉਹਨਾਂ ਨੂੰ ਕਢਾਈਆਂ ਕਰਦੀਆਂ ਸੀਗੀਆਂ, ਕਿਉਂਕਿ ਇਹ ਵੈਸਟਰਨ ਕਨਸੈਪਟ ਸੀਗਾ ਮੇਜ਼ ਪੋਸ਼ ਦਾ, ਨੈਪਕਿਨਸ ਦਾ, ਹੈਂਕੀਜ਼ ਦਾ। ਸੋ ਕਢਾਈਆਂ ਵੀ ਉਸੇ ਤੋਂ ਹੀ ਆਈਆਂ। ਤੋ ਉਹ ਕਢਾਈਆਂ ਕੀ ਕਹਿ ਲਓ, ਯੂਰਪੀਅਨ ਇਨਫਲੂਐਂਸ ਕਢਾਈਆਂ, ਯੂਰਪੀਅਨ ਸਟਾਈਲ ਕਢਾਈਆਂ ਕਹਿ ਲਓ। ਜਿਵੇਂ ਤੁਸੀਂ ਸੁਣਿਆ ਹੋਣਾ ਦਸੂਤੀ, ਭਰਵੀਂ। ਦਸੂਤੀ ਵਾਜ਼ ਕ੍ਰੋਸ ਸਟਿਚ ਐਮਬਰਾਇਡਰੀ। ਮੈਂ ਇਹ ਵੀ ਨਹੀਂ ਕਹੂੰਗੀ ਕਿ ਇਹ ਸਟਿਚ ਵੀ ਬਾਹਰੋਂ ਆਇਆ, ਕਿਉਂਕਿ ਸਟਿਚਸ ਤਾਂ ਹੋਣੇ ਆ ਇੱਥੇ, ਇੰਡੀਜਨਸ ਵੀ ਹੋਣੇ ਆ ਸਟਿਚਸ, ਪਰ ਮੋਟਿਵਸ, ਡਿਜ਼ਾਈਨਸ, roses, bunches of roses, bouquets, ਇਹ ਸਭ ਚੀਜ਼ਾਂ ਜਿਹੜੀਆਂ ਲੇਡੀਜ਼ ਨੇ ਮੇਜ਼ ਪੋਸ਼ ਵਗੈਰਾ 'ਤੇ ਕਢਾਈਆਂ ਕਰਨੀਆਂ ਸ਼ੁਰੂ ਕੀਤੀਆਂ। ਉਹਨਾਂ ਹੋਇਆ ਇਹ ਵੀ ਕਿ ਕਿਉਂਕਿ ਮੈਗਜ਼ੀਨਸ ਵੀ ਆਉਣੀਆਂ ਸ਼ੁਰੂ ਹੋ ਗਈਆਂ, ਔਰ ਇੱਕ ਆਇਰਨ ਔਨ ਟਰਾਂਸਫਰਸ ਹੁੰਦੇ ਸੀਗੇ, ਜਿਹਦੇ ਵਿੱਚ ਇੱਕ ਪਤਲਾ ਪੇਪਰ ਕਹਿ ਲਓ, ਉਹਦੇ 'ਤੇ ਡਿਜ਼ਾਈਨ ਦਾ, ਉਹ ਹਾਲੇ ਵੀ ਸ਼ਾਇਦ ਮਿਲਦੇ ਹੋਣਗੇ, ਡਿਜ਼ਾਈਨ ਬਣਿਆ ਹੁੰਦਾ ਸੀ, ਔਰ ਉਹਨੂੰ ਪ੍ਰੈਸ ਦੇ ਨਾਲ ਉਹਨੂੰ ਗਰਮ ਕਰਕੇ ਪ੍ਰੈਸ ਕਰੋ ਤਾਂ ਉਹਦੀ ਛਾਪ ਪੈ ਜਾਂਦੀ ਸੀ ਕੱਪੜੇ ਉੱਤੇ। ਉਹ ਤਾਂ ਸੀ ਕਿਉਂਕਿ ਇੱਕ ਇੰਕ ਨਾ ਵਿਦ ਅ ਵੈਰੀ ਲੋ ਮੈਲਟਿੰਗ ਪੁਆਇੰਟ ਉਹ ਸੀਗੀ ਉਹਦੇ 'ਤੇ ਬਣਾਈ ਗਈ। ਤਾਂ ਇਹ ਕਨਸੈਪਟ 1870s ਵਿੱਚ ਡਿਵੈਲਪ ਹੋਇਆ ਇਨ the two famous ਜਿਹੜੇ ਆਇਰਨ ਔਨ ਟਰਾਂਸਫਰ ਸੀ, ਡਾਈਟਨ, ਔਰ ਇਹ ਇੰਡੀਆ 'ਚ ਬਹੁਤ ਪੈਮਾਨੇ 'ਤੇ ਮਿਲਣਾ ਸ਼ੁਰੂ ਹੋ ਗਿਆ। ਧਾਗੇ ਵੀ ਉੱਥੋਂ ਆਉਂਦੇ ਸੀ, ਔਰ ਧਾਗਿਆਂ ਦੇ ਨਾਲ ਨੰਬਰ ਵੀ ਹੁੰਦਾ ਸੀ ਕਿ ਫਲਾਣੇ ਡਿਜ਼ਾਈਨ 'ਤੇ ਫਲਾਣਾ ਨੰਬਰ ਯੂਜ਼ ਕਰੋ। ਸੋ ਉਹਨਾਂ ਦੇ ਰੰਗ ਵੀ ਉਹ ਜਿਹੜਾ ਟੋਟਲੀ ਵੈਸਟਰਨ ਕਨਸੈਪਟ ਡਿਵੈਲਪ ਹੋ ਗਿਆ। ਜਿਹੜੇ ਆਪਣੇ ਲੋਕਧਾਰਾ ਦੇ ਜਿੰਨੇ ਵੀ ਲੋਕ ਗੀਤ ਆਪਾਂ ਦੇਖਦੇ ਹਾਂ, ਜਿਹਦੇ ਅੰਦਰ ਕੁੜੀਆਂ ਦੇ ਮਤਲਬ ਕਢਾਈ ਸਿਲਾਈ ਦਾ ਜ਼ਿਕਰ ਹੈ, ਮਾਵਾਂ ਅਤੇ ਧੀਆਂ ਦਾ ਕਢਾਈ ਸਿਲਾਈ ਦਾ ਜ਼ਿਕਰ ਹੈ, ਦਾਜ ਬਣਾਉਣ ਦਾ ਜਿਹੜਾ ਜ਼ਿਕਰ ਹੈ, ਮਤਲਬ ਉਹ ਕਢਾਈ ਸਿਲਾਈ ਅਤੇ ਇਸ ਦੇ ਵਿੱਚ ਕਿੰਨਾ ਕੁ ਫਰਕ ਹੈ? ਕਿਉਂਕਿ ਉੱਥੋਂ ਤਾਂ ਐਂ ਲੱਗਦਾ ਕਿ ਸਾਡੇ ਵੀ ਸ਼ੁਰੂ ਤੋਂ ਸੀ ਕਢਾਈ ਸਿਲਾਈ। ਨਹੀਂ, ਉਹ ਮੈਂ ਇਹ ਨਹੀਂ ਕਿਹਾ ਕਿ ਸਾਰੀ ਕਢਾਈ ਵੈਸਟ ਤੋਂ ਆਈ ਹੈ। ਮੈਂ ਸਿਰਫ ਇਹ ਕਹਿ ਰਹੀ ਹਾਂ ਕਿ ਜਿਹੜੀ ਇੱਕ ਤਰ੍ਹਾਂ ਦੀ ਕਢਾਈ ਜਿਹੜੀ ਯੂਰਪੀਅਨ ਸਟਾਈਲ ਕਹਿ ਲਓ ਕਢਾਈ ਸੀ, ਪਰ ਜਿਵੇਂ ਫੁਲਕਾਰੀ ਹੈ, ਜਿਵੇਂ ਇੰਡੀਜਨਸ ਐਮਬਰਾਇਡਰੀ ਕਹਿ ਲਓ, ਉਹ ਤਾਂ ਇੱਥੇ ਸੀਗੀ। ਉਹਦੇ 'ਤੇ ਪ੍ਰਭਾਵ ਨਹੀਂ ਹੋਇਆ ਕੁਛ, ਟੂ ਸਮ ਐਕਸਟੈਂਟ ਕਹਿ ਲਓ ਕਿ ਡਿਜ਼ਾਈਨਸ, ਜਿਵੇਂ ਫੁਲਕਾਰੀਆਂ ਦੇ ਵਿੱਚ ਡਿਜ਼ਾਈਨਸ ਆਏ ਹੈ, ਜਿਵੇਂ ਉਹਨਾਂ ਨੇ ਬੀਬੀਆਂ ਨੇ ਦੇਖਿਆ ਕਿ ਜਦੋਂ ਟ੍ਰੇਨ ਆਈ ਹੈ ਤਾਂ ਉਹਨਾਂ ਨੇ ਕਿਉਂਕਿ ਉਹ ਤਾਂ ਵੈਸਟ ਤੋਂ ਹੀ ਆਈ ਹੈ, ਫਿਰ ਉਹ ਕਢਾਈ ਕਰਨੀ ਸ਼ੁਰੂ ਹੋਈ, ਉੱਥੇ ਤਾਂ ਹੀ ਇਨਫਲੂਐਂਸ ਹੋਇਆ। ਪਰ ਮੇਰਾ ਇਹ ਕਹਿਣ ਦਾ ਮਤਲਬ ਬਿਲਕੁਲ ਨਹੀਂ ਹੈ ਕਿ ਸਾਰੀ ਕਢਾਈ ਉੱਥੋਂ ਆਈ ਹੈ। ਜਿਹੜੀ ਇਹ ਸਿਲਾਈਆਂ ਨਾਲ ਬੁਣਤੀ ਵਾਲਾ ਕਨਸੈਪਟ ਹੈ, ਇਹ ਤਾਂ ਟੋਟਲੀ ਵੈਸਟਰਨ ਹੈ। ਬਿਲਕੁਲ ਜੀ, ਇਹ ਜਿਹੜੀ ਨਿਟਿੰਗ ਕਹਿ ਲਓ, ਉਹਨਾਂ ਸਵੈਟਰ ਬੁਣਨਾ, ਇਹ ਸਾਰਾ ਕੁਝ ਜਿਹੜੀ ਬੁਣਤੀ ਹੈ ਕਿ ਸਿਲਾਈਆਂ ਨਾਲ, ਇਹ ਸਾਡੀ ਇੱਥੇ ਨਹੀਂ ਸੀ ਪਹਿਲਾਂ। ਨਹੀਂ, ਇਹ ਇੱਥੇ ਨਹੀਂ ਸੀਗੀ। ਇਹ ਆਈ ਹੈ, ਇਟਸ ਟੋਟਲ ਵੈਸਟ ਤੋਂ ਆਈ ਹੈ। ਬਲਕਿ ਜਿਹੜੇ ਮੈਂ ਬਹੁਤ ਲੋਕਾਂ ਨੂੰ ਇੰਟਰਵਿਊ ਵੀ ਕੀਤਾ ਤਾਂ ਉਹ ਵੀ ਲੋਕ ਇਹੀ ਕਹਿੰਦੇ ਸੀਗੇ ਕਿ ਸਵੈਟਰ ਪਾਉਣ ਦਾ ਤਾਂ ਰਿਵਾਜ਼ ਹੀ ਹੈ ਨਹੀਂ ਸੀਗੇ। ਇਹ ਤਾਂ ਇੰਡੀਪੈਂਡੈਂਸ ਤੋਂ ਬਹੁਤ ਬਾਅਦ ਤੇ ਮਤਲਬ ਔਨ ਮਾਸ ਸਕੇਲ ਹੋਇਆ ਆ। ਪਹਿਲਾਂ ਕੋਈ ਲੋਕ ਪਾਉਂਦੇ ਸੀਗੇ, ਮੈਂ ਇਹ ਨਹੀਂ ਕਹਿੰਦੀ, ਪਰ ਜਿਵੇਂ
ਸੌਕਸ ਦਾ ਬੁਣਨਾ, ਸੌਕਸ ਦਾ ਪਹਿਨਣਾ ਬਾਹਰੋਂ ਆਇਆ ਆ। ਤੇ ਇਹ 6th ਕਲਾਸ ਵਿੱਚ ਜਦੋਂ ਸਕੂਲਸ ਖੁੱਲ੍ਹੇ ਤਾਂ 6ਵੀਂ ਕਲਾਸ ਦੇ ਵਿੱਚ ਜਿਹੜੀਆਂ ਕੁੜੀਆਂ ਸੀਗੀਆਂ, ਗਰਲ ਸੀਗੀਆਂ, ਉਹਨਾਂ ਨੂੰ ਇਹ ਕਢਾਈਆਂ ਸਿਖਾਈਆਂ ਗਈਆਂ, ਜਿਹੜੀਆਂ ਵੈਸਟਰਨ ਟਾਈਪ ਕਢਾਈਆਂ ਸਿਖਾਈਆਂ ਗਈਆਂ ਔਰ ਨਿਟਿੰਗ ਸਿਖਾਈ ਗਈ। ਔਰ ਪਹਿਲਾ ਗਾਰਮੈਂਟ ਜਿਹੜਾ ਬਣਾਉਣਾ ਸਿਖਾਇਆ ਗਿਆ ਉਹ ਜੁਰਾਬਾਂ ਸੀਗੀਆਂ। ਬਲਕਿ ਕਈ ਰਾਈਟਰਸ ਇਹਨੂੰ ਮੈਂਸ਼ਨ ਕਰਦੇ ਆ ਕਿ ਨਿਟਿੰਗ ਨੂੰ ਵਾਜ਼ ਨੋਨ ਐਜ਼ ਜੁਰਾਬ ਬੁਣਨਾ। ਉਹ ਇਟ ਆਲਮੋਸਟ ਬਿਕੇਮ ਸਿਨੋਨਿਮਸ ਕਹਿ ਲਓ ਕਿ ਜੁਰਾਬ ਬੁਣਨਾ ਜਾਂ ਨਿਟਿੰਗ ਨੂੰ ਨਾ ਇੰਟਰਚੇਂਜੇਬਲੀ ਯੂਜ਼ ਕਰਦੇ ਸੀਗੇ। ਇਨ ਫੈਕਟ ਇਟਸ ਇੰਟਰਸਟਿੰਗ, ਇੱਕ ਰਾਈਟਰ ਕਹਿੰਦੇ ਹੈ ਕਿ ਇੱਕ ਜਿਹੜੇ ਬੱਚਿਆਂ ਨੂੰ ਕਿਹਾ ਗਿਆ ਇੱਕ ਗਾਰਮੈਂਟ ਬਣਾਉਣ ਲਈ, ਸਕੂਲ ਦਾ ਪ੍ਰੋਜੈਕਟ ਸੀਗਾ। ਸੋ ਕਈਆਂ ਨੇ ਜਰਾਬਾਂ ਬਣਾਈਆਂ ਬਿਕੋਜ਼ ਉਹਨਾਂ ਨੂੰ ਸਿਖਾਇਆ ਗਿਆ ਸੀ। ਸੋ ਉਹਨਾਂ ਦੇ ਰਾਈਟਰ ਨੇ ਇੱਕ ਕਮੈਂਟ ਕੀਤਾ ਆ ਕਿ ਮੈਨੂੰ ਇਹ ਨਹੀਂ ਸਮਝ ਆਇਆ ਕਿ ਇਹ ਜਰਾਬਾਂ ਕਿਉਂ ਬਣਾ ਰਹੇ ਆ, ਕਿਉਂਕਿ ਇਹ ਪਾਉਂਦੇ ਤਾਂ ਹੈ ਨਹੀਂ। ਸੋ ਇਹ ਨਿਟਿੰਗ ਇਜ਼ ਟੋਟਲ ਵੈਸਟਰਨ ਕਨਸੈਪਟ। ਇਹ ਬਾਹਰੋਂ ਆਇਆ ਆ ਔਰ ਬਾਅਦ ਵਿੱਚ ਹੌਲੀ ਹੌਲੀ, ਜਿਵੇਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਹੈ, ਬੇਦਨ ਪਾਵਲ ਨੇ ਲਿਖਿਆ ਆ ਕਿ ਕੋਈ ਇੱਥੇ ਸਵੈਟਰਸ ਵਗੈਰਾ ਵੂਲਨ ਕੱਪੜੇ ਨਹੀਂ ਸੀ ਪਾਉਂਦੇ ਔਰ ਲੇਅਰਸ ਆਫ ਕਾਟਨਸ ਪਾਏ ਜਾਂਦੇ ਸੀਗੇ। ਐਂਡ ਇਨ ਫੈਕਟ ਇੰਗਲੈਂਡ ਵਿੱਚ ਵੀ ਇਹ ਕਨਸੈਪਟ ਨਹੀਂ ਸੀਗਾ। ਪਹਿਲਾਂ ਇਹ ਕਹਿੰਦੇ ਸਪੇਨ 'ਚੋਂ ਆਇਆ, ਸਪੇਨ ਇਟਲੀ 'ਚੋਂ ਇੰਗਲੈਂਡ ਆਇਆ। ਐਂਡ ਉੱਥੇ ਜਿਹੜੇ ਪ੍ਰਿੰਸ ਆਫ ਵੇਲਸ ਸੀਗੇ 1920s, ਉਹ ਜਦੋਂ ਸਕਾਟਲੈਂਡ ਗਏ ਤਾਂ ਉੱਥੇ ਦੇ ਲੋਕਾਂ ਨੇ ਕਿਹਾ ਕਿ ਇੱਥੇ 1920s ਵਿੱਚ ਇੱਥੇ ਇਹਨਾਂ ਦੀ ਹਾਲਤ ਇਕਨੋਮਿਕਲੀ ਬਹੁਤ ਖਰਾਬ ਹੈ ਔਰ ਲੋਕਾਂ ਨੂੰ ਇਹ ਚਾਹੀਦਾ ਕਿ ਕੋਈ ਇੰਡਸਟਰੀ ਤਾਂ ਕਿ ਉਹ ਇੰਪਰੂਵ ਕਰ ਸਕਣ। ਸੋ ਇਸ ਕਰਕੇ ਉਹ ਪ੍ਰਿੰਸ ਆਫ ਵੇਲਸ ਨੇ ਆ ਕੇ ਇੱਕ ਫੇਅਰ ਆਈਲ ਸਵੈਟਰ ਪਾਇਆ। ਜਦੋਂ ਇੱਕ ਗੋਲਫ ਹੁੰਦੀ ਹੈ ਬ੍ਰਿਟਿਸ਼ ਓਪਨ ਇਨ 1922, ਉਹਨੇ ਇੱਕ ਫੇਅਰ ਆਈਲ ਸਵੈਟਰ ਪਾਇਆ। ਫਿਰ ਉਸ ਤੋਂ ਉਹ ਫੇਅਰ ਆਈਲ ਪੈਟਰਨ ਬੜਾ ਪੋਪੂਲਰ ਹੋ ਗਿਆ। ਫਿਰ ਸਾਰਿਆਂ ਨੇ, ਉਹ ਸ਼ਨੈਲ ਨੇ ਵੀ ਕਾਪੀ ਕੀਤਾ, ਉਹ ਕਾਪੀ ਨਹੀਂ, ਉਹਨੇ ਪੋਪੂਲਰਾਈਜ਼ ਕੀਤਾ, ਇਹਨਾਂ ਨੇ ਵੀ ਕੀਤਾ ਔਰ ਨਿਟਿੰਗ ਫਿਰ ਬਿਕੇਮ ਮੋਰ ਐਂਡ ਮੋਰ, ਇਹ ਪੈਟਰਨ ਬੜਾ ਪੋਪੂਲਰ ਹੋਇਆ। ਹੁਣ ਆਪਣੇ ਜਿਹੜੇ ਜਰਾਬਾਂ ਆ ਬੁਣਦੀਆਂ ਇਨ ਹਿਮਾਚਲ, ਉਹਦੇ ਵਿੱਚ ਵੀ ਉਹ ਫੇਅਰ ਆਈਲ ਪੈਟਰਨ ਮੰਨਿਆ ਜਾਂਦਾ ਹੈ। ਇਹ ਮਿਸ਼ਨਰੀਜ਼ ਨੇ ਵੀ ਇਹ ਨਿਟਿੰਗ ਸਿਖਾਈ ਲੋਕਾਂ ਨੂੰ ਸਕੂਲਸ ਵਿੱਚ। ਇੱਥੇ ਵੀ ਤੇ ਕਈ ਤਰ੍ਹਾਂ ਦੀ ਕਲਾਸ ਸੀ, ਹੈ ਨਾ। ਇੱਥੇ ਰਿਆਸਤਾਂ ਸਨ, ਮਹਾਰਾਜੇ ਸਨ, ਫਿਰ ਉਸ ਤੋਂ ਬਾਅਦ ਜਗੀਰਦਾਰ ਅਤੇ ਹੋਰ ਅਮੀਰ ਪਰਿਵਾਰ, ਵੱਡੇ ਸਰਦਾਰ ਵੀ ਸਨ, ਉਸ ਤੋਂ ਬਾਅਦ ਫਿਰ ਆਮ ਲੋਕ ਵੀ ਸਨ। ਮਤਲਬ ਤਿੰਨਾਂ 'ਤੇ ਜਿਹੜਾ ਵੈਸਟਰਨ ਅੰਗਰੇਜ਼ਾਂ ਦੇ ਇਸ ਤਰ੍ਹਾਂ ਦਾ ਜੋ ਪ੍ਰਭਾਵ ਹੈ ਉਹ ਬਰਾਬਰ ਪਿਆ, ਜਾਂ ਮਤਲਬ ਕਿ ਉਹ ਰਾਇਲ ਫੈਮਿਲੀ 'ਚ ਵੱਖਰਾ ਸੀ ਅਤੇ ਆਮ ਲੋਕਾਂ 'ਚ ਉਹ ਪ੍ਰਭਾਵ ਇੱਕ ਸੀਮਤ ਦਾਇਰੇ ਤੱਕ ਸੀ। ਇਹ ਗੱਲ ਸਹੀ ਹੈ ਕਿ ਉਹ ਐਜੂਕੇਟਡ ਕਲਾਸ, ਰਾਇਲਟੀ ਸ਼ਹਿਰਾਂ ਵਿੱਚ ਜ਼ਿਆਦਾ ਸੀਗਾ, ਪਿੰਡਾਂ ਵਿੱਚ ਘੱਟ ਸੀਗਾ। ਔਰ ਇਹਦੇ ਵਿੱਚ ਇੱਕ ਮੈਂ ਇਹ ਵੀ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਸਾਰੇ ਲੋਕ ਪ੍ਰਭਾਵਿਤ ਨਹੀਂ ਹੋਏ। ਇੱਕ ਸੈਕਸ਼ਨ ਪੋਪੂਲੇਸ਼ਨ ਦਾ, ਕਾਫੀ ਵੱਡਾ ਸੈਕਸ਼ਨ ਇਹ ਵੀ ਸੀਗਾ ਜਿਹੜੇ ਕਿ ਵੈਸਟਰਨ ਕੱਪੜੇ ਨਹੀਂ ਸੀ ਪਾਉਂਦੇ, ਜਿਵੇਂ ਪਿੰਡਾਂ ਵਿੱਚ ਜਾਂ ਜੋ ਵੀ ਕਹਿ ਲਓ, ਜਾਂ ਉਹ ਨਹੀਂ ਸੀ ਪਾਉਂਦੇ, ਉਹ ਪ੍ਰਭਾਵਿਤ ਨਹੀਂ ਹੋਏ। ਪਰ ਇਹ ਵੀ ਸੱਚ ਹੈ ਕਿ ਬਹੁਤ, ਜਿਵੇਂ ਆਪਾਂ ਅੱਜ ਹਾਂ, ਆਪਾਂ ਮੇਜ਼ ਕੁਰਸੀ 'ਤੇ ਬੈਠਦੇ ਹਾਂ, ਅੰਗਰੇਜ਼ੀ ਬੋਲਦੇ ਹਾਂ, ਕਾਂਟੇ ਛੁਰੀ ਨਾਲ ਖਾਣਾ ਖਾਂਦੇ ਹਾਂ, ਜਿਵੇਂ ਲੋਕ ਕਲੱਬਸ 'ਚ ਜਾਂਦੇ ਆ, ਉਹ ਸਭ। ਜਿਵੇਂ ਇੱਕ ਹੋਰ ਗੱਲ ਹੈ ਕਿ ਜਿਵੇਂ ਪਹਿਲਾਂ ਤਾਂ ਇੱਕ ਗੱਲ ਇਹ ਸੀ ਕਿ ਲੋਕ ਸਵੇਰੇ ਕੱਪੜਾ ਪਾ ਲੈਂਦੇ ਸੀਗੇ ਔਰ ਉਹ ਸ਼ਾਮ ਤਾਈਂ ਉਹੀ ਰਹਿੰਦਾ ਸੀਗਾ। ਪਰ ਜਿਵੇਂ ਇਹ ਇੱਕ ਵੈਸਟਰਨ ਅਰਿਸਟੋਕ੍ਰੇਸੀ ਨਾਲ ਇੱਕ ਕਨਸੈਪਟ ਆਇਆ
ਕਿ ਹਰ ਇੱਕ ਟਾਈਮ ਦੇ ਲਈ ਉਹ ਫਰਕ ਡਰੈਸ ਹੁੰਦੀ ਆ। ਉਹ ਫਿਰ ਅਪਰ ਕਲਾਸ ਪੰਜਾਬ ਵਿੱਚ ਔਰ ਸਿਟੀਜ਼ ਵਿੱਚ ਟੂ ਸਮ ਐਕਸਟੈਂਟ ਉਹ ਫਿਲਟਰ ਡਾਊਨ ਹੋਇਆ ਆ। ਜਿਵੇਂ ਸ਼ਿਕਾਰ ਦੀ ਡਰੈਸ ਹੋਰ ਸੀਗੀ, ਬੈਡਮਿੰਟਨ ਖੇਲਣਾ ਉਹਦੀ ਹੋਰ ਸੀਗੀ, ਇਵੇਂ ਸ਼ਾਮ ਨੂੰ ਡਿਨਰ ਲਈ ਜਾਣਾ ਉਹ ਹੋਰ ਸੀਗੀ। ਇਹ ਇੱਕ ਬਹੁਤ ਇੰਪੋਰਟੈਂਟ ਸੀਗਾ ਬ੍ਰਿਟਿਸ਼ਰਸ ਲਈ ਕਿ ਡਰੈਸਿੰਗ ਅਪ ਫॉर ਡਿਨਰ, ਕਿਉਂਕਿ ਉਹ ਥੋੜ੍ਹਾ ਆਪਣਾ ਅੰਤਰ ਰੱਖਣਾ ਚਾਹੁੰਦੇ ਸੀਗੇ ਕਿ ਉਹ ਇਹ ਨਹੀਂ ਸੀ ਚਾਹੁੰਦੇ ਕਿ ਬਹੁਤ ਕੈਜੂਅਲ ਹੋ ਜਾਣ ਔਰ ਥੋੜ੍ਹਾ ਆਪਣਾ I won't say ਅੰਤਰ ਬਟ ਥੋੜ੍ਹੀ ਉਹ it was important to them ਕਿ ਉਹ ਡਰੈਸ ਅਪ ਫॉर ਡਿਨਰ। ਇਨਫੈਕਟ ਇੱਕ ਸਟੋਰੀ ਹੈਗੀ ਆ ਕਿ ਇੱਕ ਬ੍ਰਿਟਿਸ਼ ਆਫਿਸਰ ਜੰਗਲ ਵਿੱਚ ਉਹ ਜਾ ਕੇ ਕੈਂਪ ਕਰਦੇ ਸੀਗੇ, ਤਾਂ ਉਹਦੇ ਵਿੱਚ ਉਹਨੂੰ ਇਨਸਟਰਕਸ਼ਨ ਸੀਗੀਆਂ ਕਿ ਜਿਹੜਾ ਉਹਨਾਂ ਦਾ ਵੇਟਰ ਸੀ ਜਾਂ ਬੇਅਰਰ ਸੀ ਕਿ ਉਹਨੂੰ ਕਹਿੰਦਾ ਖਾਣਾ ਸ਼ੁੱਡ ਬੀ ਲੇਡ ਡਾਊਨ, ਇਸ ਤਰ੍ਹਾਂ ਖਾਣਾ ਹੋਣਾ ਚਾਹੀਦਾ ਆ ਲੇਡ ਟੇਬਲ ਕਿ ਜਿਵੇਂ ਕੋਈ ਆ ਰਿਹਾ ਆ, ਕੋਈ ਗੈਸਟ ਆ ਰਿਹਾ, ਔਰ ਉਹ ਵੀ ਜਦੋਂ ਸ਼ਾਮ ਨੂੰ ਡਿਨਰ ਲਈ ਉਹ ਐਨ ਸੂਟ ਬੂਟ ਪਾ ਕੇ ਉਹ ਤਾਂ ਡਿਨਰ ਲਈ ਜਾਂਦੇ ਸੀਗੇ। ਔਰ ਇਹ ਚੀਜ਼ ਫਿਲਟਰ ਡਾਊਨ ਹੋਈ ਆ ਇੰਡੀਅਨ ਬਿਊਰੋਕਰੇਸੀ ਵਿੱਚ ਜਿਹੜੇ ਆਫਿਸਰ ਸੀਗੇ। ਮੈਂ ਬਹੁਤ ਸਾਰੇ ਕਈ ਲੋਕਾਂ ਨੂੰ ਜਾਣਦੀ ਹਾਂ ਜਿਨ੍ਹਾਂ ਦੇ ਫੈਮਿਲੀ ਦੇ ਜਿਵੇਂ ਦੇ ਦਾਦਾ ਜਾਂ ਨਾਨਾ ਜਾਂ ਫਾਦਰ ਉਹ ਸਿਵਲ ਸਰਵੈਂਟ ਸੀਗੇ। ਕਹਿੰਦੇ ਕਿ ਉਹ ਸਾਨੂੰ ਮਤਲਬ ਇਟ ਵਾਜ਼ ਅ ਨੋਰਮ ਕਿ ਸ਼ਾਮ ਨੂੰ ਜਿਹੜਾ ਡਿਨਰ ਹੈ ਤਾਂ ਉਹਦੇ 'ਚ ਜੈਕਟ ਟਾਈ ਔਰ ਲੇਡੀਜ਼ ਨੂੰ ਐਂਡ ਡਰੈਸ ਅਪ ਹੋ ਕੇ ਆਉਣਾ ਸੀਗਾ। ਸੋ ਇਹ ਫਰਕ ਤਾਂ ਹੋਇਆ ਆ। ਇੱਕ ਥੋੜ੍ਹਾ ਜਿਹਾ ਇਹ ਦੱਸੋ ਵੀ ਜਿਸ ਤਰ੍ਹਾਂ ਤੁਸੀਂ ਇਹ ਕਿਤਾਬ ਲਿਖੀ ਆ, ਮਤਲਬ ਤੁਹਾਡੇ ਤੋਂ ਪਹਿਲਾਂ ਇਸ ਜੌਨਰ ਦੀ ਮੈਨੂੰ ਲੱਗਦਾ ਨਹੀਂ ਵੀ ਕੋਈ ਕਿਤਾਬ ਆਈ ਸੀ ਪੰਜਾਬੀ ਦੇ ਮਤਲਬ ਕਿ ਪੰਜਾਬ ਦੇ ਇਸ ਤਰ੍ਹਾਂ ਦੇ ਪਹਿਰਾਵਿਆਂ ਬਾਰੇ। ਮਤਲਬ ਇਸ ਤਰ੍ਹਾਂ ਦਾ ਕੰਮ ਸਭ ਤੋਂ ਪਹਿਲੀ ਵਾਰ ਕਦੋਂ ਹੋਇਆ ਅਤੇ ਕਦੋਂ ਹੋਇਆ, ਜੇ ਥੋੜ੍ਹਾ ਜਿਹਾ ਮਤਲਬ ਇੱਕ ਪੰਛੀ ਝਾਤ ਪੈ ਸਕੇ। ਮੇਰੀ ਇਨਫੋਰਮੇਸ਼ਨ ਆ ਇਹ ਪਹਿਲਾ ਕੰਮ ਹੈ ਪੰਜਾਬ 'ਚ ਕਹਿ ਲਓ ਜਾਂ ਇੰਡੀਆ 'ਚ ਕਹਿ ਲਓ, ਔਰ ਇਟ ਅਪਲਾਈਜ਼ ਆਲ ਓਵਰ ਇੰਡੀਆ। ਕਿਉਂਕਿ ਸਾਡੇ ਇੱਕ ਫਰੈਂਡਸ ਹੈਗੇ, ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ। ਜਦੋਂ ਮੇਰੀ ਬੁੱਕ ਆਈ ਔਰ ਆਈ ਵਾਜ਼ ਟਾਕਿੰਗ ਅਬਾਊਟ ਕਿ ਇਸ ਤਰ੍ਹਾਂ ਦਾ ਪਹਿਨਾਵਾ ਆਇਆ, ਇਹ ਆਇਆ, ਉਹਨਾਂ ਨੇ ਉਹ ਬਿਹਾਰ ਦੇ ਹੈਗੇ, ਉਹਨਾਂ ਨੇ ਆਪਣੇ ਗ੍ਰੈਂਡਫਾਦਰ ਦੀਆਂ ਉਹ ਫੋਟੋਆਂ ਦਿਖਾਈਆਂ, ਬਿਲਕੁਲ ਸੇਮ ਸੀਗੀਆਂ ਜਿਵੇਂ ਪੰਜਾਬ ਵਿੱਚ ਹੈ। ਉਹ ਸਿਮਿਲਰ ਚੇਂਜਸ ਸੀ, ਥੋੜ੍ਹਾ ਬਹੁਤ ਫ਼ਰਕ ਹੋਏਗਾ, ਪਰ ਇਸ ਤੋਂ ਮੇਰੀ ਬੁੱਕ ਤੋਂ ਪਹਿਲਾਂ ਕੋਈ ਸਟੱਡੀ ਇਹਦੇ ਬਾਰੇ ਨਹੀਂ ਹੋਈ ਜਦੋਂ ਤੱਕ ਮੇਰੀ ਇਨਫੋਰਮੇਸ਼ਨ ਹੈ। ਜਿਸ ਤਰ੍ਹਾਂ ਤੁਸੀਂ ਪੰਜਾਬ 'ਤੇ ਲਿਖਿਆ ਕਿ ਇਸੇ ਤਰ੍ਹਾਂ ਇੰਡੀਆ ਬਾਰੇ ਵੀ ਕੁਝ ਲਿਖਿਆ ਗਿਆ ਅੱਜ ਤੱਕ? ਥੋੜ੍ਹਾ ਬਹੁਤ ਹੈ ਇੰਡੀਆ ਬਾਰੇ, ਪਰ ਐਵੇਂ ਜਿਸ ਤਰ੍ਹਾਂ ਮੇਰੀ ਇਹ ਪੂਰੀ ਸਟੱਡੀ ਹੈ ਨਾ ਕਿ ਕਿਸ ਤਰ੍ਹਾਂ ਚੇਂਜਸ ਹੋਈਆਂ, ਕਿਸ ਤਰ੍ਹਾਂ ਲੋਕਾਂ ਨੇ ਕਿਉਂ ਪਾਈਆਂ ਚੀਜ਼ਾਂ, ਕਿਉਂ ਉਸ ਤਰ੍ਹਾਂ ਨਹੀਂ ਹੋਇਆ। ਜ਼ਿਆਦਾਤਰ ਲੋਕਾਂ ਨੇ ਰਾਇਲਟੀ ਬਾਰੇ ਲਿਖਿਆ, ਕਾਮਨ ਲੋਕਾਂ ਬਾਰੇ ਨਹੀਂ ਲਿਖਿਆ। ਰਾਇਲਟੀ ਬਾਰੇ ਕਈ ਬੁੱਕਸ ਹੈਗੀਆਂ ਪਰ ਚੇਂਜਸ ਬਾਰੇ ਬਹੁਤ ਘੱਟ ਹੈ, ਔਰ ਕਿਉਂ ਆਈਆਂ ਚੇਂਜਸ ਕਿਸ ਤਰ੍ਹਾਂ ਉਹ ਮੇਰੀ ਇਨਫੋਰਮੇਸ਼ਨ ਬਾਰੇ ਇਹ ਨਹੀਂ ਆਇਆ। ਔਰ ਜਿਵੇਂ ਬਾਹਰਲੀਆਂ ਆਫ ਕੋਰਸ ਜਿਹੜੀ ਬਾਹਰਲੀ ਹਿਸਟਰੀ ਆਫ ਕਾਸਟਿਊਮ ਆ ਬਹੁਤ ਜ਼ਿਆਦਾ ਡਾਕੂਮੈਂਟਡ ਹੈ, ਆਪਣੀ ਨਹੀਂ ਹੈ ਇੱਥੇ ਦੀ। ਦੇਖੋ ਉਹਨਾਂ ਦੇ ਲਾਈਕ ਉੱਥੇ ਦੀਆਂ ਡਰੈਸਿਸ ਵੀ ਹੈਗੀਆਂ ਆ, ਉੱਥੇ ਦੇ ਪੇਂਟਿੰਗਸ ਵੀ ਹੈਗੀਆਂ, ਫਿਰ ਲੇਟਰ ਫੋਟੋਗ੍ਰਾਫਸ ਵੀ ਹੈ। ਇੱਕ ਗੱਲ ਬਹੁਤ ਮੈਂ ਕਹਿੰਦੀ ਹਾਂ, ਇਟ ਇਜ਼ ਕਮੈਂਡੇਬਲ ਕਿ ਜਿਹੜੇ ਬ੍ਰਿਟਿਸ਼ਰਸ ਹੈ ਉਹਨਾਂ ਨੇ ਹਰ ਚੀਜ਼ ਰਿਕਾਰਡ ਕੀਤੀ ਹੈ, ਔਰ ਉਹਦਾ ਸਾਨੂੰ ਬੜਾ ਫਾਇਦਾ ਹੋਇਆ, ਕਿਉਂਕਿ ਜੇ ਉਹ ਨਾ ਰਿਕਾਰਡ ਕਰਦੇ ਤਾਂ ਸਾਨੂੰ ਪਤਾ ਹੀ ਨਹੀਂ ਸੀ ਹੋਣਾ ਕਿ ਪਹਿਲਾਂ ਕਿੱਦਾਂ ਦੀ ਡਰੈਸ ਸੀ ਤਾਂ ਹੁਣ ਕਿੱਦਾਂ ਦੀ ਹੈ ਔਰ ਕਿਉਂ ਹੈ। ਪਰ ਜਿਹੜੀ ਬਾਹਰਲੀਆਂ ਬਹੁਤ ਡਿਟੇਲ ਵਿੱਚ ਉਹਨਾਂ ਨੇ, ਜਿਵੇਂ ਉੱਥੇ ਸਪੈਸੀਫਿਕ ਪੀਰੀਅਡਸ ਹੈਗੇ ਆ
ਕਿ ਫਰਕ ਟਾਈਮ ਤੇ ਫਰਕ ਡਰੈਸ ਚੇਂਜਸ ਆਏ ਜਿਹੜੇ ਕਿ ਜਿਹੜੀ ਮੇਰੀ ਸਟੱਡੀ ਹੈ ਇਹਦੇ ਵਿੱਚ ਪੀਰੀਅਡਸ ਫਿਕਸ ਨਹੀਂ ਹੋ ਸਕੇ, ਬਲਕਿ ਇਟ ਵਾਸ ਵੈਰੀ ਪ੍ਰੋਬਲਮੈਟਿਕ ਫॉर ਮੀ ਕਿ ਜਿਹੜੀਆਂ ਮੈਂ ਪੇਂਟਿੰਗਸ ਦੇਖੀਆਂ ਜਾਂ ਫੋਟੋਜ਼ ਦੇਖੀਆਂ ਲੇਟ 19th ਸੈਂਚੁਰੀ ਜਾਂ 1940s ਉਹਨਾਂ ਨੇ ਸੇਮ ਡਰੈਸ ਪਾਈ ਹੋਈ ਹੈ। ਤਾਂ ਮੈਨੂੰ ਇਹ ਪ੍ਰੋਬਲਮ ਬਹੁਤ ਹੋਈ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਫਿਰ ਮੈਂ ਰਿਅਲਾਈਜ਼ ਕੀਤਾ ਕਿ ਕਿਉਂਕਿ ਜਿਸ ਤਰ੍ਹਾਂ ਮੈਂ ਮੈਂਸ਼ਨ ਕੀਤਾ ਸੀ ਪਹਿਲਾਂ ਕਿ ਇਟ ਡਿਪੈਂਡਸ ਔਨ ਅ ਪਰਸਨਸ ਲੈਵਲ ਆਫ ਵੈਸਟਰਨਾਈਜੇਸ਼ਨ। ਜਿਵੇਂ ਅੱਜ ਮੈਂ ਡਿਸਾਈਡ ਕੀਤਾ ਕਿ ਮੈਂ ਵੈਸਟਰਨਾਈਜ਼ ਹੋਣਾ ਆ ਤਾਂ ਮੈਂ ਪਹਿਲਾਂ ਕੀ ਕਰਾਂਗੀ, ਜਾਂ ਬਾਏ ਐਂਡ ਲਾਰਜ ਪਹਿਲਾਂ ਜਰਾਬਾਂ ਪਾਉਂਦੇ ਸੀ, ਪਹਿਲਾਂ ਸ਼ੂਜ਼ ਪਾਉਂਦੇ ਸੀ, ਫਿਰ ਮੈਂ ਵੈਸਟਰਨ ਗਾਰਮੈਂਟਸ ਜਾਂ ਮੈਨ ਪ੍ਰੋਬੇਬਲੀ ਨਾਟ ਮੀ ਮੈਨ ਪਹਿਲਾਂ ਕੁਰਤੇ ਪਜਾਮੇ ਨਾਲ ਕੋਟਸ ਪਾਉਂਦੇ ਸੀਗੇ। ਤਾਂ ਉਹੀ ਕੁਰਤੇ ਪਜਾਮੇ ਨਾਲ ਕੋਟ 1940s 'ਚ ਵੀ ਹੈ, ਉਹੀ ਕੁਰਤੇ ਪਜਾਮੇ ਨਾਲ ਕੋਟ 1890 ਵਿੱਚ ਵੀ ਹੈਗਾ। ਸੋ ਇਹਦੇ ਵਿੱਚ ਪੀਰੀਅਡਸ ਫਿਕਸ ਨਹੀਂ ਹੋ ਸਕੇ, ਬਟ ਇਟ ਡਿਪੈਂਡਸ ਔਨ ਅ ਪਰਸਨਸ ਲੈਵਲ ਆਫ ਵੈਸਟਰਨਾਈਜੇਸ਼ਨ। ਜਦੋਂ ਫੁੱਲੀ ਵੈਸਟਰਨਾਈਜ਼ ਹੋ ਗਿਆ ਫੁੱਲੀ ਵੈਸਟਰਨਾਈਜ਼ ਹੋ ਗਿਆ, ਉਹਨੇ ਪੂਰੀ ਡਰੈਸ ਪਾ ਲਈ, ਪੂਰਾ ਸੂਟ ਪਾ ਲਿਆ। ਹੁਣ ਜਿਹੜੀ ਮੇਰੀ ਪਿਕਚਰ ਵਿੱਚ 1946 ਦੀ ਪਿਕਚਰ ਹੈ ਵਿਚ ਇਜ਼ ਦ ਲੇਟੈਸਟ ਕਹਿ ਲਓ ਈਅਰ ਬਿਫੋਰ ਇੰਡੀਪੈਂਡੈਂਸ, ਉਹਦੇ ਵਿੱਚ ਮਿਕਸ ਆਫ ਗਾਰਮੈਂਟਸ ਹੈਗੇ ਆ। ਇਹਦੇ ਵਿੱਚ ਸੂਟ ਵੀ ਹੈਗਾ ਆ, ਉਹਦੇ ਵਿੱਚ ਅਚਕਨ ਵੀ ਹੈ, ਔਰ ਕਿਸੇ ਨੇ ਕੁਰਤੇ ਪਜਾਮੇ ਨਾਲ ਕੋਟ ਵੀ ਪਾਇਆ ਹੋਇਆ। ਭਾਰਤ ਦੀ ਗੱਲ ਕਰਨੀ ਹੈ ਤਾਂ ਸੁਭਾਅ ਹੈ ਕਿ ਅਸੀਂ ਖਾਕੀ ਰੰਗ ਨਾਲ ਡਿਸਕ੍ਰਾਈਬ ਕਰਨ ਲੱਗਦੇ ਹਾਂ ਆਪਣੇ ਆਪ ਨੂੰ, ਭਾਵੇਂ ਸਾਰਾ ਖਾਕੀ ਨਾ ਵੀ ਪਾਉਂਦਾ ਹੋਵੇ ਭਾਰਤ, ਪਰ ਇੱਕ ਸਾਡਾ ਇੱਕ ਸਿੰਬਲ ਬਣ ਜਾਂਦਾ ਆ। ਜਿਵੇਂ ਅਮਰੀਕਾ ਦਾ ਸਿੰਬਲ ਬਲੂ ਕਲਰ ਬਣ ਜਾਂਦਾ ਆ। ਜੇ ਤੁਸੀਂ ਚੀਨ ਦੀ ਗੱਲ ਕਰਨੀ ਹੈ ਤਾਂ ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ ਉੱਥੇ ਲਾਲ ਰੰਗ ਦੇ ਕੱਪੜੇ ਜ਼ਿਆਦਾ ਪਾਏ ਜਾਂਦੇ ਆ। ਮਤਲਬ ਇੱਕ ਥੋੜ੍ਹਾ ਜਿਹਾ ਇਹ ਵੀ ਡਿਫਾਈਨ ਕਰੋ ਵੀ ਇਸ ਦੇ ਵੀ ਕੋਈ ਡਾਕੂਮੈਂਟਡ ਹੈਗਾ ਆ ਕਿ ਪਾਰਟੀਸ਼ਨ ਤੋਂ ਪਹਿਲਾਂ ਅਤੇ ਪਾਰਟੀਸ਼ਨ ਤੋਂ ਬਾਅਦ, ਜਾਂ ਗੋਰਿਆਂ ਦੇ ਆਉਣ ਤੋਂ ਪਹਿਲਾਂ ਜਾਂ ਗੋਰਿਆਂ ਦੇ ਆਉਣ ਤੋਂ ਬਾਅਦ ਕਿਹੜੇ ਰੰਗ ਪਾਏ ਜਾਂਦੇ ਸੀ, ਕਿਹੜੇ ਰੰਗਾਂ 'ਚ ਬਦਲਾਅ ਆ? ਪਹਿਲਾਂ ਤਾਂ ਜਿਹੜੇ ਜਿਸ ਤਰ੍ਹਾਂ ਮੈਂ ਮੈਂਸ਼ਨ ਕੀਤਾ ਕਾਟਨ ਹੀ ਪਾਈ ਜਾਂਦੀ ਸੀਗੀ, ਔਰ ਉਹਦੇ ਵਿੱਚ ਜਿਹੜੇ ਡਾਈਜ਼ ਹੁੰਦੇ ਸੀਗੇ ਇੰਡੀਗੋ ਐਂਡ ਮੈਡਰ ਕਹਿ ਲਓ, ਇੰਡੀਗੋ ਬਲੂ ਹੈ, ਮੈਡਰ ਕਹਿ ਲਓ ਲਾਲ ਔਰ ਸ਼ੇਡਸ ਆਫ ਰੈਡ, ਇਹ ਪਾਏ ਜਾਂਦੇ ਸੀਗੇ। ਅਤੇ ਇਹੋ ਹੀ ਸੀਗਾ। ਬਟ ਤੁਸੀਂ ਜੇ ਪੁਰਾਣੀਆਂ ਪੇਂਟਿੰਗਸ ਦੇਖੋ, ਮੈਜੋਰਿਟੀ ਆਫ ਲੋਕਾਂ ਨੇ ਚਿੱਟਾ ਪਾਇਆ ਹੋਇਆ। ਤੁਸੀਂ ਪੇਂਟਿੰਗਸ ਵੀ ਉਸ ਟਾਈਮ ਦੀਆਂ ਰਿਪਰੈਜ਼ੈਂਟੇਟਿਵ ਹੈ ਰੰਗ ਬਾਰੇ, ਜਾਂ ਕਿ ਕਿਤੇ ਹੈ ਫਰਕ ਕਰ ਰੰਗ, ਇਹ ਨਹੀਂ ਮੈਂ ਕਹਿ ਰਹੀ ਕਿ ਨਹੀਂ ਹੈ। ਪਰ ਜਦੋਂ ਐਨਾਲੀਨ ਡਾਈਜ਼ ਜਦੋਂ ਡਿਵੈਲਪ ਹੋਏ, ਫਿਰ ਵੀ ਕਮ ਬੈਕ ਟੂ ਇੰਡਸਟਰੀਅਲਾਈਜੇਸ਼ਨ ਇਨ ਦ ਵੈਸਟ, ਜਦੋਂ ਐਨਾਲੀਨ ਡਾਈਜ਼ ਐਂਡ ਆਫ 19th ਸੈਂਚੁਰੀ ਡਿਵੈਲਪ ਹੋਏ, ਉਹ ਫਿਰ ਇੱਥੇ ਵੀ ਆਇਆ, ਕਿਉਂਕਿ ਜੋ ਇੰਗਲੈਂਡ ਵਿੱਚ ਹੋਇਆ ਉਹ ਫਟਾਫਟ ਇੱਥੇ, ਕਿਉਂਕਿ ਇੱਥੇ ਰੂਲ ਸੀਗਾ ਬ੍ਰਿਟਿਸ਼ਰਸ ਦਾ, ਤਾਂ ਇੱਥੇ ਵੀ ਆ ਜਾਂਦਾ ਸੀ। ਫਿਰ ਉਹ ਫਰਕ ਬ੍ਰਾਈਟ ਕਲਰਸ ਇਹ ਸਭ ਆ ਗਏ। ਔਰ ਇੱਕ ਇਹ ਵੀ ਹੈ ਕਿ ਜਦੋਂ ਕੱਪੜੇ ਇੰਪੋਰਟ ਹੋ ਕੇ ਆਏ, ਉਹਨਾਂ ਦੇ ਰੰਗ ਅਲੱਗ ਸੀਗੇ, ਔਰ ਉਹ ਵੀ ਫਿਰ ਲੋਕਾਂ ਨੂੰ ਕਨਸੈਪਟ ਆਫ ਵੇਅਰਿੰਗ ਡਿਫਰੈਂਟ ਕਲਰਸ, ਔਰ ਇੱਕ ਕਨਸੈਪਟ ਸੀ ਮੈਚਿੰਗ ਦਾ, ਜਿਵੇਂ ਸਲਵਾਰ ਕਮੀਜ਼ ਦੁਪੱਟਾ ਮੈਚਿੰਗ। ਪਹਿਲਾਂ ਇਹ ਕਨਸੈਪਟ ਨਹੀਂ ਸੀਗਾ। ਪਹਿਲਾਂ ਲੋਕਾਂ ਕੋਲ ਇੱਕ ਤਾਂ ਜਿਵੇਂ ਨੰਬਰ ਆਫ ਕਲੋਥਸ ਕਹਿ ਲਓ ਘੱਟ ਸੀਗਾ, ਥੋੜ੍ਹੇ 2-3 ਕੱਪੜੇ ਕਹਿ ਲਓ, ਇੱਕ ਬਾਹਰ ਆਉਣ ਜਾਣ ਨੂੰ, 2 ਵੈਸੇ ਪਾਉਣ ਨੂੰ, ਇਹ ਥੋੜ੍ਹੇ ਕੱਪੜੇ ਹੁੰਦੇ ਸੀਗੇ। ਫਿਰ ਹੌਲੀ ਬਹੁਤ ਮੈਚਿੰਗ ਦਾ ਕਨਸੈਪਟ, ਉਹਨਾਂ ਕੋਲ ਜੋ ਅਵੇਲੇਬਿਲਿਟੀ ਸੀਗੀ ਉਹ ਇਹ ਸੋਚ ਕੇ ਨਹੀਂ ਸੀ ਪਾਉਂਦੇ ਕਿ ਮੈਂ ਆਹ ਪਾਉਣਾ ਜਾਂ ਨਹੀਂ, ਪਰ ਇਹ ਵੈਸਟ ਨਾਲ ਇਹ ਕਨਸੈਪਟ ਵੀ ਆਇਆ, ਲਾਈਟਰ ਕਲਰਸ। ਇਹ
ਮਸ਼ੀਨ ਬਾਰੇ ਥੋੜਾ ਜ਼ਰੂਰ ਦੱਸੋ ਵੀ ਉਹ ਇੰਡੀਆ 'ਚ ਕਿਵੇਂ ਆਈ, ਕਦੋਂ ਆਈ? ਇੰਡੀਆ ਵਿੱਚ ਜੋ ਮਿਡ 19th ਸੈਂਚੁਰੀ ਵਿੱਚ ਸੋਇੰਗ ਮਸ਼ੀਨ ਇਨਵੈਂਟ ਹੋਈ ਆ। ਸੋ ਇੰਡੀਆ ਵਿੱਚ ਫਟਾਫਟ ਉਸੇ ਟਾਈਮ ਆ ਗਈ, ਪਰ ਪੰਜਾਬ ਵਿੱਚ ਜ਼ਿਆਦਾ ਪੋਪੂਲਰ अर्ਲੀ 20th ਸੈਂਚੁਰੀ। ਜਿਹੜੀ ਮੈਂ ਆਹ ਫੋਟੋ ਦਿਖਾ ਰਹੀ ਹਾਂ, ਇਹ ਫਿਰੋਜ਼ਪੁਰ ਦੀ ਹੈ ਕਿ ਇਹ ਕਹਿੰਦੇ ਕਰਾਚੀ ਤੋਂ ਆਈ ਸੀ, ਪੋਰਟ ਤੋਂ। ਪਹਿਲਾਂ ਕਰਾਚੀ ਵਿੱਚ ਲੈਂਡ ਹੋਇਆ ਸੀ ਔਰ ਉੱਥੋਂ ਆਈ ਸੀਗੀ। ਇਸ ਤੋਂ ਪਹਿਲਾਂ ਤਾਂ ਸਾਰੇ ਲੋਕ ਹੱਥ ਨਾਲ ਹੀ ਕੱਪੜਾ ਸੀਂਦੇ ਸੀਗੇ। ਇਨਫੈਕਟ ਬਹੁਤੀਆਂ ਲੋਟ ਆਫ ਐਨੈਕਡੋਟਸ ਕਿ ਜਿਹੜੇ ਕਹਿੰਦੇ ਸੀਗੇ ਕਿ ਇੰਡੀਅਨ ਦਰਜੀ ਸੀਗੇ, ਬਹੁਤ ਹੀ ਹਾਈਲੀ ਸਕਿਲਡ ਦਰਜੀ ਸੀਗੇ। ਤਾਂ ਜਿਹੜੀਆਂ ਮੇਮ ਸਾਹਿਬ ਸੀਗੀਆਂ, ਜਿਵੇਂ ਕਿ ਬ੍ਰਿਟਿਸ਼ ਆਫਿਸਰਸ ਦੀਆਂ ਵਾਈਫਸ, ਉਹਨਾਂ ਨੇ ਵਰਾਂਡੇ ਵਿੱਚ ਆਪਣੇ ਇੱਕ ਦਰਜੀ ਪਰਮਾਨੈਂਟਲੀ ਸਟੇਸ਼ਨ ਹੁੰਦਾ ਸੀ। ਉਹ ਸਵੇਰੇ ਆ ਜਾਂਦਾ ਸੀ, ਜੇ ਉਹਨਾਂ ਨੇ ਕੋਈ ਰਿਪੇਅਰ ਕਰਾਉਣੀ, ਕੋਈ ਸੀਨਾ, ਤਾਂ ਉਹ ਬਣਾ ਦਿੰਦੇ ਸੀ। ਇੱਕ ਵਾਰੀ ਕਹਿੰਦੇ ਇੱਕ ਉਹਨਾਂ ਦਾ ਲੇਡੀ ਦਾ ਕੋਈ ਬਲਾਊਜ਼ ਫਟ ਗਿਆ, ਤਾਂ ਉਹਨਾਂ ਨੇ ਉੱਦਾਂ ਹੀ ਰਿਪੇਅਰ ਕੀਤਾ ਸੀਗਾ। ਤਾਂ ਦਰਜੀ ਨੇ ਉਹਨਾਂ ਨੇ ਦਿੱਤਾ ਉਹਨਾਂ ਨੂੰ ਕਿ ਐਗਜ਼ੈਕਟ ਕਾਪੀ ਕਰ ਦੇ। ਤਾਂ ਉਹਨੇ ਐਗਜ਼ੈਕਟ ਕਾਪੀ ਕੀਤਾ, ਤਾਂ ਜਿਹੜਾ ਰਿਪੇਅਰ ਸੀ ਉਹ ਵੀ ਐਗਜ਼ੈਕਟ ਕਾਪੀ ਉਸੇ ਤਰ੍ਹਾਂ। ਸੋ ਮਤਲਬ ਹਾਈਲੀ ਸਕਿਲਡ ਦਰਜੀ ਸੀਗੇ। ਔਰ ਜਿਹੜੇ ਕਿ ਕਹਿ ਲਓ, ਫਿਰ ਲੋਕ ਇਹ ਵੀ ਇਸ ਤਰ੍ਹਾਂ ਵੀ ਕਰਨ ਲੱਗ ਗਏ ਕਿ ਕੱਪੜਾ ਇੱਕ ਬਾਹਰੋਂ ਲੈ ਕੇ ਔਰ ਫਿਰ ਉਹਦੀ ਕਾਪੀ ਕਰਵਾ ਲੈਂਦੇ ਸੀ, ਜਿਵੇਂ ਕਿ ਅੱਜ ਕੱਲ੍ਹ ਵੀ ਇਹ ਹੁੰਦਾ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਪੜ੍ਹਦੇ ਹਾਂ ਤੇ ਆਪਾਂ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੇ ਰਾਜ ਦੇ ਵਿੱਚ ਬਹੁਤ ਸਾਰੇ ਫ੍ਰੈਂਚ ਜਰਨੈਲ ਆਏ, ਜਿਨ੍ਹਾਂ ਨੇ ਫੌਜ ਨੂੰ ਟ੍ਰੇਨਿੰਗ ਦਿੱਤੀ ਉਸ ਤਰ੍ਹਾਂ ਦੀ। ਜਨਰਲ ਵੈਨਤੁਰਾ ਦਾ ਜ਼ਿਕਰ ਹੈ, ਜਾਂ ਉਹ ਸਾਰੇ ਆ। ਅਤੇ ਉਹਨਾਂ ਨੇ ਜਦੋਂ ਆਏ ਤੇ ਉਹਨਾਂ ਨੇ ਜਿਹੜਾ ਯੂਰਪ ਦੇ ਅੰਦਰ ਫੌਜੀ ਪਹਿਰਾਵਾ ਸੀ ਉਹ ਵੀ ਦਾਖਲ ਹੁੰਦਾ ਆ ਪੰਜਾਬ ਦੇ ਅੰਦਰ, ਅਤੇ ਉਹ ਤਾਂ ਅੰਗਰੇਜ਼ਾਂ ਤੋਂ ਪਹਿਲਾਂ ਦਾ ਹੀ ਆ। ਫਿਰ ਦੂਸਰਾ ਅੰਗਰੇਜ਼ਾਂ ਦੇ ਆਉਣ ਨਾਲ ਵੀ ਆ। ਤੀਸਰਾ ਮਤਲਬ ਕਿ ਇਹ ਵੀ ਇਸ ਦੇ ਉੱਤੇ ਵੀ ਜੇ ਤੁਸੀਂ ਕਮੈਂਟ ਕਰ ਸਕੋ ਕਿ ਜਿਹੜਾ ਕਿਸੇ ਦੌਰ ਦੇ ਅੰਦਰ ਬਹੁਤ ਇੱਕ ਆਦਰ ਸਤਿਕਾਰ ਜਾਂ ਸਨਮਾਨ ਦਾ ਜੈਸਚਰ ਬਣਦੀ ਸੀ ਡਰੈਸ, ਮਤਲਬ ਉਹ ਹੁਣ ਆ ਕੇ ਉਸੇ ਤਰ੍ਹਾਂ ਦੀ ਜਿਹੜੀ ਵਾਇਸਰਾਏ ਦੀ ਡਰੈਸ ਸੀ ਉਹ ਹੁਣ ਸਾਡੇ ਬੈਂਡ ਵਾਜੇ ਵਾਲਿਆਂ ਦੀ ਹੁੰਦੀ ਹੈ। ਇਹ ਆਬਜ਼ਰਵੇਸ਼ਨ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਹ ਸੱਚ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਆਏ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੇ 2 ਜਨਰਲ ਫ੍ਰੈਂਚ ਜਨਰਲ ਲਿਆਂਦੇ, ਅਲਾਰਡ ਐਂਡ ਵੈਂਚੂਰਾ। ਉਹਨਾਂ ਨੇ ਆਪਣੀ ਜਿਹੜੀ ਆ ਉਹਨਾਂ ਦੀ ਫੌਜ ਦੀ ਡਰੈਸ ਨਾ, ਉਹ ਫ੍ਰੈਂਚ ਹੁਸਾਰ ਯੂਨਿਟ ਸੀਗੀ, ਉਹਦੇ 'ਤੇ ਮਾਡਲ ਕਰਕੇ ਫ੍ਰੈਂਚ ਉਹਨਾਂ ਦੇ ਆਰਮੀ ਦੀ ਉਹ ਡਰੈਸ ਉਹਨਾਂ ਨੇ ਇੰਟਰੋਡਿਊਸ ਕੀਤੀ। ਪਰ ਇਹ ਵੀ ਸੱਚ ਹੈਗਾ ਕਿ ਸਾਰੇ ਲੋਕ ਉਹ ਡਰੈਸ ਨਹੀਂ ਸੀ ਪਾਉਂਦੇ। ਕਈ ਹੋਰ ਜਿਵੇਂ ਸੀਗੇ, ਉਹ ਗੁਰਸ਼ੇਰਾਜ਼ ਕਹਿੰਦੇ ਸੀਗੇ, ਉਹ ਨਹੀਂ ਸੀ ਉਹ ਡਰੈਸ ਪਾਉਂਦੇ। ਪਰ ਜਿਹੜਾ ਇਨਫਲੂਐਂਸ ਹੈ, ਇਹ ਵੈਸਟਰਨ ਇਨਫਲੂਐਂਸ ਉੱਥੇ ਤਾਂ ਹੀ ਰਿਹਾ, ਬਾਕੀ ਲੋਕਾਂ 'ਚ ਫਿਲਟਰ ਡਾਊਨ ਨਹੀਂ ਹੋਇਆ। ਇੱਕ ਕਹਿ ਲਓ ਕਿ ਵੈਸਟਰਨ ਸਟਾਈਲ ਕੁਰਸੀਆਂ 'ਤੇ ਬਹਿਣਾ, ਕਿਉਂਕਿ ਬਹੁਤ ਮਹਾਰਾਜਾ ਰਣਜੀਤ ਸਿੰਘ ਦੀ ਜਾਂ ਬਹੁਤ ਪੇਂਟਿੰਗਸ ਹੈ ਕਿ ਉਸ ਇੱਕ ਟਿਪੀਕਲ ਵੈਸਟਰਨ ਸਟਾਈਲ ਚੇਅਰ 'ਤੇ ਬੈਠੇ ਹੈ, ਜਾਂ ਬਾਕੀ ਰਾਜਾਜ਼ ਵੀ ਉੱਤੇ ਬੈਠੇ। ਪਰ ਇਨਫੈਕਟ ਇੱਕ ਐਮਿਲੀ ਈਡਨ ਜਿਹੜੀ ਲਾਰਡ ਆਕਲੈਂਡ ਦੀ ਸਿਸਟਰ ਸੀ, ਉਹਨੇ ਬਹੁਤ ਟਰੈਵਲ ਕੀਤਾ ਪੰਜਾਬ ਵਿੱਚ ਔਰ ਓਬਜ਼ਰਵ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਵੀ। ਸੋ ਇੱਕ ਟਾਈਮ ਉਹਨੇ ਲਿਖਿਆ ਕਿ ਹੀ ਇਜ਼ ਵੇਅਰਿੰਗ ਸੌਕਸ, ਕਿ ਜਿਹੜੇ ਕਿ ਬਹੁਤ ਅਨਯੂਜੂਅਲ ਹੈ ਕਿ ਲੋਕ ਇਹ ਜਰਾਬਾਂ ਨਹੀਂ ਪਾਉਂਦੇ। ਸੋ ਇਹ ਇੱਦਾਂ ਦੇ ਕਮੈਂਟਸ ਵੀ ਹੈਗੇ ਆ। ਪਰ ਬਾਕੀ ਜਿਹੜੇ ਕਹਿ ਲਓ ਕਿ ਯੂਨੀਫਾਰਮ, ਇਹ ਤਾਂ ਯੂਨੀਫਾਰਮ ਇਨ ਦਾ ਆਰਮੀ, ਇਹ ਤਾਂ ਬ੍ਰਿਟਿਸ਼ਰਸ 'ਚ ਵੀ ਆਈ ਹੈ। ਇਨ ਫੈਕਟ ਇਨ अर्ਲੀ 20th ਸੈਂਚੁਰੀ ਪ੍ਰਿੰਸ ਆਫ ਵੇਲਸ ਨੇ ਇੱਕ ਵਿਜ਼ਿਟ ਕੀਤਾ ਸੀਗਾ, ਜਿਹੜੇ
ਮਤਲਬ ਉਹਨਾਂ ਦੀ ਆਬਜ਼ਰਵੇਸ਼ਨ ਇਹ ਸੀਗੀ ਕਿ ਉਸ ਟਾਈਮ ਜਿਹੜੀ ਆਰਮੀ ਸੀਗੀ ਬਹੁਤ ਸਾਰਿਆਂ ਦੇ ਤਾਂ ਸ਼ੂਜ਼ ਵੀ ਹੈ ਨਹੀਂ ਸੀ ਔਰ ਕਿਸੇ ਦੇ ਰੰਗ ਬਰੰਗੇ ਕੱਪੜੇ ਕੋਈ ਮਤਲਬ ਪੀਪਲ ਵੋਰ ਵਾਟ ਦੇ ਫੈਲਟ ਲਾਈਕ ਵੇਅਰਿੰਗ ਸੋ ਉਸ ਟਾਈਮ ਤੋਂ ਐਂਡ ਆਲਸੋ ਰੈਵੋਲੂਸ਼ਨ ਜਿਹੜੀ ਆਪਾਂ 1857 ਤੋਂ ਬਾਅਦ ਜਿਹੜੀ ਆਪਾਂ ਇੰਡੀਪੈਂਡੈਂਸ ਵਾਰ ਔਰ ਉਹ ਰੈਵੋਲੂਸ਼ਨ ਕਹਿੰਦੇ ਆ ਉਸ ਤੋਂ ਬਾਅਦ ਇਹ ਵਿਚਾਰ ਹੋਇਆ ਕਿ ਮੋਰ ਰੈਗੂਲਰਾਈਜ਼ ਕੀਤੀ ਜਾਏ ਯੂਨੀਫਾਰਮ ਸੋ ਹਰ ਯੂਨਿਟ ਦੀ ਅਲੱਗ-ਅਲੱਗ ਯੂਨੀਫਾਰਮ ਸੀ ਔਰ ਜਿਸ ਤਰ੍ਹਾਂ ਆਫਿਸਰਸ ਪਾਉਂਦੇ ਸੀਗੇ ਯੂਨੀਫਾਰਮ ਉਹ ਸੇਮ ਕਲਰਸ ਦੀ ਨੀਚੇ ਜਵਾਨਸ ਔਰ ਇਹ ਯੂਨੀਫਾਰਮਸ ਪਾਉਂਦੇ ਸੀ ਪਰ ਆਈ ਨੋ ਇਹ ਤੁਹਾਡੀ ਆਬਜ਼ਰਵੇਸ਼ਨ ਸਹੀ ਹੈ ਕਿ ਅੱਜ ਬੈਂਡ ਵੀ ਉਹ ਹੀ ਯੂਨੀਫਾਰਮ ਕੰਟੀਨਿਊ ਕਰਦੇ ਬਲਕਿ ਪਤਾ ਨਹੀਂ ਕਿਉਂ ਇਹ ਇਸ ਤਰ੍ਹਾਂ ਡਿਵੈਲਪ ਹੋ ਗਈ ਇਹ ਤਾਂ ਯੂਨੀਫਾਰਮ ਹੈਗੀ ਹੈ ਇਟਸ ਜਸਟ ਸ਼ੋਇੰਗ ਕਿ ਯੂਨੀਫਾਰਮ ਪਾਉਂਦੇ ਹੈ ਕਿ ਫਰਕ ਮਤਲਬ ਟਰਾਊਜ਼ਰਸ ਔਰ ਕੋ ਵੈਸਟਰਨ ਯੂਨੀਫਾਰਮ ਕਹਿ ਲਓ ਪਰ ਇੱਥੇ ਵੀ ਦੇਖ ਲਓ ਪਗੜੀ ਨਹੀਂ ਪਾਈ ਪਗੜੀ ਇੰਡਿਸਪੈਂਸੇਬਲ ਹੈ ਕਿਉਂਕਿ ਸਿੱਖ ਰਿਲੀਜਨ ਵਿੱਚ ਅਲਾਉ ਨਹੀਂ ਕਰਦੇ ਨਾ ਕਿ ਪਗੜੀ ਤੋਂ ਪਗੜੀ ਜਨਰਲੀ ਪਗੜੀ ਵਾਜ਼ ਇੰਡਿਸਪੈਂਸੇਬਲ ਚਾਹੇ ਉਹ ਅਮੰਗ ਸਿੱਖਸ ਜਾਂ ਹਿੰਦੂਜ਼ ਉਹ ਇੱਕ ਜਦੋਂ ਮੈਂ ਗਰੋ ਅਪ ਕੀਤੀਆਂ ਇਨ ਆਫਟਰ ਇੰਡੀਪੈਂਡੈਂਸ ਮੇਰੇ ਹਿਸਾਬ ਨਾਲ ਸਾਰੇ ਲੋਕ ਚਾਹੇ ਪੰਜਾਬ ਵਿੱਚ ਚਾਹੇ ਉਹ ਹਿੰਦੂ ਸੀ ਸਿੱਖਾਂ ਨੇ ਤਾਂ ਪਾਉਣੀ ਸਾਰੇ ਪਗੜੀ ਪਾਉਂਦੇ ਸੀਗੇ ਔਰ ਹੌਲੀ ਹੌਲੀ ਕਰਕੇ ਕਲੀਨ ਸ਼ੇਵਨ ਲੁੱਕ ਆ ਗਈ ਉਹ ਵੀ ਇੱਕ ਵੈਸਟਰਨ ਇਨਫਲੂਐਂਸ ਸਾਡਾ ਇੱਕ ਡਰਾਈਵਰ ਹੁੰਦਾ ਸੀ ਤੇਜ ਰਾਮ ਉਹਦੇ ਬਿਲਕੁਲ ਇਸੇ ਤਰ੍ਹਾਂ ਦੀ ਸੀਗੀ ਪਗੜੀ ਔਰ ਮਤਲਬ ਇਹ ਨਹੀਂ ਉਹ 60s ਤਾਈਂ ਚੱਲਿਆ ਆ 60s 70s ਤਾਈਂ ਦੈਨ ਫਿਰ ਉਹ ਹੀ ਫੈਲ ਸਿਕ ਐਂਡ ਪਾਸਡ ਅਵੇ ਪਰ ਜਿੰਨਾ ਚਿਰ ਸੀਗਾ ਹੀ ਵਾਜ਼ ਵੇਅਰਿੰਗ ਆਲਵੇਜ਼ ਦਿਸ ਔਰ ਹਮੇਸ਼ਾ ਵਾਈਟ ਸਟਾਰਚਡ ਇਹਦੇ ਬਾਰੇ ਇਹ ਆ ਕਿ ਬ੍ਰਿਟਿਸ਼ਰਸ ਬ੍ਰੌਟ ਯੂਨੀਫਾਰਮਸ ਆਰਮੀ ਦੇ ਉੱਤੇ ਨਹੀਂ ਸਿਰਫ ਆਲਸੋ ਇਨ ਦਾ ਸਿਵਲ ਸੈਕਟਰ ਜਿਵੇਂ ਰਾਈਟ ਵਿੱਚ ਇੱਕ ਸੋਲਜਰ ਆ ਉਹਦੀ ਯੂਨੀਫਾਰਮ ਹੈ ਲੈਫਟ ਵਿੱਚ ਇੱਕ ਮੁਨਸ਼ੀ ਹੈ ਔਰ ਉਹਦੇ ਵਿੱਚ ਜਿਹੜਾ ਦੇਖੋ ਇੱਥੇ ਵੀ ਵਾਈਟ ਵਾਈਟ ਇਜ਼ ਦਾ ਕਲਰ ਐਂਡ ਕਮਰਬੰਦ ਜਿਹੜਾ ਕਿ ਪਹਿਲਾਂ ਮੁਗਲ ਟਾਈਮਸ 'ਤੇ ਪਟਕਾ ਹੁੰਦਾ ਸੀ ਉਹਦੇ ਪੋਪੂਲਰਾਈਜ਼ ਦੇ ਮੇਡ ਇਟ ਲਾਈਕ ਅ ਡਰੈਸ ਉਹਨੂੰ ਕਮਰਬੰਦ ਕਹਿੰਦੇ ਸੀਗੇ ਇਹ ਵੀ ਉਹ ਹੀ ਹੈ ਕਮਰਬੰਦ ਟੂ ਮੁਨਸ਼ੀਜ਼ ਇਜ਼ ਦਾ ਸੇਮ ਇਹ ਦੇਖੋ ਇਹਦੇ ਵਿੱਚ ਉਹਨਾਂ ਦੇ ਆਈ ਥਿੰਕ ਜਿਹੜੇ ਸ਼ੂਜ਼ ਨਹੀਂ ਪਾਏ ਹੋਏ ਹੈ ਨਾ ਬੇਅਰ ਫੁਟਡ ਹੈ ਨਾ ਬੇਅਰ ਫੁਟਡ ਹੈ ਐਂਡ ਦੇ ਆਰ ਵੇਅਰਿੰਗ ਵਾਈਟ ਡਰੈਸ ਵਿਦ ਕਮਰਬੰਦ ਸਾਰਿਆਂ ਨੇ ਸੇਮ ਡਰੈਸ ਹੈ ਇਹ ਐਕਸੈਸਰੀਜ਼ ਜਿਵੇਂ ਯੂਜ਼ ਆਫ ਪਰਸ ਲੈਫਟ ਵਾਲੇ ਰਾਈਟ ਵਾਲੇ ਅੰਬਰੇਲਾਸ ਐਂਡ ਇਨਸੀਡੈਂਟਲੀ ਅੰਬਰੇਲਾਸ ਬੜੇ ਨਾ ਸਮਝੇ ਜਾਂਦੇ ਸੀ ਐਜ਼ ਅ ਫਾਰਮਲ ਵੇਅਰ ਕਿ ਜੇ ਪਹਿਲਾਂ ਲੋਕ ਜਿਵੇਂ ਪੰਜਾਬ ਵਿੱਚ ਮੇਲੇ ਵਗੈਰਾ 'ਤੇ ਜਾਂ ਕੋਈ ਇੰਨੀ ਉਸ ਟਾਈਮ 'ਤੇ ਰਿਵਾਜ਼ ਨਹੀਂ ਸੀ ਕਿ ਪਾਰਟੀਜ਼ ਔਰ ਇਹ ਸਭ ਤਾਂ ਲੋਕ ਇੱਕ ਗੋਇੰਗ ਟੂ ਦ ਫੇਅਰ ਵਾਜ਼ ਬੜਾ ਇੱਕ ਵੱਡਾ ਇਵੈਂਟ ਹੁੰਦਾ ਸੀਗਾ ਸੋ ਉਹਦੇ ਵਿੱਚ ਕਈ ਜਗ੍ਹਾ 'ਤੇ ਮੈਂਸ਼ਨਡ ਹੈ ਕਿ ਲੇਡੀਜ਼ ਛਤਰੀਆਂ ਲੈ ਕੇ ਜਾਂਦੀਆਂ ਸੀਗੀਆਂ ਇਹ ਹੈ ਨਹੀਂ ਕਿ ਇਹ ਤਾਂ ਨਹੀਂ ਹੈ ਕਿ ਛਤਰੀ ਇਜ਼ ਟੋਟਲੀ ਵੈਸਟਰਨ ਕੌਨਸੈਪਟ ਕਿਉਂਕਿ ਛਤਰੀਆਂ ਮੈਂ ਮੈਂਸ਼ਨ ਕੀਤਾ ਆਪਣੀ ਬੁੱਕ ਵਿੱਚ ਵੀ ਛਤਰੀ ਰਾਇਲਟੀ ਔਰ ਉਹਦੇ ਲਈ ਵੀ ਯੂਜ਼ ਕੀਤੀ ਯੂਜ਼ ਕਰਦੇ ਸੀ ਪਰ ਐਜ਼ ਅ ਕਾਮਨ ਮੈਨ ਇਟ ਬਿਕੇਮ ਪੋਪੂਲਰ ਲੈਫਟ ਉੱਤੇ ਰਿਸਟ ਵਾਚ ਐਂਡ ਰਾਈਟ ਉੱਤੇ use of a brooch ਹੁਣ ਇਹ ਦੇਖੋ ਇਹ ਚੈਂਬਰ ਆਫ ਪ੍ਰਿੰਸੈਸ ਦੀ ਹੈਗੀ ਆ ਚੈਂਬਰ ਆਫ ਪ੍ਰਿੰਸੈਸ ਦੀ ਪਿਕਚਰ ਫੋਟੋ ਨਾਟ ਫੋਟੋਗ੍ਰਾਫ ਪੇਂਟਿੰਗ ਹੁਣ ਇਹਦੇ ਵਿੱਚ ਇਹ ਦਿਖਾਉਣ ਦੀ ਇਹ ਗੱਲ ਆ
ਕਿ ਇਸ ਤੋਂ ਜਿਹੜਾ 50 ਸਾਲ ਪਹਿਲਾਂ 60 ਸਾਲ ਪਹਿਲਾਂ ਜੇ ਹੁੰਦੀ ਤਾਂ ਕਿਸੇ ਨੇ ਬ੍ਰੋਕੇਡ ਦੇ ਕੱਪੜੇ ਪਾਏ ਹੁੰਦੇ। ਇਹਦੇ ਵਿੱਚ ਹਰ ਇੱਕ ਬੰਦਾ ਵੈਸਟਰਨ ਇਨਫਲੂਐਂਸ 'ਚ ਆਇਆ ਹੈ, ਚਾਹੇ ਉਹਨੇ ਸ਼ੂਜ਼ ਪਾਏ ਆ, ਸੌਕਸ ਪਾਏ ਆ, ਜਾਂ ਉਹਨਾਂ ਦਾ ਅਚਕਨ ਹੈ, ਜਾਂ ਸੂਟ ਪਾਇਆ ਆ, ਜਾਂ ਬਟਨ ਹੈ ਯੂਰਪੀਅਨ ਸਟਾਈਲ ਬਟਨਸ, ਜਾਂ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਕੱਪੜਾ ਹੈ ਉਹ ਇੰਗਲਿਸ਼ ਸੂਟ ਵਾਲਾ ਕੱਪੜਾ ਅਚਕਨ ਦਾ ਵੀ ਉਹੀ ਬਣਨ ਲੱਗ ਗਿਆ। ਕੱਪੜੇ ਬਿਕੇਮ ਪਲੇਨਰ, ਲੈਸ ornamentation, ਕਢਾਈਆਂ ਕਢੂਈਆਂ ਇੱਥੇ ਕੁਛ ਨਹੀਂ ਹੈ। the clothes became slimmer। ਹੁਣ ਜਿਹੜੀ ਇੱਕ ਜੈਂਟਲਮੈਨ ਉੱਥੇ ਇੰਡੀਅਨ ਜੈਂਟਲਮੈਨ ਬੈਠਾ ਹੈ ਔਰ ਉਹ ਤੁਸੀਂ ਆਫਿਸਰਸ ਦੀ ਯੂਨੀਫਾਰਮ ਨਾਲ ਕੰਪੇਅਰ ਕਰੋ, ਜਿਹੜੀ ਇੰਡੀਅਨ ਗਾਰਮੈਂਟ ਹੈ ਉਹ ਬਹੁਤ ਬਲਕੀ ਔਰ ਫਾਰਮ ਫਿਟਿੰਗ ਨਹੀਂ ਹੈ, ਪਰ ਜਿਹੜਾ ਯੂਰਪੀਅਨ ਆਫਿਸਰ ਦਾ ਹੈਗਾ ਉਹ ਜਿਵੇਂ ਫਾਰਮ ਫਿਟਿੰਗ ਹੈਗਾ, ਉਸ ਕਰਕੇ ਸਾਰੇ ਇੰਗਲਿਸ਼ ਵੇ ਆਫ ਟੇਲਰਿੰਗ ਕੇਮ। ਜਿਵੇਂ ਮੈਂ ਮੈਂਸ਼ਨ ਕੀਤਾ ਸੀਗਾ ਕਿ ਇਹ ਰਿਪਰੈਜ਼ੈਂਟੇਟਿਵ ਆਫ ਇੰਗਲਿਸ਼ ਸਟਾਈਲ ਟੀ ਕਹਿ ਲਓ। ਇਹਦੇ ਵਿੱਚ ਉਹ ਟੇਬਲ ਕਲੌਥਸ ਔਰ ਉਹ ਸਭ ਔਰ ਸਾਰੇ ਮੈਨੂੰ ਧਿਆਨ ਮਤਲਬ ਯੂ ਕਮ ਲੁੱਕ ਕਲੋਜ਼ਰ, ਇਹ ਵੀ ਕਢਾਈਆਂ ਕੀਤੀਆਂ ਹੋਈਆਂ। ਇਹ ਕਢਾਈ ਹੈਗੀ ਦਸੂਤੀ, ਇਹ ਵੀ ਬਿਲਕੁਲ ਤੁਸੀਂ ਇਹ ਦੇਖ ਲਓ ਕਿ ਚਾਹੇ ਇਹਨੂੰ ਅੱਖ ਬੰਦ ਕਰਕੇ ਦੇਖੋ, ਇਹ ਯੂਰਪ 'ਚ ਵੀ ਹੋ ਸਕਦੀ ਹੈ, ਕਿਸੇ ਲੇਡੀ ਨੇ ਕੱਢੀ ਹੋਈ, ਇੰਡੀਆ 'ਚ ਵੀ ਹੋ ਸਕਦੀ ਹੈ। ਅੱਛਾ, ਇੱਕ ਇਹ ਕ੍ਰਿਨੋਲਿਨ ਕਹਿ ਲਓ, ਇਹ ਡਰੈਸ ਸੀ ਜਿਹੜੀ ਸੈਂਟਰ ਵਿੱਚ ਉਹ ਰਾਈਟ ਸਾਈਡ 'ਤੇ ਲੇਡੀ ਨੇ ਗਰਲ ਨੇ ਪਾਈ ਹੋਈ ਹੈ, ਇਹ ਕ੍ਰਿਨੋਲਿਨ ਸੀਗੀ। ਇਹਦਾ ਫੈਸ਼ਨ ਸੀਗਾ ਯੂਰਪ ਵਿੱਚ 1850 to 1869, ਪਰ ਇਹ ਇੰਡੀਆ 'ਚ ਕੁਛ ਲੋਕਾਂ ਨੇ ਪਾਇਆ ਆ। ਪਰ ਮੋਰ ਇੰਪੋਰਟੈਂਟਲੀ ਇਹ ਦੇਖੋ ਦੋਨੋਂ ਕਢਾਈਆਂ ਵਿੱਚ, ਇਹ 50 ਸਾਲ ਪਹਿਲਾਂ ਟਿਲ 1850s ਲੋਕਾਂ ਨੇ ਇਹ ਡਿਜ਼ਾਈਨ ਕਰਨਾ, ਮਤਲਬ ਦੇ ਕੰਟੀਨਿਊ ਟੂ ਐਮਬ੍ਰੋਇਡਰ ਦਿਸ ਡਿਜ਼ਾਈਨ। ਔਰ ਉਹ ਇਸ ਕਰਕੇ ਕਿਉਂਕਿ ਇੱਥੇ ਮੈਂ ਜਿਵੇਂ ਮੈਂਸ਼ਨ ਕੀਤਾ ਸੀ, ਇੱਥੇ ਮੈਗਜ਼ੀਨਸ ਆਉਣੀਆਂ ਸ਼ੁਰੂ ਹੋ ਗਈਆਂ ਵਿਦ ਐਗਜ਼ੈਕਟ ਇੰਸਟਰਕਸ਼ਨਸ, ਸੋ ਲੋਕਾਂ ਨੇ ਉਹੀ ਫੋਲੋ ਕੀਤੇ। ਇਹ ਨਿਟਿੰਗ, ਜਿਹੜੀ ਨਿਟਿੰਗ ਕੇਮ ਇਨਟੂ ਇੰਡੀਆ, ਇੱਕ ਬੱਚੇ ਨੇ ਨਿਟਿੰਗ ਪਾਈ ਹੋਈ ਹੈ। ਜਦੋਂ ਬ੍ਰਿਟਿਸ਼ ਆਏ ਤੇ ਪ੍ਰਭਾਵ ਸਾਡੇ ਤੇ ਪਹਿਰਾਵੇ ਤੇ ਖਾਣ ਪਾਣ ਤੇ ਉਹ ਤੇ ਪਿਆ ਹੀ, ਪਰ ਉਹਦੀ ਜਿਹੜੀ ਮਾਰਕੀਟ ਸੀ ਉਹ ਮਾਰਕੀਟ ਸਾਡੇ ਇੱਥੇ ਵੀ ਡਿਵੈਲਪ ਹੋਈ ਜਾਂ ਬਾਹਰੋਂ ਹੀ ਸਾਰਾ ਕੁਝ ਆਉਂਦਾ ਸੀ? ਜਿਵੇਂ ਵੈਸਟਰਨਾਈਜੇਸ਼ਨ ਕਹਿ ਲਓ ਕਿ ਲੋਕਾਂ ਨੇ ਕੋਟ ਵੀ ਲੈਣੇ ਸੀ, ਪੈਂਟ ਵੀ ਲੈਣੇ ਸੀਗੇ, ਜਾਂ ਕੱਪੜੇ ਵੀ ਲੈਣੇ ਸੀਗੇ, ਤਾਂ ਇਹ ਵੀ ਹੋਇਆ ਕਿ ਕਿੱਥੋਂ ਲੈਣ। ਫਿਰ ਹੌਲੀ ਹੌਲੀ ਦੁਕਾਨਾਂ ਖੁੱਲ੍ਹੀਆਂ। ਇਹਦੇ ਵਿੱਚ ਵੀ ਮੈਂ ਕਮ ਬੈਕ ਟੂ ਐਮਿਲੀ ਈਡਨ 1838 ਵਿੱਚ। ਉਹਨੇ ਇੱਕ ਮੈਂਸ਼ਨ ਕੀਤਾ ਆਪਣੀ ਬੁੱਕ ਨੇ ਲੈਟਰਸ ਟੂ ਹਰ ਸਿਸਟਰ ਹੈ, ਜਿਹੜੀ ਇਨ ਦਾ ਫਾਰਮ ਆਫ ਅਪ ਦਾ ਕੰਟਰੀ ਪਬਲਿਸ਼ ਹੋਈ ਹੈ। ਉਹਨੇ ਇਹ ਲਿਖਿਆ ਕਿ ਹੁਣ ਤਾਂ ਇੱਕ ਸਿਮਲੇ ਵਿੱਚ ਸ਼ਾਪ ਖੁੱਲ੍ਹ ਗਈ ਹੈ, ਤਾਂ ਸਾਨੂੰ ਸਾਰਾ ਕੁਝ ਬਾਹਰੋਂ ਲਿਆਉਣ ਦੀ ਨਹੀਂ ਲੋੜ। ਸੋ that was probably the first shop that opened। ਉਹ ਬ੍ਰਿਟਿਸ਼ਰਸ ਦੀ ਸ਼ਾਪ ਸੀਗੀ ਜਿਹਦੇ ਵਿੱਚ ਸਾਰਾ ਕੁਝ ਉਹ ਜੋ ਯੂਰਪੀਅਨਸ ਨੂੰ ਲੋੜ ਸੀਗੀ ਇੱਥੇ ਰਹਿਣ ਲਈ, ਉਹ ਜੋ ਵੀ ਸੀਗਾ ਉਹ ਉੱਥੇ ਵੇਚਦੇ ਸੀਗੇ। ਪਰ ਹੌਲੀ ਹੌਲੀ ਹੋਰ ਵੀ ਦੁਕਾਨਾਂ ਹੋਈਆਂ, ਖੁੱਲ੍ਹੀਆਂ। ਪਰ ਇੱਕ ਕਨਸੈਪਟ ਹੋਰ ਆਇਆ, ਜਿਵੇਂ ਅੱਜ ਕੱਲ੍ਹ ਹੈਗਾ ਆ ਡਿਪਾਰਟਮੈਂਟ ਸਟੋਰ ਦਾ, ਉਹ ਕਨਸੈਪਟ ਵੀ ਬ੍ਰਿਟਿਸ਼ਰਸ ਦੇ ਟਾਈਮ ਵਿੱਚ ਆਇਆ ਔਰ ਵੱਡੇ ਵੱਡੇ ਸ਼ਾਪਸ ਖੁੱਲ੍ਹੇ, ਜਿਵੇਂ ਕਿ ਇੱਕ ਆਰਮੀ ਨੇਵੀ ਸਟੋਰ ਸੀਗਾ, ਇਹਦੇ ਵਿੱਚ ਉਹ ਕੈਟਾਲੌਗ ਵੀ ਸੀਗਾ ਉਹਨਾਂ ਦਾ। ਉਹਦੇ ਵਿੱਚ ਹਰ ਇੱਕ ਕਨਸੈਪਟ ਇਹ ਸੀਗਾ ਕਿ ਹਰ ਇੱਕ ਸ਼ਾਪ ਵਿੱਚ ਉਹੀ ਚੀਜ਼ ਵੇਚੀ ਜਾਏਗੀ
ਔਰ ਉਹੋ ਹੀ ਹਰ ਇੱਕ ਬ੍ਰਾਂਚ ਵਿੱਚ ਉਹੀ ਚੀਜ਼ ਵੇਚੀ ਜਾਏਗੀ ਔਰ ਸੇਮ ਪ੍ਰਾਈਸ ਤੇ। ਸੋ ਉਹਨਾਂ ਨੇ ਹਰ ਇੱਕ ਦੇਸ਼ ਓਪਨ ਬ੍ਰਾਂਚਸ ਆਲ ਓਵਰ ਇੰਡੀਆ, ਸਿਮਲਾ ਵਿੱਚ ਵੀ ਸੀਗੀ ਉਹ ਬ੍ਰਾਂਚ। ਫਿਰ ਜਿਹੜੇ ਫੇਮਸ ਟੇਲਰ ਸੀਗੇ, ਰੈਨਕਿਨ ਟੇਲਰ, ਫੈਲਪਸ, ਉਹ ਸਭ ਵੀ ਉਹ ਵੀ ਫਰਕ ਜਿਵੇਂ ਸਿਮਲਾ, ਲਾਹੌਰ, ਅੰਮ੍ਰਿਤਸਰ, ਇਹ ਵੀ ਬ੍ਰਾਂਚਸ ਇਹਨਾਂ ਦੀਆਂ ਹੋਈਆਂ। ਦੇ ਓਪਨ ਮੈਨੀ ਬ੍ਰਾਂਚਸ। ਇੱਕ ਗੱਲ ਇਹ ਵੀ ਆ ਕਿ ਇਹ ਕੱਪੜੇ ਬਣਾਉਂਦੇ ਸੀਗੇ, ਸੂਟਸ, ਵੈਸਟਰਨ, ਅਚਕਨਸ, ਇਹ ਸਭ ਬਣਾਉਣੀਆਂ ਉਹਨਾਂ ਨੇ ਸ਼ੁਰੂ ਕੀਤੀਆਂ। ਫॉर ਲੇਡੀਜ਼ ਲਈ ਬਾਹਰੋਂ ਜਿਹੜਾ ਕੱਪੜਾ ਆਉਂਦਾ ਸੀਗਾ ਉਹ ਵੀ ਉਹਨਾਂ ਦੀ, ਕੋਈ ਲੇਡੀਜ਼ ਕੋਟ ਵੀ ਪਾਉਂਦੀਆਂ ਸੀ, ਉਹ ਸਭ ਵੀ ਬਣਾਉਣੇ ਸ਼ੁਰੂ ਕੀਤੇ। ਇੱਕ ਥੋੜਾ ਇਸ ਬਾਰੇ ਦੱਸੋ ਕਿ ਜਦੋਂ ਅੰਗਰੇਜ਼ ਆਏ, ਠੀਕ ਹੈ, ਉਹਨਾਂ ਦਾ ਪਹਿਰਾਵਾ ਸੀ, ਉਹਦਾ ਸਾਡੇ ਤੇ ਪ੍ਰਭਾਵ ਪਿਆ, ਉਹਨਾਂ ਦੇ ਖਾਣ ਪਾਣ, ਹੋਰ ਰੰਗ ਢੰਗ, ਪਰ ਉਹਦੇ ਲਈ ਸਭ ਤੋਂ ਜਿਹੜਾ ਇੰਪੋਰਟੈਂਟ ਪਾਰਟ ਹੈ ਉਹ ਹੈ ਮਾਰਕੀਟਿੰਗ। ਮਤਲਬ ਜਿਹੜੀ ਉਹ ਮਾਰਕੀਟ ਹੈ ਉਹ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਡਿਵੈਲਪ ਹੋਈ ਜਾਂ ਉਹਦਾ ਸਾਰਾ ਸਮਾਨ ਬਾਹਰੋਂ ਹੀ ਆਉਂਦਾ ਸੀ? ਸੋ ਪਹਿਲਾਂ ਉਹ ਬਾਹਰੋਂ ਆਉਂਦਾ ਸੀ, ਫਿਰ ਪੰਜਾਬ ਵਿੱਚ ਡਿਵੈਲਪ ਕੀ ਹੋਈ ਹੌਲੀ ਹੌਲੀ, ਆਲ ਓਵਰ ਇੰਡੀਆ ਡਿਵੈਲਪ ਹੋਈ। ਔਰ ਉਹ ਐਡਵਰਟਾਈਜ਼ ਵੀ, ਫਿਰ ਛੋਟੀਆਂ ਦੁਕਾਨਾਂ ਵੀ ਹੌਲੀ ਹੌਲੀ ਖੁੱਲ੍ਹ ਗਈਆਂ, ਜਿਵੇਂ ਅੱਜ ਕੱਲ੍ਹ ਹੁੰਦਾ ਆ ਕਿ ਛੋਟੀ ਦੁਕਾਨਾਂ 'ਚ ਵੀ ਉਹ ਕਹਿ ਲਓ ਕਾਪੀ ਕਰਕੇ ਜਾਂ ਸਿਮਿਲਰ ਚੀਜ਼ਾਂ ਵੇਚਣੀਆਂ ਵਿਕਣੀਆਂ ਸ਼ੁਰੂ ਹੋ ਗਈਆਂ। ਔਰ ਜਿਹੜੀਆਂ ਮੈਂ ਐਡਵਰਟੀਜ਼ਮੈਂਟਸ ਦਿੱਤੇ ਆ, ਟ੍ਰਿਬਿਊਨ ਤੋਂ ਲਏ ਹੋਏ ਆ, ਉਹ ਛੋਟੀਆਂ ਦੁਕਾਨਾਂ ਦੇ ਹੀ ਐਡਵਰਟੀਜ਼ਮੈਂਟਸ ਹੈ, ਜਿਹੜੀਆਂ ਉਹ ਫਰਕ ਕੱਪੜੇ ਵੇਚਦੇ ਸੀਗੇ। ਜਿਵੇਂ ਮੈਂ ਦੇਖ ਰਿਹਾ ਸੀ ਕਿਲ੍ਹਾ ਮੁਬਾਰਕ ਦੇ ਅੰਦਰ ਜਿਹੜੇ ਝੂਮਰ ਪਏ ਆ ਜਾਂ ਹੋਰ ਬਹੁਤ ਸਾਰਾ ਅਜਿਹਾ ਸਮਾਨ ਹੈ ਮਹਾਰਾਜਾ ਪਟਿਆਲਾ ਦਾ, ਜਿਹੜਾ ਮਤਲਬ ਉਹਨਾਂ ਦੇ ਡਰਾਇੰਗ ਰੂਮ ਜਾਂ ਬੈਠਕ ਜਾਂ ਉਹਨਾਂ ਦੇ ਸ਼ਾਹੀ ਦਰਬਾਰ ਦੀ ਸ਼ਾਨੋ ਸ਼ੌਕਤ ਹੈ। ਅਤੇ ਮਤਲਬ ਆਪਾਂ ਇਹ ਵੀ ਸੁਣਿਆ ਕਿ ਉਹ ਸਾਰਾ ਸਮਾਨ ਉਹਨਾਂ ਕਲਕੱਤੇ ਦੀ ਮਾਰਕੀਟ ਤੋਂ ਖਰੀਦਿਆ ਸੀ। ਜੀ ਇਹ ਸੱਚ ਹੈ ਕਿ ਜਾਂ ਕਲਕੱਤੇ ਤੋਂ ਜਾਂ ਡਾਇਰੈਕਟਲੀ ਬਾਹਰੋਂ ਵੀ ਲਿਆਉਂਦੇ ਸੀਗੇ, ਕਿਉਂਕਿ ਇਹ ਜਿਹੜੀ ਰਾਇਲਟੀ ਹੈ, ਜਦੋਂ ਸੁਏਜ਼ ਕਨਾਲ ਖੁੱਲ੍ਹ ਗਈ ਉਦੋਂ ਟਰੈਵਲ ਕਰਨ ਦਾ ਡਿਸਟੈਂਸ ਕਾਫੀ ਘੱਟ ਗਿਆ, ਤਾਂ ਉਹ ਸਾਲ 'ਚ ਇੱਕ ਵਾਰੀ ਇਹ ਬਾਹਰ ਜਾਂਦੇ ਸੀਗੇ ਔਰ ਕਾਫੀ ਸਾਰਾ ਸਮਾਨ ਉੱਥੋਂ ਆਉਂਦਾ ਸੀਗਾ। ਜਿਵੇਂ ਕਾਫੀ ਲੋਕ ਇਕੱਠੇ, ਉਹਨਾਂ ਜਿਵੇਂ ਮਹਾਰਾਜਾ ਦੇ 30-40 ਲੋਕ, ਕਈ ਵਾਰੀ 100 ਵੀ ਹੁੰਦੇ ਸੀਗੇ। ਔਰ ਇਹਨਾਂ ਦਾ ਇੱਕ ਇਨਫਲੂਐਂਸ ਜਿਹਦੇ ਬਾਰੇ ਮੈਂ ਨਹੀਂ ਕੀਤਾ ਕਿ ਜਿਵੇਂ ਜਿਊਲਰੀ ਹੈਗੀ ਆ, ਇਹਨਾਂ ਨੇ अर्ਲੀ 20th ਸੈਂਚੁਰੀ ਤੋਂ ਬਾਅਦ ਇਹਨਾਂ ਨੇ ਬੜੇ ਫੇਮਸ ਫ੍ਰੈਂਚ ਡਿਜ਼ਾਈਨਰਸ ਜਾਂ ਕਾਰਟੀਅਰ ਔਰ ਬੂਸ਼ਰੋਂ, ਉਹਨਾਂ ਨੂੰ ਹਾਇਰ ਕੀਤਾ। ਇਨਫੈਕਟ ਇੱਕ ਸਟੋਰੀ ਇਹ ਵੀ ਹੈ ਕਿ ਇੱਕ ਵਾਰੀ ਮਹਾਰਾਜਾ ਭੁਪਿੰਦਰ ਸਿੰਘ ਉਹ ਕਾਟਨ ਭਰ ਕੇ ਨਾ ਆਪਣੇ ਸਟੇਟ ਜਿਊਲਸ ਦੇ ਬਾਹਰ ਲੈ ਕੇ ਗਏ, ਐਂਡ ਉਹਨਾਂ ਨੇ ਉਹ ਸਾਰੇ ਉਹਨਾਂ ਨੂੰ ਦਿੱਤੇ ਕਾਰਟੀਅਰ ਨੂੰ, ਔਰ ਕਿਹਾ ਕਿ ਇਹਦੀ ਨਾ ਤੁਸੀਂ ਮੇਰੀ ਜਿਊਲਰੀ ਬਣਾਓ। ਸੋ ਉਹ ਚੇਂਜ ਜਿਊਲਰੀ ਵਿੱਚ ਆਇਆ, ਜਿਹੜੀ ਕਿ ਉਦੋਂ ਯੂਰਪ ਵਿੱਚ ਪਲੈਟੀਨਮ ਸੈਟਿੰਗ ਸੀ, ਇੰਡੀਆ ਵਿੱਚ ਤਾਂ ਪਲੈਟੀਨਮ ਨਹੀਂ ਸੀ ਐਟ ਦੈਟ ਟਾਈਮ। ਪਲੈਟੀਨਮ ਸੈਟਿੰਗ ਜਿਹਦੇ ਵਿੱਚ ਸਟੋਨਸ ਜਿਹੜੇ ਸੀ ਉਹ ਕਲੌਜ਼ ਬਣਾ ਕੇ ਨਾ, ਕਲੌਜ਼ ਸੈਟਿੰਗ ਬਣਦੇ ਸੀ। ਸੋ ਉਹਨਾਂ ਨੇ ਉਹ ਬਹੁਤ ਸਾਰੀਆਂ ਜਿਊਲਰੀ ਉਹਨਾਂ ਦੀ ਕਾਰਟੀਅਰ ਔਰ ਬੂਸ਼ਰੋਂ ਨੇ ਬਣਾਈ।